शेरे पंजाब 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 9:15 ਹੋਏ ਨੇ ਤੇ 22 ਨਵੰਬਰ ਦਾ ਦਿਨ ਹੈ, ਵਰ੍ਹਾ 2021 ਦਾ ਸੋਮਵਾਰ ਹੈ ਤੇ 7 ਮੱਘਰ ਨਾਨਕਸ਼ੇ ਸੰਮਤ 553 ਨਿੱਘਾ ਹਾਰਦਿਕ ਸਵਾਗਤ ਹੈ ਜੀ। ਚੱਲਾਂਗੇ ਪੰਜਾਬ ਨੂੰ। ਦੇਸ਼ ਪੰਜਾਬ ਦੇ ਝਰੋਖੇ ਦੇ ਵਿੱਚੋਂ ਸਰਦਾਰ ਨਵਕਿਰਨ ਸਿੰਘ ਪੱਤੀ ਗੱਲਬਾਤ ਕਰਨਗੇ ਤੇ ਉਸ ਤੋਂ ਬਾਅਦ ਸੇਵਾਵਾਂ ਜਿਹੜੀਆਂ ਪਹੁੰਚ ਰਹੀਆਂ ਨੇ ਹੜ੍ਹ ਪੀੜਤਾਂ ਨੂੰ, ਉਹਦਾ ਥੋੜ੍ਹਾ ਜਿਹਾ ਮੁਲਾਂਕਣ ਹੋਵੇਗਾ। ਉਸ ਤੋਂ ਬਾਅਦ ਅੱਜ ਖਾਸ ਗੱਲਬਾਤ ਇੱਕ ਪਰਿਵਾਰ ਦੀ ਹੋਣੀ ਹੈ ਕਿ ਇੱਥੇ ਦੀਆਂ ਸਿਹਤ ਸੇਵਾਵਾਂ ਦੇ ਵਿੱਚ, ਮੈਂ ਨਹੀਂ ਕਹਿੰਦਾ ਕਿ ਸਿਹਤ ਸੇਵਾਵਾਂ ਵਧੀਆ ਨਹੀਂ, ਸਿਹਤ ਸੇਵਾਵਾਂ ਵਧੀਆ ਨੇ, ਪਰ ਜਿਹੜਾ ਥਲੜਾ ਅਮਲਾ ਹੈ ਹਸਪਤਾਲਾਂ ਦੇ ਵਿੱਚ, ਸੋਸ਼ਲ ਵਰਕਰ, ਉਹ ਕਈ ਵਾਰ ਬੰਦੇ ਨੂੰ ਅਜਿਹਾ ਗੇੜ 'ਚ ਪਾਉਂਦੇ ਨੇ ਨਿੱਜ ਦੇ ਤੌਰ 'ਤੇ ਬਜ਼ੁਰਗਾਂ ਦੀ ਜ਼ਿੰਦਗੀ ਨਰਕੀ ਬਣਾ ਦਿੰਦੇ। ਇੱਕ ਪਰਿਵਾਰ ਦੀ ਦਾਸਤਾਨ ਪਰਿਵਾਰ ਖੁਦ ਆ ਕੇ ਦੱਸੇਗਾ। ਅੱਜ ਗੱਲਬਾਤ ਹੋਏਗੀ ਕਿ ਕਿੱਥੇ। ਮੈਨੂੰ ਯਾਦ ਹੈ ਕਿ ਜਦ ਸਾਡੇ ਹੈਲਥ ਕੇਅਰ ਵਰਕਰਸ ਦੀ, ਖਾਸ ਤੌਰ 'ਤੇ ਰੈਜ਼ੀਡੈਂਟ ਕੇਅਰ ਅਟੈਂਡੈਂਟ ਦੀ ਗੱਲ ਆਪਾਂ ਕੀਤੀ ਸੀ ਆਪਣੇ ਦੂਸਰੇ ਸ਼ੋਅ ਦੇ ਵਿੱਚ, ਜਦ ਫਰੇਜ਼ਰ ਹੈਲਥ ਦੇ CEO ਨੂੰ ਇਹ ਗੱਲ ਦਾ ਪਤਾ ਲੱਗਿਆ ਤੇ ਉਹਨਾਂ ਨੂੰ ਉੱਪਰ ਤੱਕ ਕੀ ਪਤਾ ਕਿ ਥੱਲੇ ਕੀ ਹੋਇਆ। ਉਹ ਤਾਂ ਇਹ ਕਹਿ ਰਹੇ ਸੀ ਕਿ ਅਸੀਂ ਤਾਂ ਤੁਹਾਡੇ ਭਾਈਚਾਰੇ ਦੇ ਵਿੱਚੋਂ ਸਟਾਫ ਰੱਖਿਆ ਕਿ ਤੁਹਾਨੂੰ ਕੋਈ ਤੰਗੀ ਨਾ ਹੋਵੇ। ਮੈਂ ਕਿਹਾ ਭਾਈਚਾਰੇ ਦਾ ਰੱਖਿਆ ਸਟਾਫ, ਇਹ ਸੂਬੇਦਾਰ ਬਣਿਆ ਹੋਇਆ ਨਾ, ਹੋ ਗਈ ਗੱਲ ਰਾਮਾ, ਸਭ ਸਹੀ ਹੋ ਗਿਆ। ਇਸੇ ਤਰ੍ਹਾਂ ਹੀ ਇਹ ਜਿਹੜੇ ਹਸਪਤਾਲ ਦੇ ਵਿੱਚ ਡਾਕਟਰਾਂ ਨਰਸਿਸ ਤੋਂ ਬਿਨਾਂ ਸੋਸ਼ਲ ਵਰਕਰਾਂ ਨੇ ਬਜ਼ੁਰਗਾਂ ਨੂੰ ਇਹ ਡਿਸਾਈਡ ਕਰਨਾ ਵੀ ਬਜ਼ੁਰਗ ਭੇਜਣੇ ਕਿੱਥੇ ਨੇ, ਉਹ ਫਿਰ ਕਿਵੇਂ ਆਪਣੇ ਨਿੱਜ ਦੀ ਗੱਲ ਕਰਦੇ ਨੇ। ਸੋ ਇਸ 'ਤੇ ਅੱਜ ਗੱਲਬਾਤ ਹੋਏਗੀ। ਪਰਿਵਾਰ ਦੇ ਵਿੱਚੋਂ ਇੱਕ ਬਜ਼ੁਰਗ ਪਿਤਾ ਦੀ ਇੱਕ ਧੀ ਵੱਲੋਂ ਜਿਹੜੀ ਪਹੁੰਚ ਕੀਤੀ ਗਈ ਸ਼ੇਰੇ ਪੰਜਾਬ ਨੂੰ, ਉਹ ਦੱਸਣਗੇ ਕਿ ਇਹ ਕੀ ਹੋ ਰਿਹਾ, ਕਿਵੇਂ ਉਹ ਧੀ ਤੜਫ ਰਹੀ ਹੈ, ਕਿਵੇਂ ਹਸਪਤਾਲਾਂ ਦੇ ਗੇੜੇ ਕੱਢ ਰਹੀ ਹੈ ਤੇ ਬਾਪ ਰੁਲਦਾ। ਤੇ ਜਿੱਥੇ ਬਜ਼ੁਰਗਾਂ ਨੂੰ ਸਾਂਭ ਸੰਭਈਆ ਹੋ ਸਕਦਾ ਹੈ, ਪੰਜਾਬੀਆਂ ਦੇ ਜਿਹੜੇ ਇਹ ਜਿਹੇ ਸਿਸਟਮ ਨੇ ਜਿੱਥੇ ਬਜ਼ੁਰਗਾਂ ਨੂੰ ਆਪਣਾ ਰਹਿਣਾ ਬਹਿਣਾ ਤੇ ਰੋਟੀ ਪਾਣੀ ਮਿਲ ਸਕਦਾ, ਪਿਕਸ ਦੀ ਅਸਿਸਟਡ ਲਿਵਿੰਗ ਦੇ ਵਿੱਚ, ਉੱਥੇ ਉਹਨਾਂ ਨੂੰ ਬਜ਼ੁਰਗਾਂ ਨੂੰ ਲੈਣ ਦੇ ਲਈ ਤਿਆਰ ਨੇ। ਪਰ ਸਰੀ ਮੈਮੋਰੀਅਲ ਹਸਪੀਟਲ ਦੀ ਇੱਕ ਸੋਸ਼ਲ ਵਰਕਰ ਕਹਿੰਦੀ ਨਾ, ਉੱਥੇ ਨਹੀਂ ਭੇਜਣਾ, ਮੈਂ ਉੱਥੇ ਭੇਜਣਾ ਹੈ ਜਿੱਥੇ ਤੇਰੇ ਬਜ਼ੁਰਗਾਂ ਨੂੰ ਆਲੇ ਦੁਆਲੇ ਕੋਈ ਨਾ ਮਿਲੇ, ਪੰਜਾਬੀ ਵੇਖਣ ਨੂੰ ਨਾ ਮਿਲੇ, ਪੰਜਾਬੀ ਖਾਣਾ ਨਾ ਮਿਲੇ। ਹੈ ਜੱਗੋਂ 13ਵੀਂ ਗੱਲ। ਅੱਜ ਇਸ 'ਤੇ ਗੱਲਬਾਤ ਹੋਏਗੀ ਤੇ ਖਬਰਾਂ ਆਲਰੇਡੀ ਵਿਕਟੋਰੀਆ ਤੱਕ ਪਹੁੰਚਾ ਦਿੱਤੀਆਂ। ਹੁਣ ਦੇਖਦੇ ਹਾਂ ਕਿ ਸੋਸ਼ਲ ਵਰਕਰ ਦੀ ਚੱਲੂ ਕਿ ਜਾਂ ਸਾਡੀ ਚੱਲੂ, ਹੁਣ ਮਤਲਬ ਲੋਕਾਂ ਦੀ ਚੱਲੂ। 604 204 0600 ਔਨ ਏਅਰ ਨੰਬਰ ਰਹੇਗਾ ਤੇ ਜਿੱਥੇ ਤੁਸੀਂ ਗੱਲਬਾਤ ਕਰਨੀ ਹੈ ਤੇ 604 729 1224 WhatsApp ਤੇ ਟੈਕਸਟ ਲਈ ਮੇਰਾ ਨੰਬਰ ਹੈ, ਜਿੱਥੇ ਤੁਸੀਂ ਮੈਨੂੰ ਪਹੁੰਚ ਕਰਦੇ ਹੋ। ਧੰਨਵਾਦ ਤੁਹਾਡਾ ਸਾਰਿਆਂ ਦਾ। ਮਾਣ ਹੈ ਕਿ ਤੁਸੀਂ ਨਿੱਜੀ ਇੱਕ ਪਰਿਵਾਰ ਦਾ ਮੈਂਬਰ ਹੋਣ ਦੇ ਨਾਤੇ ਸਾਰਾ ਦੁੱਖ ਸੁੱਖ ਸਾਂਝਾ ਕਰਦੇ ਹੋ। ਸਿਰ ਝੁਕਦਾ ਹੈ ਤੇ ਆਪਣੇ ਵੱਲੋਂ ਵੀ ਮੇਰੀ ਕੋਸ਼ਿਸ਼ ਰਹਿੰਦੀ ਹੈ ਸਦਾ ਕਿ ਜਦ ਤੁਸੀਂ ਹਾਕ ਮਾਰ ਦਿੱਤੀ ਤਾਂ ਉੱਥੇ ਖੜਨਾ ਬਸ। ਉਹ ਤੇਰਾ ਸਜਿਆ ਦੀਵਾਨ ਵੇ ਵਿੱਚ ਵਣਦੇ ਸੁਹੇਂਦਾ, ਉਹ ਤੇਰਾ ਉੱਡਦਾ ਬਾਜ਼ ਵੇ ਤੇਰਾ ਊਠ ਚ ਰਹਿੰਦਾ, ਕਰਦੀ ਫਿਰਾਂ ਤਿਲ ਚੌਲੀਆਂ, ਉਹ ਤੇਰਾ ਸਜਿਆ ਦੀਵਾਨ ਵੇ ਬੇ ਰੁੱਤਾਂ ਬੌਲੀਆਂ ਨਾ ਸਾਡਾ ਪੀਰ ਮਨੇਂਦਾ, ਤੋੜਾਂ ਪੱਤਰੇ ਤਾੜ ਦੇ ਵੇ ਦਿਨ ਹਾੜ ਦੇ ਤੈਨੂੰ ਤਾਪ ਚੜ੍ਹੇਂਦਾ, ਉਹ ਤੇਰਾ ਉੱਡਦਾ ਬਾਜ਼ ਵੇ ਤੇਰਾ ਊਠ ਚ ਰਹਿੰਦਾ, ਕੱਜਣ ਤੇਰੇ ਰੰਗ ਲੈ ਵੇ ਅਸਾਂ ਤਾਂਗ ਲੈ ਤੇਰਾ ਇਸ਼ਕ ਲੰਘੇਂਦਾ, ਟਪ ਟਪ ਆਵਾਂ ਲਾਚੀਆਂ ਵੇ ਮਾਰਾ ਝਾਤੀਆਂ ਤੂੰ ਬਾਤ ਨਾ ਕਰੇਂਦਾ, ਉਹ ਤੇਰਾ ਉੱਡਦਾ ਬਾਜ਼ ਵੇ ਤੀਰਾਂ ਤਰਕਸ਼ਾਂ ਵਾਲਿਆ ਬੇ ਹੱਦੋਂ ਕਾਲਿਆ, ਦਿਸੇ ਰਣ ਚ ਲੜੇਂਦਾ, ਬੈਠ ਪਹਾੜੀ ਚੋਟੀਆਂ ਬੇ ਗੱਲਾਂ ਖੋਟੀਆਂ ਸਾਡੀ ਅਕਲ ਚ ਰਹਿੰਦਾ, ਉਹ ਤੇਰਾ ਉੱਡਦਾ ਬਾਜ਼ ਵੇ ਤੇਰਾ ਊਠ ਚ ਰਹਿੰਦਾ, ਬੇ ਮਾਂ ਦੇ ਯੋਧੇ ਸੂਰਿਆ ਸਾਨੂੰ ਪੂਰਿਆ, ਕਿਆ ਤੱਕਣ ਤਕੇਂਦਾ, ਲੈ ਲੈ ਕਰਦਾ ਟਹਿਕਦਾ ਬੇ ਨਾਲੇ ਮਹਿਕਦਾ ਸਾਡੇ ਚਾਹ ਦਾ ਗੇਂਦਾ, ਉਹ ਤੇਰਾ ਉੱਡਦਾ ਬਾਜ਼ ਵੇ ਤੇਰਾ ਊਠ ਚ ਰਹਿੰਦਾ, ਜੀਵਨ ਤੇਰੀਆਂ ਕਾਨੀਆਂ ਬੇ ਦਿਲ ਜਾਨੀਆਂ, ਘੜ ਸੁਖ ਨ ਰਚੇਂਦਾ, ਰੱਸੇ ਤੇਰੀ ਹਰਿਆਉਲ ਬੇ ਦੇ ਜਾ ਕੌਲ ਵੇ ਕਲਰੀ ਬਰਸੇਂਦਾ, ਉਹ ਤੇਰਾ ਉੱਡਦਾ ਬਾਜ਼ ਵੇ ਸਬਜ਼ ਕਚੂਰੀ ਖੇਤੀਆਂ ਵੇ ਸਰੋਂ ਮੇਥੀਆਂ ਨਾਲੇ ਬੇਰ ਪਕੇਂਦਾ, ਫੁੱਲ ਫੁੱਲ ਜਾਂਦਾ ਕੇਵੜਾ ਵੇ ਕਿਰੇ ਮੇਵੜਾ ਅੱਜ ਹੱਸਦਾ ਖੜੇਂਦਾ, ਉਹ ਤੇਰਾ ਉੱਡਦਾ ਬਾਜ਼ ਵੇ ਤੇਰਾ ਊਠ ਚ ਰਹਿੰਦਾ। ਫਿਰ ਤੂੰ ਜੋਧੇ ਨੂੰ ਉਹਨੂੰ ਤਿਉ ਕਰਨ ਵਾਲੀ ਲਿਖਦੀ ਹੈ। ਹਰਮਨਜੀਤ ਲਿਖਦਾ ਹੈ 24 ਘੰਟੇ 7 ਦਿਨ ਤੁਹਾਡੀ ਸੇਵਾ 'ਚ ਹਾਜ਼ਰ ਰਹਿੰਦਾ ਸ਼ੇਰੇ ਪੰਜਾਬ ਜ਼ਿੰਦਾਬਾਦ। ਧੰਨਵਾਦ ਜੀ ਸਾਰਿਆਂ ਦਾ। ਸੋਮਵਾਰ ਦਾ ਦਿਨ, ਹਫ਼ਤੇ ਦੀ ਸ਼ੁਰੂਆਤ, ਤੇ ਸਾਰਿਆਂ ਨੂੰ ਫੇਰ ਨਿੱਘਾ ਹਾਰਦਿਕ ਸਵਾਗਤ ਸ਼ੇਰੇ ਪੰਜਾਬ 'ਤੇ।
ਤੇ ਸਰਦਾਰ ਨਵਕਿਰਨ ਸਿੰਘ ਪੱਤੀ ਨਾਲ ਪਹੁੰਚਦੇ ਹਾਂ, ਪੰਜਾਬ 'ਚ ਕਰਦੇ ਹਾਂ ਗੱਲਬਾਤ। ਤੇ ਸਰਦਾਰ ਨਵਕਿਰਨ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ, ਯੂਪੀ ਦੀ ਮਹਾਪੰਚਾਇਤ 'ਚ ਸਾਰੇ ਰਾਜਾਂ ਦੀ MSP ਦੀ ਗੱਲ ਚੱਲ ਰਹੀ ਹੈ ਤੇ MSP ਨੂੰ ਕਹਿ ਵੀ ਰਹੇ ਹੈ ਪੱਤੀ ਸਾਹਿਬ, ਪਰ ਜੇ ਪੰਜਾਬ ਦੇ ਵਿੱਚ 2000 ਦੇ ਕਰੀਬ ਕਣਕ ਤੇ ਝੋਨਾ ਮੰਨ ਲਓ ਵਿਕਦਾ ਹੈ ਤੇ ਸਾਡੇ ਦਿਹਾੜੀ ਵੀ 300 ਹੈ। ਮੈਂ ਬੰਗਾਲ ਦੇ ਵਿੱਚ ਉੜੀਸਾ ਦਾ ਸਮਾਂ ਉੱਥੇ ਬਹੁਤ ਰਿਹਾ, ਉੱਥੇ ਦਿਹਾੜੀ 80 ਰੁਪਈਏ ਹੈ ਤੇ ਉੱਥੇ ਕਣਕ 1000 ਰੁਪਈਏ ਵਿਕਦੀ ਹੈ ਤੇ ਉੱਥੇ 20 ਰੁਪਈਏ 15 ਰੁਪਈਏ ਕਣਕ ਆਟਾ ਲੋਕ ਲੈ ਸਕਦੇ ਨੇ, ਉੱਥੇ 40 ਰੁਪਈਏ ਨਹੀਂ ਲੈ ਸਕਦੇ। ਫਿਰ MSP ਦੇ ਲਈ ਹੁਣ ਕਿਸਾਨ ਜਿਹੜਾ ਰੇੜਕਾ ਪਾਉਂਦੇ ਆ ਉਹ ਸਾਰਥਕ ਹੈ ਕਿ ਜਾਂ ਨਹੀਂ? ਜੀ ਗਿੱਲ ਸਾਹਿਬ, ਦੇਖੋ ਇਹ ਬੜਾ ਗੰਭੀਰ ਮਸਲਾ ਹੈ। ਮਸਲਾ ਗਿੱਲ ਸਾਹਿਬ ਇਹ ਹੈ ਕਿ ਜੇ MSP ਸਾਰੀਆਂ ਫਸਲਾਂ ਦੇ ਉੱਤੇ ਹੋਵੇ ਤਾਂ ਖੇਤੀ ਵਿਭਿੰਨਤਾ ਸ਼ੁਰੂ ਹੋ ਜੂਗੀ, ਕਿਉਂਕਿ ਇਹ ਨਾ ਕਿਸੇ ਸੂਬੇ ਦੇ ਵਿੱਚ ਕਿਸੇ ਚੀਜ਼ ਦੇ ਉੱਤੇ MSP ਦੇ ਉੱਤੇ ਖਰੀਦ ਹੁੰਦੀ ਆ, ਕਿਸੇ ਸੂਬੇ 'ਚ ਕਿਸੇ ਚੀਜ਼ ਦੇ ਉੱਤੇ MSP ਦੇ ਉੱਤੇ ਖਰੀਦ ਹੁੰਦੀ ਆ। ਹੁਣ ਆਪਣੇ ਪੰਜਾਬ ਦੇ ਵਿੱਚ ਰੌਲਾ ਹੀ ਗਿੱਲ ਸਾਹਿਬ ਇੱਥੇ ਖੜਾ ਗਾ। ਸਰਕਾਰ ਕਹਿ ਤਾਂ ਦਿੰਦੀ ਆ ਕਣਕ ਝੋਨਾ ਨਾ ਬੀਜੋ, ਜੇ ਕਣਕ ਝੋਨੇ ਦਾ ਜਿਹੜਾ ਫਸਲੀ ਚੱਕਰ ਆ ਇਹ ਸਾਡਾ ਪਾਣੀ ਵੀ ਧਰਤੀ ਦੇ ਹੇਠਾਂ ਥੱਲੇ ਵਗ ਗਿਆ, ਸਾਡਾ ਵਾਤਾਵਰਨ ਵੀ ਪਲੀਤ ਹੋ ਗਿਆ, ਸਾਡੇ ਈਵਨ ਖੇਤ ਵੀ ਜਿਹੜੇ ਨੇ ਉਹਨਾਂ ਦੀ ਉਪਜਾਊ ਸ਼ਕਤੀ ਘਟ ਗਈ, ਕਿਉਂਕਿ ਖੇਤਾਂ ਦੇ ਵਿੱਚ ਇੱਕ ਤਰ੍ਹਾਂ ਦੀ ਫਸਲ ਬਾਰ-ਬਾਰ ਬੀਜਣ ਦੇ ਨਾਲ ਇੱਕ ਖਾਸ ਕਿਸਮ ਦੇ ਤੱਤਾਂ ਦੀ ਘਾਟ ਪੈਦਾ ਹੋ ਗਈ। ਇਹਦਾ ਹੱਲ ਕੀ ਆ? ਇਹਦਾ ਹੱਲ ਗਿੱਲ ਸਾਹਿਬ ਇਹੀ ਆ ਕਿ ਜੇ ਸੂਰਜਮੁਖੀ ਦੇ ਉੱਤੇ ਵੀ MSP ਮਿਲ ਜੇ, ਸਾਡੇ 10% ਕਿਸਾਨ ਸੂਰਜਮੁਖੀ ਬੀਜਣ ਲੱਗ ਜਾਣਗੇ। ਜੇ ਸਾਨੂੰ ਬਾਕੀ ਫਸਲਾਂ ਨੇ ਜਿਹੜੀਆਂ ਉਹਨਾਂ ਦੇ ਉੱਤੇ MSP ਮਿਲ ਜੇ, ਸਪੋਜ਼ ਕਰੋ ਪੰਜਾਬ 'ਚ ਬਾਜਰੇ ਤੇ ਮਿਲ ਜੇ, ਮੱਕੀ ਤੇ ਮਿਲ ਜੇ, ਤਾਂ ਉਹ ਕਿਸਾਨ ਨੇ ਜਿਹੜੇ ਉਹ ਉਸ ਪਾਸੇ ਨੂੰ ਤੁਰ ਪੈਣਗੇ। MSP ਪੰਜਾਬ 'ਚ ਮਿਲਦੀ ਵੀ ਦੋ ਚੀਜ਼ਾਂ ਦੇ ਉੱਤੇ ਆ। MSP ਤਾਂ ਹਰੇਕ ਚੀਜ਼ ਤੇ ਲਾਣ ਦਿੰਦੇ ਨੇ, ਮਿਨੀਮਮ ਸਪੋਰਟਿੰਗ ਪ੍ਰਾਈਸ ਤਾਂ ਲਾਣ ਦਿੰਦੇ ਨੇ, ਲੇਕਿਨ ਉਹਦੇ ਤੇ ਜਿਹੜੀ ਸਰਕਾਰੀ ਖਰੀਦ ਹੈ ਜਾਂ ਉਹਦੇ ਤੇ ਖਰੀਦ ਯਕੀਨੀ ਬਣਾਉਣੀ ਆ ਜਿਹੜੀ, ਉਹ ਸਭ ਤੋਂ ਜ਼ਰੂਰੀ ਆ। ਹੁਣ ਆਪਣੇ ਗਿੱਲ ਸਾਹਿਬ ਹੁੰਦਾ ਕੀ ਆ, ਮੱਕੀ ਦੇ ਉੱਤੇ ਜਿਹੜੀ MSP ਲਾਣ ਦੀ ਆ ਸਰਕਾਰ, ਉਹ ਤੋਂ 500-700 ਰੁਪਇਆ ਘੱਟ ਦੇ ਉੱਤੇ ਮੱਕੀ ਵਿਕਦੀ ਆ, ਕਿਸਾਨ ਮੱਕੀ ਬੀਜਣੋਂ ਹਟ ਗਏ। ਇਹੀ ਕਾਰਨ ਆ ਕਿ ਯੂਪੀ ਦੇ ਵਿੱਚ, ਬਿਹਾਰ ਦੇ ਵਿੱਚ ਝੋਨਾ 500-600 ਰੁਪਇਆ ਪ੍ਰਤੀ ਕੁਆਂਟਲ ਘੱਟ ਵਿਕਦਾ MSP ਤੋਂ, ਉਹ ਬੀਜਣੋਂ ਹਟ ਰਹੇ ਨੇ। ਤੇ ਪੰਜਾਬ ਇਹਦੇ ਲਈ ਜ਼ਰੂਰੀ ਇਹ ਹੈ ਜੇ ਸਾਰੀਆਂ ਫਸਲਾਂ ਤੇ MSP ਦੇ ਦੇ ਸਰਕਾਰ ਨੂੰ ਕੋਈ ਬਹੁਤਾ ਘਾਟਾ ਨਹੀਂ ਪੈਂਦਾ। ਇਹਦੇ ਨਾਲ ਸਰਕਾਰ ਕਹਿ ਰਹੀ ਹੈ ਸਾਨੂੰ ਕੋਲੋਂ ਪੈਸੇ ਲਾਉਣੇ ਪੈਣਗੇ, ਲੇਕਿਨ ਫਸਲਾਂ ਦੀ ਵਿਭਿੰਨਤਾ ਵੀ ਆਊਗੀ, ਲੋਕ ਵੱਖ-ਵੱਖ ਫਸਲਾਂ ਬੀਜਣ ਲੱਗਣਗੇ, ਭਾਰਤ ਦੇ ਵਿੱਚ ਵੱਖ-ਵੱਖ ਫਸਲਾਂ ਦੀ ਪੈਦਾਵਾਰ ਹੋਣੀ ਸ਼ੁਰੂ ਹੋ ਜੂਗੀ। ਇਹਦੇ ਲਈ ਸਰਕਾਰ ਨੂੰ ਸਾਰੀਆਂ ਫਸਲਾਂ ਦੇ ਉੱਤੇ, ਗਿੱਲ ਸਾਹਿਬ ਇਹਨਾਂ ਨੇ ਇਹੀ ਕਰਨਾ, MSP ਤਾਂ ਲਾਣਦੇ ਨੇ, MSP ਦੇ ਉੱਤੇ ਸਰਕਾਰੀ ਖਰੀਦ ਹੋਵੇ। ਜੇ ਸਰਕਾਰੀ ਖਰੀਦ ਨਹੀਂ ਵੀ ਹੁੰਦੀ ਤਾਂ ਘੱਟੋ ਘੱਟ ਕੋਈ ਸਜ਼ਾ ਦਾ ਇੰਤਜ਼ਾਮ ਕਰਨ ਕਿ ਜਿਹੜਾ ਉਦੋਂ ਘੱਟ ਦੇ ਉੱਤੇ ਖਰੀਦੂਗਾ। ਤਾਂ ਇਹ ਤੋਂ ਬਿਨਾਂ ਜਿਹੜਾ ਉਹ ਖੇਤੀ ਵਿਭਿੰਨਤਾ ਨਹੀਂ ਆ ਸਕਦੀ। ਦੂਸਰੀ ਗੱਲ ਜਿਹੜੀ ਇਹਦੇ ਵਿੱਚ ਆ ਕਿ MSP ਜਿਹੜੀ ਬਣਾਉਣੀ ਆ, ਜਿਹੜਾ ਸਵਾਮੀਨਾਥਨ ਕਮਿਸ਼ਨ ਬਣਾਇਆ ਸੀ ਸਰਕਾਰ ਨੇ, ਸਵਾਮੀਨਾਥਨ ਕਮਿਸ਼ਨ ਨੇ ਜਿਹੜੀ ਰਿਪੋਰਟ ਆਪਦੀ ਸਰਕਾਰ ਨੂੰ ਦਿੱਤੀ ਸੀ ਉਹ C2 + 50% ਸੀ। ਉਹਦੇ ਵਿੱਚ ਗਿੱਲ ਸਾਹਿਬ ਇਹ ਸੀਗਾ ਕਿ ਕਿਸਾਨ ਨੂੰ ਉਸ ਦੇ ਖਰਚ ਦਾ ਤੇ ਉਸ ਦੇ ਵੱਲੋਂ ਜਿਹੜਾ ਉਸ ਫਸਲ ਦੇ ਉੱਤੇ ਲਾਗਤ ਹੈ, ਉਹ ਲਾਗਤ ਮੁੱਲ ਦੇ ਨਾਲ 50% ਜੋੜ ਕੇ ਜਿਹੜਾ ਉਹਦਾ MSP ਤੈਅ ਕਰਨਾ ਹੈ। ਹੁਣ ਇਹ MSP ਜਦੋਂ ਤੈਅ ਕਰਦੇ ਨੇ ਉਹਦੇ 'ਚ ਫਸਲਾਂ ਦੀ ਲਾਗਤ ਤਾਂ ਜੋੜ ਲੈਂਦੇ ਨੇ ਜਿਹੜਾ ਉਹਦੇ ਤੇ ਖਰਚਾ ਆਉਂਦਾ, ਲੇਕਿਨ ਕਿਸਾਨ ਦੀ ਲੇਬਰ ਨਹੀਂ ਜੋੜਦੇ। ਜਿਹੜਾ ਉਹ ਮੋਟਰ ਛੱਡਣ ਗਿਆ, ਜਿਹੜਾ ਉਹ ਨੱਕਾ ਬਦਲਣ ਗਿਆ, ਉਹ ਲੇਬਰ ਤਾਂ ਕਿਤੇ ਵੀ ਨਹੀਂ ਜੋੜਦੇ ਇਹ। ਸੋ ਇਸ ਕਰਕੇ MSP ਨੂੰ ਉਸ ਹਿਸਾਬ ਦੇ ਨਾਲ ਬਣਾਇਆ ਜਾਵੇ, ਫਸਟ। ਸੈਕਿੰਡ ਇਹ ਕਿ MSP ਜਿਹੜੀ ਦੇਣੀ ਆ ਉਹ ਸਾਰੀਆਂ ਫਸਲਾਂ ਦੇ ਉੱਤੇ ਯਕੀਨੀ ਬਣਾਈ ਜਾਵੇ, ਸਬਜ਼ੀਆਂ ਦੇ ਉੱਤੇ ਵੀ ਯਕੀਨੀ ਬਣਾਈ ਜਾਵੇ। ਸਾਡੇ ਕਿਹੜਾ ਦਿਮਾਗ ਖਰਾਬ ਹੋਇਆ ਕਿਸਾਨਾਂ ਦੇ ਕਿ ਉਹ ਕਣਕ ਝੋਨੇ ਦੀ ਮਗਰੀ ਪੈਣਗੇ। ਜੇ ਸਾਰੀਆਂ ਚੀਜ਼ਾਂ ਦੇ ਉੱਤੇ MSP ਦੇਣਗੇ, ਖਰੀਦ ਦੀ ਯਕੀਨੀ ਬਣਾਉਣਗੇ, ਤਾਂ ਖੇਤੀ ਵਿਭਿੰਨਤਾ ਆਪੇ ਆਊਗੀ। ਅਗਲੀ ਗੱਲ ਗਿੱਲ ਸਾਹਿਬ ਇਹ ਆ ਕਿ ਅੱਜ ਜਿਹੜੀ ਲਖਨਊ ਦੇ ਵਿੱਚ ਕਿਸਾਨ ਮਹਾਪੰਚਾਇਤ ਹੋਈ ਆ, ਠਾਠਾਂ ਮਾਰਦਾ ਇਕੱਠ ਹੋਇਆ, ਜਿੱਧਰ ਨੂੰ ਦੇਖਦੇ ਸੀ ਇਕੱਠ ਹੀ ਇਕੱਠ ਸੀ। ਉਹ ਲੋਕ ਵੀ ਘਰਾਂ ਤੋਂ ਤੁਰ ਪਏ ਜਿਹੜੇ ਹੁਣ ਤੱਕ ਇਹ ਕਹਿੰਦੇ ਸੀ ਵੀ ਮੋਦੀ ਨਹੀਂ ਮੰਨਦਾ, ਇਹ ਨਹੀਂ ਪਿੱਛੇ ਹਟਦਾ। ਉਹ ਲੋਕ ਵੀ ਗਿੱਲ ਸਾਹਿਬ ਹੁਣ ਧਰਨਿਆਂ 'ਚ ਆਉਣ ਲੱਗ ਗਏ। ਸੋ ਇਸ ਕਰਕੇ ਦੂਣ ਸਵਾਇਆ ਹੋ ਗਿਆ। ਕਈ ਵਾਰ ਐ ਨਹੀਂ ਹੁੰਦਾ ਵੀ ਹੁਣ ਤਾਂ ਰਾਹ ਥੋੜਾ ਜਿਹਾ ਹੀ ਰਹਿ ਗਿਆ, ਉਦੋਂ ਪੈਰ ਆਪਣੇ ਚੱਕਵੇਂ ਹੋ ਜਾਂਦੇ ਆ ਗਿੱਲ ਸਾਹਿਬ ਪੈਰ। ਤਾਂ ਇਹ ਹਾਲਤ ਹੈ ਵੀ ਮੋਦੀ ਤਾਂ ਹੁਣ ਜਿਹੜਾ ਹੈਗਾ ਉਹ ਪਿੱਛੇ ਹਟ ਗਿਆ। ਹੁਣ
ਆਪਣੀਆਂ ਮੰਗਾਂ ਹੋਰ ਵੀ ਵੱਧ ਤਬਦੀਲੀ ਨਾਲ ਮਨਾਈਆਂ ਜਾ ਸਕਦੀਆਂ। ਇਸ ਲਈ ਲੋਕ ਵੱਡੀ ਪੱਧਰ ਤੇ ਪਹੁੰਚਣ ਲੱਗ ਗਏ। ਅੱਜ ਉੱਥੇ 6 ਮੰਗਾਂ ਦੇ ਉੱਤੇ ਗਿੱਲ ਸਾਹਿਬ ਡਿਸਕਸ ਹੋਇਆ। ਜਿਹੜਾ ਲਖਨਊ ਦੀ ਕਿਸਾਨ ਮਹਾਪੰਚਾਇਤ ਹੋਈ, ਉੱਥੇ ਸਾਰੇ ਕਿਸਾਨ ਆਗੂ ਮੇਨਲੀ ਪਹੁੰਚੇ ਹੋਏ ਸੀ। ਰਕੇਸ਼ ਟਕੈਤ ਸੀ, ਦਰਸ਼ਨਪਾਲ ਸੀ, ਜੋਗਿੰਦਰ ਸਿੰਘ ਅਗਰਾਹਾਂ ਸੀ, ਜੋਗਿੰਦਰ ਯਾਦਵ ਵੀ ਪਹੁੰਚ ਗਿਆ। ਉਹਨੂੰ ਪਹਿਲਾਂ 1 ਮਹੀਨੇ ਦੇ ਲਈ ਜਿਹੜਾ ਉਹ ਸਸਪੈਂਡ ਕੀਤਾ ਗਿਆ ਸੀ। ਇਸ ਤੋਂ ਇਲਾਵਾ ਹੋਰ ਵੀ ਲੀਡਰਸ਼ਿਪ ਆ ਜਿਹੜੀ ਉੱਥੇ ਹਾਜ਼ਰ ਸੀ। ਉੱਥੇ 6 ਚੀਜ਼ਾਂ ਦੇ ਉੱਤੇ ਜਿਹੜੇ ਮੁੱਦੇ ਬਾਰੇ, ਇੱਕ ਤਾਂ ਸਾਰੇ ਕਿਸਾਨਾਂ ਲਈ, ਸਾਰੀਆਂ ਖੇਤੀ ਉਪਜਾਂ ਲਈ ਇੱਕ ਕਾਨੂੰਨੀ ਹੱਕ ਵਜੋਂ ਜਿਹੜਾ MSP ਆ ਉਹ ਯਕੀਨੀ ਬਣਾਉਣ ਦੀ ਗੱਲ ਉੱਠੀ। ਸੈਕੰਡ, ਬਿਜਲੀ ਸੋਧ ਬਿੱਲ 2020-2021 ਨੂੰ ਵਾਪਸ ਲੈਣ ਦੀ ਗੱਲ ਉੱਠੀ। ਤੀਜੀ ਮੰਗ ਜਿਹੜੀ ਕਿਸਾਨਾਂ ਨੂੰ, ਜਿਹੜਾ ਇਹ ਗਿੱਲ ਸਾਹਿਬ ਪੋਲਿਊਸ਼ਨ ਦਾ ਰੌਲਾ ਪਾਉਂਦੇ ਨੇ, ਦਿੱਲੀ 'ਚ ਧੂੰਆਂ ਆ ਗਿਆ, ਪਰਾਲੀ ਦਾ ਆ ਗਿਆ, ਉਹਦਾ ਜਿਹੜਾ ਕਾਨੂੰਨ ਬਣਾਇਆ ਜਾ ਰਿਹਾ ਉਦੋਂ ਪਾਸੇ ਕਰਨ ਦੀ ਗੱਲ ਚੱਲ ਪਈ। ਅਗਲੀ ਗੱਲ ਕਿ ਜਿਹੜੇ ਚੱਲ ਰਹੇ ਅੰਦੋਲਨ ਦੌਰਾਨ ਕਿਸਾਨਾਂ ਤੇ ਸੈਂਕੜੇ ਕੇਸ ਦਰਜ ਕੀਤੇ ਗਏ ਨੇ ਉਹ ਵਾਪਸ ਲੈ ਜਾਣ। ਪੰਜਵੀਂ ਜਿਹੜੀ ਮੰਗ ਆ ਉਹ ਲਖੀਮਪੁਰ ਖੀਰੀ ਕਾਂਡ ਦੇ ਲਈ ਜ਼ਿੰਮੇਵਾਰ ਮੰਤਰੀ ਅਜੇ ਮਿਸ਼ਰਾ ਟੈਣੀ ਨੂੰ ਮੰਤਰੀ ਮੰਡਲ 'ਚੋਂ ਬਰਖਾਸਤਗੀ ਤੇ ਉਹਦੀ ਗ੍ਰਿਫਤਾਰੀ। ਛੇਵੀਂ ਮੰਗ ਜਿਹੜੀ ਗਿੱਲ ਸਾਹਿਬ ਉੱਭਰ ਕੇ ਹੁਣ ਸਾਹਮਣੇ ਆਈ ਆ ਉਹ ਇਹ ਹੈ ਕਿ ਕਿਸਾਨ ਸੰਘਰਸ਼ ਦੌਰਾਨ 700 ਦੇ ਲਗਭਗ ਕਿਸਾਨਾਂ ਦੀ ਸ਼ਹਾਦਤ ਹੋ ਗਈ ਆ। ਇਸ ਲਈ ਸਿੰਘੂ ਬਾਰਡਰ ਦਿੱਲੀ ਦੇ ਉੱਤੇ ਉਹਨਾਂ ਕਿਸਾਨਾਂ ਦੀ ਇੱਕ ਯਾਦਗਾਰ ਬਣਾਈ ਜਾਵੇ ਔਰ ਉਹਨਾਂ ਕਿਸਾਨਾਂ ਦੇ ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ਾ ਜਿਹੜਾ ਗਾ ਉਹ ਐਲਾਨ ਕੀਤਾ ਜਾਵੇ। ਜੀ ਗਿੱਲ ਸਾਹਿਬ, ਸੋ ਮਤਲਬ ਇਹਦੇ ਵਿੱਚੋਂ ਇਹ ਨਿਕਲਦਾ ਹੈ ਜੇ ਇਹ ਗੱਲ ਵੋਟਾਂ ਤੱਕ ਨਹੀਂ ਨਿਬੜਦੀ, ਜੇ ਇੱਕ ਗੱਲ ਹੁਣ ਪਿੱਛੇ ਪ੍ਰਧਾਨ ਮੰਤਰੀ ਮੋਦੀ ਪਿੱਛੇ ਜੇ ਨੂੰ ਹੋ ਗਏ, ਸੋ ਹੁਣ ਹੋਰ ਚੀਜ਼ਾਂ ਐਡ ਹੋ ਰਹੀਆਂ ਨੇ, ਗੱਲ ਰੇੜਕਾ ਨਹੀਂ ਮੁੱਕਦਾ। ਕਿਤੇ ਇਸ ਗੱਲ ਤੇ ਨਾ ਸਾਹਮਣੇ ਕੁਛ ਅਜਿਹਾ ਦਿਖ ਜਾਵੇ ਕਿ ਭਾਰਤ ਵਾਸੀਆਂ ਨੂੰ ਸਰਕਾਰ ਇਹ ਦਿਖਾ ਦੇਵੇ ਵੀ ਇਹ ਤਾਂ ਸੁਣਦੇ ਹੀ ਨਹੀਂ ਹੈ ਸਾਡੀ। ਆਹ ਦੇਖੋ, ਮੈਂ ਤਾਂ ਮਾਫੀ ਵੀ ਮੰਗ ਲਈ, ਇਹ ਫਿਰ ਵੀ ਨਹੀਂ ਸੁਣਦੇ। ਕਿਤੇ ਇੱਧਰ ਨੂੰ ਤਾਂ ਨਹੀਂ ਗੱਲ ਚਲੇ ਜਾਏਗੀ ਕਿ ਆਮ ਰਾਏ ਕਿਸਾਨਾਂ ਦੇ ਖਿਲਾਫ ਹੋ ਜਾਵੇ ਵੀ ਇਹ ਤਾਂ ਸੁਣਦੇ ਹੀ ਨਹੀਂ। ਦੇਖੋ ਗਿੱਲ ਸਾਹਿਬ, ਇੱਥੇ ਗੱਲ ਇਹ ਵੀ ਪਈ ਆ, ਹੁਣ ਕਿਸਾਨ ਵੀ ਇਹਨਾਂ ਮੰਗਾਂ ਦੇ ਵਿੱਚੋਂ, ਦੇਖੋ ਉਹਨਾਂ ਦੀਆਂ 2 ਮੁੱਖ ਮੰਗਾਂ ਨੇ ਜਿਹੜੀਆਂ ਉਹ ਨਹੀਂ ਸੀਗੀਆਂ। ਇਹਦੇ ਚੋਂ ਮੇਨ ਤਾਂ 2 ਹੀ ਨੇ, ਇੱਕ ਖੇਤੀ ਕਾਨੂੰਨਾਂ ਦੀ ਵਾਪਸੀ, ਦੂਸਰਾ MSP। ਤਾਂ ਉਹਦੇ ਚੋਂ ਹੁਣ ਖੇਤੀ ਕਾਨੂੰਨਾਂ ਨੂੰ ਵਾਪਸੀ ਦਾ ਜਿਹੜਾ ਤਰੀਕਾ ਸਰਕਾਰ ਨੇ ਅਪਣਾਇਆ ਗਾ ਉਹ ਹੈਗਾ ਇੱਕ ਤਰਫਾ। ਉਹਦੇ ਚ ਗਿੱਲ ਸਾਹਿਬ ਜਿਹੜੇ ਸ਼ਬਦ ਨੇ ਨਾ ਪ੍ਰਧਾਨ ਮੰਤਰੀ ਜੀ ਦੇ, ਉਹ ਬੜੇ ਚੁਭਵੇਂ ਨੇ। ਉਹ ਕਹਿੰਦੇ ਨੇ ਵੀ ਖੇਤੀ ਕਾਨੂੰਨ ਤਾਂ ਦੀਵੇ ਦੇ ਉਜਾਲੇ ਵਰਗੇ ਸੀ, ਯਾਨੀ ਕਿ ਇਹ ਤਾਂ ਸਹੀ ਨੇ, ਅਸੀਂ ਕਿਸਾਨਾਂ ਦੇ ਇੱਕ ਹਿੱਸੇ ਨੂੰ ਜਿਹੜਾ ਉਹ ਜਚਾ ਨਹੀਂ ਪਾਏ। ਜਿਹਦਾ ਸਾਫ਼ ਮਤਲਬ ਆ ਕਿ ਉਹ ਖੇਤੀ ਕਾਨੂੰਨਾਂ ਦੀ ਅਜੇ ਵੀ ਤਰਫਦਾਰੀ ਆ ਜਿਹੜੀ ਉਹ ਕਰ ਰਹੇ ਨੇ। ਸੋ ਇਹਦੇ ਤੇ ਜੇ ਮੀਟਿੰਗ ਬੁਲਾਉਣ ਗਿੱਲ ਸਾਹਿਬ, ਇਹਨਾਂ ਚੋਂ ਕੁਝ ਮੰਗਾਂ ਨੇ ਜਿਹੜੀਆਂ ਖਾਸ ਕਰਕੇ MSP ਦੀ ਮੰਗ ਦੇ ਉੱਤੇ ਜੇ ਸਹਿਮਤੀ ਬਣਦੀ ਆ ਤਾਂ ਬਾਕੀ ਮੰਗਾਂ ਮੈਨੂੰ ਲੱਗਦਾ ਕਿਸਾਨਾਂ ਦੇ ਵੱਲੋਂ ਕਮੇਟੀਆਂ ਬਣਾ ਕੇ ਵੀ ਜਿਹੜਾ ਪੈਂਡਿੰਗ ਹੋ ਸਕਦੀਆਂ ਨੇ ਟੇਬਲ ਟਾਕ ਦੇ ਵਿੱਚ। ਜੀ, ਮੈਂ ਖਬਰਾਂ ਸਥਾਨਕ ਸੁਣਾ ਦੇਵਾਂ ਜੀ ਤੇ ਵਾਪਸ ਆ ਕੇ ਫਿਰ ਇਸ ਬਾਰੇ ਗੱਲਬਾਤ ਚੱਲਦੀ ਆ, ਕਿਉਂਕਿ ਇਹ ਮੇਰੀ ਜਾਚੇ ਇਹ ਆ ਵੀ ਇਹ ਨਿਬੜਦਾ ਨਹੀਂ ਲੱਗਦਾ ਹਾਲੇ। ਸਰ ਨਵਕਿੰਨ ਸਿੰਘ ਜੀ, ਇੱਕ ਇਹ ਵੀ ਦੱਸਿਓ ਕਿ ਕੇਜਰੀਵਾਲ ਹੁਣੀ ਪੰਜਾਬ ਪਹੁੰਚੇ ਹੋਏ ਨੇ ਤੇ ਕਿਹੜੀਆਂ ਗੱਲਾਂ ਹੋ ਰਹੀਆਂ ਨੇ ਤੇ CM ਦਾ ਚਿਹਰਾ ਕੌਣ ਹੋ ਸਕਦਾ? ਜਿਹੜੀ ਮੈਨੂੰ ਅੰਦਰੋਂ ਪਤਾ ਲੱਗਿਆ ਕਿ ਕਿਸਾਨ ਨੇਤਾ ਉਹਦੇ ਨਾਲ ਅੰਦਰੋਂ ਗੱਲਬਾਤ ਚੱਲ ਰਹੀ ਹੈ, ਪਰ ਗੱਲ ਲਗਭਗ ਤੈਅ ਹੈ ਤੇ ਹਾਲੇ ਤੱਕ ਉਹਨਾਂ ਦਾ ਐਲਾਨ ਨਹੀਂ ਹੋ ਰਿਹਾ। ਸੋ ਕੇਜਰੀਵਾਲ ਹੁਣੀ ਕੀ ਕਰ ਰਹੇ ਆ ਜੀ? ਜੀ ਗਿੱਲ ਸਾਹਿਬ, ਵਾਕਈ ਤੁਹਾਡੀ ਗੱਲ ਨਾਲ ਮੈਂ ਵੀ ਸਹਿਮਤ ਹਾਂ ਕਿ ਉਹ ਕਿਸਾਨ ਆਗੂ ਦੇ ਨਾਲ ਗੱਲਬਾਤ ਤਾਂ ਚੱਲ ਰਹੀ ਆ। ਉਹ ਕਿਸਾਨ ਆਗੂ ਚਾਹੁੰਦਾ ਵੀ ਆ ਵੀ ਛੇਤੀ ਦੇ ਕੇ ਦਿੱਲੀ ਮੋਰਚਾ ਨਿਬੜੇ ਤੇ ਮੈਂ ਪੰਜਾਬ ਆ ਕੇ ਬੱਲੇ ਬੱਲੇ ਆ ਜਿਹੜੀ ਉਹ ਕਰਵਾਵਾਂ। ਲੇਕਿਨ ਹੁਣ ਉੱਥੇ ਗੱਲ ਪੰਜਾਬ ਵਾਲਿਆਂ ਦੇ ਇਕੱਲੇ ਹੱਥ ਦੇ ਵਿੱਚ ਨਹੀਂ ਰਹੀ। ਟਕੈਤ ਹੋਰੀ ਹੋਰੂ ਸੋਚਦੇ ਨੇ, ਚੜੂਨੀ ਹੋਰੂ ਸੋਚਦਾ, ਔਰ ਉਹਦੇ ਤੋਂ ਗਿੱਲ ਸਾਹਿਬ ਗੱਲ ਆ ਜਿਹੜੀ ਉਹ ਜ਼ਰੂਰੀ ਨਹੀਂ ਹੈ ਕਿ ਉਹ ਕਿਸਾਨ ਆਗੂ ਦੇ ਘਿਓ 'ਚ ਹੀ ਹੋਣ ਉਂਗਲਾਂ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਹੋਰ ਪਾਸੇ ਵੀ ਜਾ ਸਕਦੀ ਹੈ। ਖੈਰ, ਚਰਨਜੀਤ ਚੰਨੀ ਹੋਰੀ ਅੱਜ ਪੰਜਾਬ ਆਏ, 2 ਦਿਨ ਦੇ ਲਈ ਆਏ ਨੇ ਜੀ। ਇੱਕ ਤਾਂ ਉਹਨਾਂ ਦੇ ਵੱਲੋਂ ਸੌਰੀ ਅਰਵਿੰਦ ਕੇਜਰੀਵਾਲ ਪੰਜਾਬ 2 ਦਿਨ ਦੇ ਦੌਰੇ ਦੇ ਲਈ ਆਏ ਨੇ। ਇੱਕ ਤਾਂ ਉਹਨਾਂ ਦੇ ਵੱਲੋਂ ਅੱਜ ਮੋਗਾ ਦੇ ਵਿੱਚ ਰੈਲੀ ਕੀਤੀ ਗਈ ਔਰ ਉੱਥੇ ਗਿੱਲ ਸਾਹਿਬ ਉਹਨਾਂ ਨੇ ਕਿਹਾ, ਉਹ ਕਹਿੰਦਾ ਵੀ ਮੈਂ ਤਾਂ ਅਸਲੀ ਕੇਜਰੀਵਾਲ ਆ, ਜਿਹੜਾ ਚਰਨਜੀਤ ਚੰਨੀ ਆ ਉਹ ਨਕਲੀ ਕੇਜਰੀਵਾਲ ਬਣਦਾ। ਔਰ ਅਸਲੀ ਨਕਲੀ ਦੀ ਗੱਲ ਵੀ ਆ ਜਿਹੜੀ ਉਹ ਚੱਲ ਪਈ ਆਪਸ ਦੇ ਵਿੱਚ। ਸੋ ਇਹ ਅੱਜ ਉਹਨਾਂ ਨੇ ਇੱਕ ਨਵਾਂ ਐਲਾਨ ਜਿਹੜਾ ਉਹ ਕੀਤਾ ਗਾ ਕਿ ਜੇ ਸਾਡੀ ਸਰਕਾਰ ਬਣਦੀ ਆ ਤਾਂ 18 ਸਾਲ ਤੋਂ ਵੱਧ ਉਮਰ ਦੀਆਂ ਜਿੰਨੀਆਂ ਵੀ ਔਰਤਾਂ ਨੇ ਸਾਰੀਆਂ ਨੂੰ 1000 ਰੁਪਇਆ ਮਹੀਨਾ ਦੇਵਾਂਗੇ, ਅਸੀਂ ਖਾਤਿਆਂ 'ਚ ਪਾਵਾਂਗੇ। ਹੁਣ ਗਿੱਲ ਸਾਹਿਬ ਇੱਥੇ ਗੱਲ ਇਹ ਵੀ ਆ ਵੀ
ਜਿਹੜੀ ਵੀ ਸਰਕਾਰ ਆਉਂਦੀ ਆ, ਕੋਈ ਕਹਿੰਦਾ ਅਸੀਂ ਮੁਫਤ ਬਿਜਲੀ ਦੇਵਾਂਗੇ, ਕੋਈ ਕਹਿੰਦਾ ਅਸੀਂ ਮੁਫਤ ਸਫ਼ਰ ਬੱਸਾਂ 'ਚ ਕਰਾਵਾਂਗੇ, ਕੋਈ ਕਹਿੰਦਾ ਅਸੀਂ ਮੁਫਤ ਤੁਹਾਡੇ ਘਰੇ ਬੈਠਿਆਂ ਦੇ ਪੈਸੇ ਪਾਵਾਂਗੇ। ਤਾਂ ਲੋਕਾਂ ਨੂੰ ਇਹ ਸਮਝਦੇ ਕੀ ਨੇ ਪੰਜਾਬ ਦੇ? ਪੰਜਾਬ ਦੇ ਲੋਕ ਤਾਂ ਕਿਰਤ ਕਰਨ ਵਾਲੇ ਲੋਕ ਨੇ, ਕਿਰਤ ਕਰਕੇ ਆਪਦੇ ਹੱਕ ਦੀ ਕਮਾਈ ਖਾਣ ਵਾਲੇ ਲੋਕ ਸੀ। ਉਹਨਾਂ ਲੋਕਾਂ ਨੂੰ ਇਹਨਾਂ ਨੇ ਆਟੇ ਦਾਲ ਦੀਆਂ ਲਾਈਨਾਂ 'ਚ ਲਾਤਾ। ਔਰ ਕੇਜਰੀਵਾਲ ਸਾਹਿਬ ਜਿਹੜੇ ਕਹਿੰਦੇ ਨੇ ਅਸੀਂ ਰਾਜਨੀਤੀ ਕਰਨੀ, ਰਾਜਨੀਤੀ ਬਦਲਣ ਆਏ ਆ, ਇਹ ਤਾਂ ਮੈਂ ਕਹਿੰਦਾ ਉਸੇ ਰਾਜਨੀਤੀ ਦੇ ਵਿੱਚ ਹੋਰ ਵੱਧ ਧੱਸਦੇ ਜਾ ਰਹੇ ਨੇ। ਸੋ ਬਣਦਾ ਤਾਂ ਇਹ ਹੈ ਨਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ, ਪੰਜਾਬ ਦੇ ਬਜ਼ੁਰਗਾਂ ਨੂੰ ਸਨਮਾਨਯੋਗ ਪੈਨਸ਼ਨਾਂ ਦੇਣ। ਉਹਨਾਂ ਨੇ ਸਾਰੀ ਉਮਰ ਟੈਕਸ ਪੇ ਕੀਤਾ ਇੱਥੇ, ਤਾਂ ਇਹ ਬਣਦਾ। ਲੇਕਿਨ ਇਹ ਹਰੇਕ ਚੀਜ਼ ਜਿਹੜੀ ਮਤਲਬ ਫ੍ਰੀ ਦਾ ਰੌਲਾ ਪਾ ਕੇ ਸਾਡੇ ਲੋਕਾਂ ਨੂੰ ਇਸ ਰੂਪ ਦੇ ਵਿੱਚ ਪਾਸੇ ਧੱਕਣਾ ਚਾਹੁੰਦੇ ਆ। ਅਗਲੀ ਗੱਲ ਗਿੱਲ ਸਾਹਿਬ ਇਹ ਕਿ ਹਰੇਕ ਹੀ ਕਹੀ ਜਾਂਦਾ ਮੈਂ ਆਮ ਆਦਮੀ, ਜਿਹਨੇ ਹਜ਼ਾਰਾਂ ਕਰੋੜ ਦੀ ਪ੍ਰਾਪਰਟੀ ਬਣਾ ਲਈ, ਜਦੋਂ ਤੁਰਦਾ 50-50 ਗੱਡੀਆਂ ਦੇ ਕਾਫਲੇ ਤੁਰਦੇ ਨੇ, 70-70 ਗਨਮੈਨ ਨਾਲ ਤੁਰਦੇ ਨੇ, ਜਵਾਕਾਂ ਨੂੰ ਅੱਡ ਗਨਮੈਨ, ਘਰ ਵਾਲੀ ਅੱਡ ਗਨਮੈਨ, ਉਹ ਵੀ ਕਹੀ ਜਾਂਦੇ ਅਸੀਂ ਆਮ ਆਦਮੀ। ਸੋ ਪੰਜਾਬ 'ਚ ਇੱਕ ਰਵਾਇਤ ਹੀ ਚੱਲ ਪਈ। ਹੁਣ ਉਹਦੇ 'ਚੋਂ ਲੋਕਾਂ ਨੂੰ ਵੀ ਦੇਖਣਾ ਚਾਹੀਦਾ ਵੀ ਆਮ ਆਦਮੀ ਕਿਹੜਾ ਹੈ। ਤੇ ਗੱਲ ਵੀ ਗਿੱਲ ਸਾਹਿਬ ਇਹ ਤੁਸੀਂ ਦੇਖੋ ਕਿਵੇਂ ਕਰਦੇ ਨੇ। ਅੱਜ ਲੁਧਿਆਣਾ ਦੇ ਵਿੱਚ ਪਹਿਲਾਂ ਚਰਨਜੀਤ ਚੰਨੀ ਹੁਰੀ ਜਿਹੜੇ ਉੱਥੋਂ ਦੇ ਆਟੋ ਚਾਲਕ ਨੇ ਉਹਨਾਂ ਕੋਲੇ ਜਾ ਵੜੇ, ਔਰ ਉਹਨਾਂ ਨੇ ਜਾ ਕੇ ਉੱਥੇ ਆਟੋ ਚਾਲਕਾਂ ਦੇ ਨਾਲ ਸਟੈਂਡ ਦੇ ਉੱਤੇ ਬੈਠ ਕੇ ਉੱਥੇ ਕਿਹਾ ਕਿ ਮੈਂ ਤਾਂ ਤੁਹਾਡੀਆਂ ਗੱਲਾਂ ਸੁਣਨ ਆਇਆ। ਆਟੋ ਚਾਲਕ ਹੱਕੇ ਬੱਕੇ ਰਹਿ ਗਏ ਵੀ ਮੁੱਖ ਮੰਤਰੀ ਸਾਡੀਆਂ ਗੱਲਾਂ ਸੁਣਨ ਆਇਆ, ਔਰ ਕਹਿੰਦੇ ਮੈਂ ਤਾਂ ਆਮ ਆਦਮੀ ਆ ਤੁਹਾਡੇ ਵਰਗਾ। ਉਸ ਤੋਂ ਬਾਅਦ ਗਿੱਲ ਸਾਹਿਬ ਕੇਜਰੀਵਾਲ ਸਾਹਿਬ ਜਾ ਵੜੇ ਲੁਧਿਆਣੇ, ਆਟੋ ਚਾਲਕਾਂ ਕੋਲੇ ਉਹ ਜਾ ਵੜੇ, ਤਾਂ ਉੱਥੋਂ ਇੱਕ ਆਟੋ ਚਾਲਕ ਦੇ ਘਰੇ ਡਿਨਰ ਕਰਨ ਚਲੇ ਗਏ। ਔਰ ਅੱਜ ਮੈਂ ਘੰਟਾ ਕੁ ਪਹਿਲਾਂ ਦੇਖ ਕੇ ਹਟਿਆ ਕਿ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਪੰਜਾਬ ਦੇ ਜਿਹੜੇ ਆਗੂ ਨੇ ਹਰਪਾਲ ਸਿੰਘ ਚੀਮਾ, ਇਹ ਸਾਰੇ ਜਿਹੜੇ ਇੱਕ ਘਰੇ ਆਟੋ ਡਰਾਈਵਰ ਦੇ ਡਿਨਰ ਕਰਨ ਲੱਗੇ ਹੋਏ ਨੇ, ਉਦੋਂ ਉੱਥੇ ਸੰਕੇਤ ਦੇ ਰਹੇ ਨੇ ਕਿ ਅਸੀਂ ਆਮ ਆਦਮੀ ਆ। ਸੋ ਗੱਲ ਤਾਂ ਕੁੱਲ ਮਿਲਾ ਕੇ ਹੈ ਨਾ ਕਿ ਲੁਧਿਆਣਾ ਵੱਡਾ ਸੰਤੀ ਸ਼ਹਿਰ ਆ, ਸਭ ਤੋਂ ਵੱਧ ਆਟੋ ਚਾਲਕ ਉੱਥੇ ਨੇ। ਔਰ ਉਹਨਾਂ ਆਟੋ ਚਾਲਕਾਂ ਦੇ ਉੱਤੇ ਹੀ ਅੱਖ ਆ ਜਿਹੜੀ ਉਹ ਚੰਨੀ ਹੋਰਾਂ ਦੀ ਆ, ਉਹਨਾਂ ਦੀ ਕੇਜਰੀਵਾਲ ਹੋਰਾਂ ਦੀ ਆ। ਸੋ ਮਸਲਾ ਤਾਂ ਅਸਲ ਦੇ ਵਿੱਚ ਵੋਟਾਂ ਦਾ। ਵੋਟਾਂ ਦੇ ਇਸ ਮਸਲੇ ਦੇ ਵਿੱਚ ਇਹ ਆਮ ਆਦਮੀ ਬਣਨ ਦੀ ਕੋਸ਼ਿਸ਼ ਹੈ ਜਿਹੜੀ ਉਹ ਕਰ ਰਹੇ ਨੇ, ਲੇਕਿਨ ਆਮ ਆਦਮੀ ਦੀਆਂ ਗੱਲਾਂ, ਆਮ ਆਦਮੀ ਦੇ ਮੁੱਦੇ ਸਮਝ ਨਹੀਂ ਰਹੇ। ਜੀ ਗਿੱਲ ਸਾਹਿਬ, ਰੈਲੀ 'ਚ ਫਿਰ ਲੁਧਿਆਣੇ ਵਾਲੀ 'ਚ ਨਵਜੋਤ ਸਿੱਧੂ ਨੇ ਚਲਾਤਾ ਅਨਾਰ ਫੇਰ। ਜੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਫੇਰ ਆਪਣਾ ਕੰਮ ਆ ਜਿਹੜਾ ਕਰਤਾ। ਚਰਨਜੀਤ ਚੰਨੀ ਵੀ ਉੱਥੇ ਸੀ, ਰਵਨੀਤ ਬਿੱਟੂ ਵੀ ਉੱਥੇ ਸੀ, ਮਨਪ੍ਰੀਤ ਬਾਦਲ ਵੀ ਉੱਥੇ ਸੀ। ਔਰ ਉਸ ਰੈਲੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਫੇਰ ਕਹਿਤਾ, ਕਹਿੰਦਾ ਵੀ ਪਿਛਲੇ ਦਿਨਾਂ 'ਚ ਐਲਾਨ ਤਾਂ ਕਰਤਾ ਚੰਨੀ ਸਾਹਿਬ ਨੇ ਵੀ ਰੇਤਾ ਗਾ ਜਿਹੜਾ ਸਸਤਾ ਮਿਲੂ, ਪਰ ਸਸਤਾ ਮਿਲ ਨਹੀਂ ਰਿਹਾ। ਲੋਕਾਂ ਨੂੰ ਪੁੱਛਿਆ ਵੀ ਦੱਸੋ ਕਿੰਨੇ ਨੂੰ ਮਿਲਦਾ, ਔਰ ਉੱਥੇ ਸਿੱਧੂ ਸਾਹਿਬ ਨੇ ਫੇਰ ਗਿੱਲ ਸਾਹਿਬ ਉਹੀ ਧਮਕੀ ਦੇਤੀ, ਕਹਿੰਦਾ ਵੀ ਮੈਂ ਜੇ ਤੁਹਾਨੂੰ 1000 ਰੁਪਏ ਨੂੰ ਟਰਾਲੀ ਨਾ ਦਵਾਈ ਤਾਂ ਅਸਤੀਫਾ ਫੇਰ ਤਿਆਰ ਆ। ਸੋ ਇਹ ਇੱਕ ਤਾਂ ਅਸਤੀਫਾ ਵੀ ਜੇਬ 'ਚ ਪਾ ਕੇ ਰੱਖਦਾ ਨਵਜੋਤ ਸਿੰਘ ਸਿੱਧੂ। ਦੂਸਰੀ ਗੱਲ ਇਹ ਕਿ ਨਵਜੋਤ ਸਿੰਘ ਸਿੱਧੂ ਜਿਸ ਤਰੀਕੇ ਦੇ ਨਾਲ, ਜਿਸ ਲਹਿਜੇ ਦੇ ਨਾਲ ਗੱਲ ਕਰਦਾ, ਈਵਨ ਚਰਨਜੀਤ ਚੰਨੀ ਹੋਰਾਂ ਦੀ ਹਾਜ਼ਰੀ ਦੇ ਵਿੱਚ ਵੀ, ਤਾਂ ਉਹਦੇ ਤੋਂ ਇਹ ਹੈਗਾ ਕਿ ਨਵਜੋਤ ਸਿੰਘ ਸਿੱਧੂ ਆਪਣੀ ਗੱਲ 'ਚ ਤਾਂ ਚਲੋ ਦਮ ਰੱਖਦਾ, ਲੇਕਿਨ ਸਮਝਦਾ ਕਿਸੇ ਨੂੰ ਕੁਛ ਨਹੀਂ। ਇਹ ਗੱਲ ਵੀ ਜਿਹੜੀ ਆ ਉਹ ਕਾਂਗਰਸ ਸਰਕਾਰ ਨੂੰ ਜਾਂ ਕਾਂਗਰਸ ਹਾਈ ਕਮਾਂਡ ਨੂੰ ਵੀ ਕਾਫੀ ਹੈ ਜਿਹੜੀ ਉਹ ਚੁੱਭ ਰਹੀ ਹੈਗੀ। ਸੋ ਇਹ ਮਸਲੇ ਦੇ ਉੱਤੇ ਲਗਾਤਾਰ ਨਵਜੋਤ ਸਿੰਘ ਸਿੱਧੂ ਚਰਚਾ 'ਚ ਰਹਿੰਦੇ ਨੇ। ਪਿਛਲੇ ਦਿਨੀ ਪਾਕਿਸਤਾਨ ਗਏ, ਉੱਥੇ ਵੀ ਚਰਚਾ ਜਿਹੜੀ ਉਹ ਬਣੀ ਨਵਜੋਤ ਸਿੰਘ ਸਿੱਧੂ ਦੀ, ਹਾਲਾਂਕਿ ਉਹਦੇ 'ਚ ਕੋਈ ਖਾਸ ਵੱਡੀ ਗੱਲ ਨਹੀਂ ਸੀ ਜਿੰਨੀ ਭਾਰਤੀ ਮੀਡੀਆ ਨੇ ਜਾਂ ਵਿਰੋਧੀ ਧਿਰਾਂ ਨੇ ਬਣਾਤੀ ਕਿ ਇਮਰਾਨ ਖਾਨ ਹੋਰਾਂ ਨੂੰ ਵੱਡਾ ਭਾਈ ਇਹਨਾਂ ਨੇ ਕਿਹਾ। ਤਾਂ ਇਹ ਸਾਰੇ ਮਸਲੇ ਦੇ ਵਿੱਚੋਂ ਗਿੱਲ ਸਾਹਿਬ ਇਹ ਹੈਗਾ ਕਿ ਨਵਜੋਤ ਸਿੰਘ ਸਿੱਧੂ ਦੀ ਵੀ ਜਿਹੜੀ ਲੋਕਾਂ ਦੇ ਵਿੱਚ ਛਵੀ ਹੈ ਉਹ ਉਵੇਂ ਦੀ ਉਵੇਂ ਹੀ ਹੈ, ਤਾਂ ਉਹ ਵੱਧ ਰਹੀ ਹੈ ਜਾਣੀ ਕਿ। ਤੇ ਚਰਨਜੀਤ ਚੰਨੀ ਹੋਰਾਂ ਦੀ ਵੱਲੋਂ ਵੀ ਲਗਾਤਾਰ ਜਿਸ ਤਰੀਕੇ ਦੇ ਸਟੈਪ ਅਪਣਾਏ ਜਾ ਰਹੇ ਨੇ, ਜਿਵੇਂ ਦੇ ਐਲਾਨ ਕੀਤੇ ਜਾ ਰਹੇ ਨੇ, ਨੀਂਹ ਪੱਥਰ ਤੇ ਨੀਂਹ ਪੱਥਰ ਰੱਖੇ ਜਾ ਰਹੇ ਨੇ, ਉਹਦੇ 'ਚ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਊ ਕਿ ਦੋਨਾਂ ਦੇ ਵਿੱਚੋਂ ਕਿਹਨੂੰ ਸੀਐਮ ਕੈਂਡੀਡੇਟ ਅਨਾਉਂਸ ਕਰਦੇ ਨੇ। ਤੋ ਜੇ ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਵੀ ਅਸਤੀਫਾ ਤਿਆਰ ਹੀ ਰੱਖੀ ਫਿਰਦੇ ਨੇ। ਜੀ ਰਾਜਾ ਵੜਿੰਗ ਨਿਊ ਦੀਪ ਟਰਾਂਸਪੋਰਟ ਦੇ ਪਿੱਛੇ ਇੰਨਾ ਕਿਉਂ ਪਿਆ ਹੈ? ਕਿਹਦੀ ਟਰਾਂਸਪੋਰਟ ਆ ਭਲਾ? ਜੀ ਗਿੱਲ ਸਾਹਿਬ, ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਲੀਡਰ ਦੀ ਹੈ ਜੀ, ਹਰਦੀਪ ਸਿੰਘ ਢਿੱਲੋਂ ਦੀ, ਡਿੰਪੀ ਢਿੱਲੋਂ ਕਹਿੰਦੇ ਆ ਜਿਹਨੂੰ। ਔਰ ਇਹ ਉੱਥੋਂ
ਆਗੂ ਆ ਜੀ ਸ਼੍ਰੋਮਣੀ ਅਕਾਲੀ ਦਲ ਦਾ ਡੈਂਪੀ ਢਿੱਲੋਂ ਗਿੱਦੜਬਾਹਾ ਤੋਂ, ਔਰ ਗਿੱਦੜਬਾਹਾ ਤੋਂ ਹੀ ਰਾਜਾ ਵੜਿੰਗ ਜਿਹੜਾ ਆਗੂ ਹੈਗਾ। ਸੋ ਇਸ ਕਰਕੇ ਮਸਲਾ ਜਿਹੜਾ ਚੱਲ ਰਿਹਾ ਹੈਗਾ, ਡੈਂਪੀ ਢਿੱਲੋਂ ਦਾ ਕਹਿਣਾ ਇਹ ਹੈਗਾ ਕਿ ਰਾਜਾ ਵੜਿੰਗ ਜਿਹੜਾ ਹੈਗਾ ਉਹ ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਮੇਰੇ ਨਾਲ ਸਿਆਸੀ ਤੌਰ ਦੇ ਉੱਤੇ ਖੁੰਦਕ ਖਾ ਰਿਹਾ ਔਰ ਮੇਰੀਆਂ ਬੱਸਾਂ ਨੂੰ ਫੜ ਰਿਹਾ ਹੈਗਾ। ਦਰਅਸਲ ਮਸਲਾ ਗਿੱਲ ਸਾਹਿਬ ਇਹ ਹੋਇਆ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ COVID-19 ਦੇ ਕਰਕੇ ਬੱਸਾਂ ਬੰਦ ਰਹੀਆਂ, ਉਦੋਂ ਬੱਸਾਂ ਵਾਲਿਆਂ ਨੇ, ਜਿੰਨੇ ਪ੍ਰਾਈਵੇਟ ਟਰਾਂਸਪੋਰਟਰ ਸੀ, ਉਹਨਾਂ ਨੇ ਟੈਕਸ ਨਹੀਂ ਪੇ ਕੀਤਾ ਔਰ ਉਹਦੇ 'ਚ ਉਹਨਾਂ ਦੀ ਸਰਕਾਰ ਨਾਲ ਗੱਲਬਾਤ ਚੱਲ ਰਹੀ ਸੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਹਨਾਂ ਨੂੰ ਇਸ਼ਾਰਾ ਕੀਤਾ ਹੋਇਆ ਸੀ ਕਿ ਤੁਹਾਡਾ ਭਾਈ ਟੈਕਸ ਆ ਜਿਹੜਾ ਅਸੀਂ ਉਹ ਜਾਂ ਮਾਫ਼ ਕਰ ਦਿਆਂਗੇ ਕਹਿ ਲਈਏ, ਜਾਂ ਵੱਟੇ ਖਾਤੇ ਪਾ ਦਿਆਂਗੇ ਕਹਿ ਦਈਏ, ਕੋਈ ਇੱਦਾਂ ਦੀ ਇਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਚੱਲਦੀ ਸੀ। ਕਿਉਂਕਿ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ ਉਹ ਸਿੱਧੇ ਤੌਰ ਦੇ ਉੱਤੇ ਜਿੰਨੇ ਵੀ ਟਰਾਂਸਪੋਰਟਰ ਨੇ ਜਾਂ ਧਨਾੜ ਨੇ ਜਾਂ ਜਿੰਨੇ ਵਪਾਰੀ ਨੇ, ਉਹਨਾਂ ਨੂੰ ਰਾਹਤਾਂ ਦੇ ਐਲਾਨ ਬਹੁਤ ਛੇਤੀ ਕਰਦੀਆਂ ਨੇ। ਲੇਕਿਨ ਉਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਬਣ ਗਿਆ ਔਰ ਇਹਨੇ ਜਿਹੜੀਆਂ ਵੀ ਟਰਾਂਸਪੋਰਟਰਾਂ ਨੇ ਟੈਕਸ ਨਹੀਂ ਪੇ ਕੀਤੇ ਸੀ ਉਹਨਾਂ ਨੂੰ ਫੜਨਾ ਸ਼ੁਰੂ ਕਰਤਾ। ਤਾਂ ਇਹਦੇ ਨਾਲ ਕਾਫੀ ਜ਼ਿਆਦਾ ਚਰਚਾ ਪੰਜਾਬ 'ਚ ਚੱਲੀ। ਪਰ ਹੁਣ ਇਹ ਕਹਿੰਦੇ ਨੇ ਡੈਂਪੀ ਢਿੱਲੋਂ ਹੋਰੀ ਕਿ ਇਹਨੇ ਜਿਹੜੀਆਂ ਬੱਸਾਂ ਫੜੀਆਂ ਉਹ ਸਿਰਫ ਅਕਾਲੀ ਦਲ ਵਾਲਿਆਂ ਦੀਆਂ ਫੜੀਆਂ। ਉਹਦੇ 'ਚੋਂ ਵੀ ਉਹ ਕਹਿੰਦੇ ਕਿ ਜਿਹੜੀਆਂ ਬੱਸਾਂ ਫੜੀਆਂ ਜ਼ਿਆਦਾਤਰ ਉਹ ਗਿੱਦੜਬਾਹਾ ਇਲਾਕੇ ਦੇ ਆਗੂ ਦੀਆਂ ਫੜੀਆਂ ਔਰ ਕਾਂਗਰਸੀਆਂ ਦੀਆਂ ਬੱਸਾਂ ਨਹੀਂ ਫੜੀਆਂ। ਹਾਲਾਂਕਿ ਉਹ ਕਹਿੰਦਾ ਵੀ ਟੈਕਸ ਉਹਨਾਂ ਨੇ ਵੀ ਨਹੀਂ ਪੇ ਕੀਤੇ ਹੋਏ। ਮਸਲਾ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਜਾ ਪਹੁੰਚਿਆ ਔਰ ਹਰਿਆਣਾ ਹਾਈ ਕੋਰਟ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਜਿਹੜੀ ਪਟੀਸ਼ਨ ਦਾਇਰ ਕੀਤੀ ਆ ਉਹ ਨਿਊ ਦੀਪ ਬੱਸ ਸਰਵਿਸ ਦੇ ਭਾਈਵਾਲ ਹਰਦੀਪ ਸਿੰਘ ਢਿੱਲੋਂ ਨੇ ਦਾਇਰ ਕੀਤੀ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾਗਾ ਕਿ ਇਹ ਜਿਹੜੇ ਰੂਟ ਪਰਮਿਟ ਰੱਦ ਕੀਤੇ ਨੇ ਉਹ ਗਲਤ ਕੀਤੇ ਨੇ ਔਰ ਇਹ ਮਸਲਾ ਗਾ ਜਿਹੜਾ ਉਹ ਸਿਆਸੀ ਜੰਗ ਦਾ, ਉਹ ਕਹਿੰਦੇ ਡੈਂਪੀ ਢਿੱਲੋਂ ਤੇ ਰਾਜਾ ਵੜਿੰਗ ਦਾ, ਤੇ ਇਸ ਕਰਕੇ ਇਸ ਮਸਲੇ ਦੇ ਵਿੱਚ ਹੁਣ ਨੋਟਿਸ ਆ ਜਿਹੜਾ ਉਹ ਰਾਜਾ ਵੜਿੰਗ ਹੋਰਾਂ ਨੂੰ ਵੀ ਜਾਰੀ ਹੋ ਗਿਆ ਗਾ। ਤੋ ਦੇਖਦੇ ਆ ਗਿੱਲ ਸਾਹਿਬ ਕਿਸ ਪਾਸੇ ਨੂੰ ਗੱਲ ਜਾਂਦੀ ਹੈ। ਲੇਕਿਨ ਇਹਦੇ 'ਚੋਂ ਉਹਦੇ ਨਾਲ ਵੀ ਵੱਧ ਜ਼ਿਆਦਾ ਜ਼ਰੂਰੀ ਜਿਹੜੀ ਗੱਲ ਹੈਗੀ ਟਰਾਂਸਪੋਰਟ ਵਿਭਾਗ ਦੇ ਵਿੱਚ ਉਹ ਇਹ ਹੈ ਕਿ ਜਿਹੜੇ ਮਲਾਈਦਾਰ ਰੂਟ ਨੇ ਉਹ ਪ੍ਰਾਈਵੇਟ ਟਰਾਂਸਪੋਰਟਰ ਸਾਂਭੀ ਬੈਠੇ ਨੇ, ਖਾਸ ਕਰਕੇ ਬਾਦਲ ਪਰਿਵਾਰ। ਦੂਸਰਾ ਇਹ ਕਿ ਜਿਹੜਾ ਦਿੱਲੀ ਏਅਰਪੋਰਟ ਨੂੰ ਬੱਸਾਂ ਜਾਂਦੀਆਂ ਨੇ ਸਰਕਾਰੀ ਜਾ ਨਹੀਂ ਰਹੀਆਂ, ਪ੍ਰਾਈਵੇਟ ਜਾ ਰਹੀਆਂ ਨੇ ਔਰ ਉਹ ਮੋਟੀ ਕਮਾਈ ਕਰ ਰਹੀਆਂ ਨੇ। ਸੋ ਰੂਟ ਨੇ ਜਿਹੜੇ ਉਹਨਾਂ ਨੂੰ ਦੁਬਾਰੇ ਤੋਂ ਬਣਾਉਣ ਦੀ ਲੋੜ ਹੈ ਔਰ ਜਿਹੜਾ ਇਹ ਟਰਾਂਸਪੋਰਟ ਮਾਫੀਆ ਸਰਗਰਮ ਹੋਇਆ ਉਹਨੂੰ ਹੱਥ ਪਾਉਣ ਦੀ ਜਿਹੜੀ ਉਹ ਲੋੜ ਹੈ, ਲੇਕਿਨ ਉਹ ਨਿਰਪੱਖਤਾ ਨਾਲ ਪਾਉਣ ਦੀ ਲੋੜ ਹੈ। ਉਹ 'ਚ ਕਾਂਗਰਸੀ ਵੀ ਨੇ ਇਸ ਮਾਫੀਏ ਦਾ ਹਿੱਸਾ ਜੀ। ਗਾਗੇ ਲਹਿਰੇ ਕਹਿੰਦੇ ਇੱਕ ਜਵਾਕ ਵੇਚੀ ਜਾਂਦੀ ਸੀ ਇਸਤਰੀ। ਬਿਲਕੁਲ ਜੀ, ਅੱਜ ਉਹਨੂੰ ਗ੍ਰਿਫਤਾਰ ਕੀਤਾ। ਉਹਦੇ ਕੋਲ ਇੱਕ 11-12 ਦਿਨਾਂ ਦਾ ਬੱਚਾ ਵੀ ਜਿਹੜਾ ਬਰਾਮਦ ਕੀਤਾ। ਪਤਾ ਲੱਗਿਆ ਕਿ ਉਹ ਪਹਿਲਾਂ ਵੀ ਬਹੁਤ ਸਾਰੇ ਬੱਚੇ ਨੇ ਜਿਹੜੇ ਉਹ ਵੇਚ ਚੁੱਕੀ ਹੈਗੀ। ਸੋ ਇਹ ਬੜਾ ਗਿੱਲ ਸਾਹਿਬ ਕਾਰੋਬਾਰ ਚੱਲ ਰਿਹਾ ਹੈਗਾ ਅੱਜ ਕੱਲ੍ਹ। ਮਸਲਾ ਬੜਾ ਇਹ ਇਸ ਰੂਪ ਦੇ ਵਿੱਚ ਚੱਲ ਰਿਹਾ ਹੈਗਾ ਕਿ ਬਹੁਤ ਸਾਰੇ ਜਿਹੜੇ ਜੋੜੇ ਨੇ ਉਹਨਾਂ ਦੇ ਬੱਚੇ ਪੈਦਾ ਨਹੀਂ ਹੋ ਰਹੇ ਔਰ ਉਹਦੇ 'ਚੋਂ ਫਿਰ ਗਿੱਲ ਸਾਹਿਬ ਇਹ ਦੋ ਤਰ੍ਹਾਂ ਦਾ ਕੰਮ ਚੱਲਦਾ। ਇੱਕ ਤਾਂ ਜਿਹੜੇ ਕੁਛ ਗਰੀਬ ਵਿਅਕਤੀ ਨੇ ਉਹਨਾਂ ਤੋਂ ਮੁੱਲ ਵੀ ਜਿਹੜੇ ਉਹ ਲੈ ਕੇ ਅੱਗੇ ਦੀ ਅੱਗੇ ਵੇਚੇ ਜਾ ਰਹੇ ਨੇ ਛੋਟੇ ਬੱਚੇ, ਇੱਕ ਅਗਵਾ ਕੀਤੇ ਜਾ ਰਹੇ ਨੇ। ਸੋ ਇਸ ਦੇ ਉੱਤੇ ਸਰਕਾਰ ਨੂੰ ਵੀ ਜਿਹੜਾ ਉਹ ਬਹੁਤ ਮੁਸਤੈਦੀ ਦੀ ਲੋੜ ਹੈਗੀ। ਇਹ ਤੇ ਉੱਤੇ ਚੈੱਕਆਊਟ ਰੱਖਣ ਦੀ ਲੋੜ ਆ। ਲਗਾਤਾਰ ਬੱਚੇ ਚੋਰੀ ਵੀ ਹੋ ਰਹੇ ਨੇ। ਸੋ ਇਹ ਜਿਹੜੇ ਨਿਰਸੰਤਾਨ ਜੋੜੇ ਨੇ ਉਹਨਾਂ ਨੂੰ ਅੱਗੇ ਜਾ ਕੇ ਵੇਚੇ ਜਾ ਰਹੇ ਨੇ। ਇਹ ਤਾਂ ਇਹ ਵੀ ਪਤਾ ਲੱਗਿਆ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕੰਮ ਚੱਲਦਾ ਹੈ, ਕਈ ਮੁਲਕਾਂ ਦੇ ਵਿੱਚ ਬਾਹਰ ਵੀ ਭੇਜੇ ਜਾ ਰਹੇ ਨੇ ਜੀ। ਸੋ ਨਰਿੰਦਰ ਬੀਬਾ ਜੀ ਦਾ ਜੀ ਦੇਹਾਂਤ ਹੋ ਗਿਆ ਜੀ। ਗਿੱਲ ਸਾਹਿਬ ਲੰਬੀ ਹੇਕ ਵਾਲੀ ਗਾਇਕਾ ਦੇ ਤੌਰ ਦੇ ਉੱਤੇ ਮਸ਼ਹੂਰ ਗੁਰਮੀਤ ਬਾਵਾ ਦਾ ਜਿਹੜਾ ਦੇਹਾਂਤ ਆ ਉਹ ਹੋਇਆ। 77 ਸਾਲ ਦੀ ਇਹਨਾਂ ਦੀ ਉਮਰ ਸੀਗੀ। ਹਾਰਟ ਅਟੈਕ ਦੇ ਕਰਕੇ ਇਹਨਾਂ ਦਾ ਦੇਹਾਂਤ ਹੋਇਆ। ਅੰਮ੍ਰਿਤਸਰ ਦੇ ਵਿੱਚ ਇਹਨਾਂ ਦਾ ਅੰਤਿਮ ਸੰਸਕਾਰ ਆ ਜਿਹੜਾ ਕੀਤਾ ਗਿਆ। ਇਹਨੇ ਆਪਦੀ ਸ਼ੁਰੂਆਤ ਇੱਕ ਅਧਿਆਪਕਾ ਵਜੋਂ ਕੀਤੀ ਸੀ, ਲੇਕਿਨ ਉਸ ਤੋਂ ਬਾਅਦ ਨੌਕਰੀ ਛੱਡ ਕੇ ਗਾਇਕੀ ਨੂੰ ਅਪਣਾ ਲਿਆ ਔਰ ਇਹਦੇ ਪਤੀ ਵੀ ਇੱਕ ਗਾਇਕ ਸੀ ਔਰ ਉਹਨਾਂ ਦੇ ਨਾਲ ਰਲ ਕੇ ਇਹਨਾਂ ਨੇ ਗਾਇਆ। ਸੋ ਬਹੁਤ ਧਾਕ ਆ ਜਿਹੜੀ ਉਹ ਜਮਾਈ ਜੀ। ਗਿੱਲ ਸਾਹਿਬ ਧੰਨਵਾਦ ਜੀ, ਤੇ ਕੱਲ ਫੇਰ ਮਿਲਦੇ ਹਾਂ 9:20 ਤੇ। ਸ਼ੁਭ ਸ਼ਾਮਾਂ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸਰਦਾਰ ਨਵਕਿਰਨ ਸਿੰਘ ਪੱਤੀ ਸੇਖਵਾਂ ਬਰਨਾਲਿਓਂ ਗੱਲਬਾਤ ਕਰ ਰਹੇ ਸੀ। ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਆਪਾਂ ਸਾਰਿਆਂ ਨੇ ਮਨਾਇਆ। ਗੁਰੂ ਸਾਹਿਬ ਦੇ ਫਲਸਫੇ, ਗੁਰੂ ਸਾਹਿਬ ਦੀ ਗਵਰਨੈਂਸ, ਗੁਰੂ ਸਾਹਿਬ ਦਾ ਪੰਥ ਜਿਹੜਾ ਚਲਾਇਆ ਨਿਰਮਲ, ਉਹਦੀਆਂ ਗੱਲਾਂ ਹੋਰ ਡੂੰਘੀਆਂ ਹੋਣੀਆਂ ਚਾਹੀਦੀਆਂ ਨੇ। ਡਾਇਲੌਗ ਹੋਣੇ ਚਾਹੀਦੇ ਜਿੱਥੋਂ ਉਹਨਾਂ ਨੇ ਗੱਲ ਕੀਤੀ ਸੀ ਸ਼ੁਰੂ। ਆਪਾਂ ਕੋਸ਼ਿਸ਼ ਕਰਾਂਗੇ ਬੁੱਧਵਾਰ ਨੂੰ ਇਸ ਵਾਰ ਜ਼ਿੰਦਗੀ ਦੇ ਰੰਗ ਸੱਜਣਾ ਦੇ ਵਿੱਚ
ਗੁਰੂ ਸਾਹਿਬ ਦੇ ਫਲਸਫੇ ਦੀ ਉਹ ਗੱਲ ਕਰਨੀ ਹੈ। ਹਰ ਇੱਕ ਗੁਰੂ ਘਰ ਦਾ ਆਪਣਾ ਤਰੀਕਾ ਹੈ ਕੋਈ ਦਿਨ ਮਨਾਉਣ ਦਾ, ਅਤੇ ਸਾਰਿਆਂ ਨੂੰ ਆਪਣੇ ਤੌਰ 'ਤੇ, ਪਰ ਬੇਸਿਕ ਇਹੀ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਪ੍ਰਾਰੰਭ ਹੋ ਕੇ ਭੋਗ ਪੈਂਦੇ ਨੇ, ਬੁਲਾਰੇ ਬੋਲਦੇ ਨੇ, ਅਤੇ ਸੁਨੇਹਾ ਬਹੁਤ ਵਧੀਆ ਜਾਣਾ ਚਾਹੀਦਾ। ਇਹ ਗੁਰਦੁਆਰਾ ਸਾਹਿਬ ਜਿਹੜੇ 188 ਤੇ 168 ਤੇ ਨੇ, ਗੁਰੂ ਗ੍ਰੰਥ ਸਾਹਿਬ ਦਰਬਾਰ ਜਿਨ੍ਹਾਂ ਦਾ, ਜੇ ਮੈਂ ਗਲਤ ਨਹੀਂ, ਬੁਲੰਦਪੁਰੀ ਗੁਰਦੁਆਰਾ ਸਾਹਿਬ ਜਿੱਥੇ ਕਹਿੰਦੇ ਗੋਬਿੰਦ ਸਰਵਰ ਸਕੂਲ ਹੈ, ਉਹਨਾਂ ਨੇ ਨਾ ਕੱਲ੍ਹ ਇੱਕ ਬਹੁਤ ਮਾਰਕੇ ਵਾਲਾ ਕੰਮ ਕੀਤਾ ਕਿ ਸਾਰੇ ਫੇਥ ਦੇ, ਸਾਰੇ ਧਰਮਾਂ ਦੇ ਪ੍ਰਚਾਰਕ ਉੱਥੇ ਇਕੱਠੇ ਕੀਤੇ। ਜਿੱਥੇ ਸਿੱਖ ਧਰਮ ਵੱਲੋਂ ਜਿਹੜੇ ਨੇ ਪ੍ਰਚਾਰਕ ਗਏ, ਰਾਜਨੀਤਿਕ ਬੰਦੇ ਸਾਰੇ ਆਏ, ਮੈਂਬਰ ਪਾਰਲੀਮੈਂਟ, MLA ਅਤੇ ਮੇਅਰ ਡਗ ਮਕੱਲਮ, ਕੌਂਸਲਰ ਮਨਦੀਪ ਨਾਗਰਾ, ਕੌਂਸਲਰ ਡਾਕਟਰ ਐਲੀਸਨ, ਲੌਰੀ ਗੋਇਰਾ, ਉਹ ਪਹੁੰਚੇ ਹੋਏ ਸੀ, ਅਤੇ MLA NDP ਦੇ ਸਰਦਾਰ ਜਗਰੂਪ ਸਿੰਘ ਬਰਾੜ ਅਤੇ ਜਿੰਨੀ ਸਿਮਸ, ਮਿਸਟਰ ਸਟਾਰ ਚੱਕ ਅਤੇ ਹੈਰੀ ਬੈਂਸ ਅਤੇ ਰਚਨਾ ਸਿੰਘ ਪਹੁੰਚੇ ਹੋਏ ਸੀ। MP ਸੁਖ ਧਾਲੀਵਾਲ ਆਏ ਹੋਏ ਸੀ, ਅਤੇ ਕਮਿਊਨਿਟੀ ਲੀਡਰ ਸਰਦਾਰ ਸਰਬਜੀਤ ਸਿੰਘ ਬੈਂਸ ਪਹੁੰਚੇ ਹੋਏ ਸੀ। ਅਤੇ ਜਿੱਥੇ ਅਹਿਮਦੀਆ ਜਮਾਤ ਦੇ ਵਿੱਚੋਂ ਸਾਡੇ ਮੁਸਲਿਮ ਵੀਰ ਪ੍ਰਚਾਰਕ ਅਤੇ ਸਰੀ ਮੰਦਰ ਦੇ ਵਿੱਚੋਂ ਬਿਨੇ ਜੀ ਅਤੇ ਸਤੀਸ਼ ਹੋਰੀ ਅਤੇ ਐਬਸਫੋਰਡ ਮੰਦਰ ਤੋਂ ਪੁਜਾਰੀ ਜੀ ਆਏ ਹੋਏ ਸੀ, ਅਤੇ ਸਾਰਿਆਂ ਨੇ ਬੁੱਧ ਮੰਦਰ ਦੇ ਨੇਪਾਲੀ ਕਮਿਊਨਿਟੀ ਦੇ ਵੀ ਰਿਪਰਜੈਂਟੇਟਿਵ ਆਏ। ਬਹੁਤ ਵਧੀਆ ਇੱਕ ਉਪਰਾਲਾ ਜਿਹੜਾ ਕੀਤਾ ਸੀ, ਜਿਹਦੇ ਵਿੱਚ ਸਾਰਿਆਂ ਨੇ ਆਪਣੇ ਤੌਰ 'ਤੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਗੱਲ ਕੀਤੀ। ਬਹੁਤ ਵੈਲ ਔਰਗੇਨਾਈਜ਼ਡ ਇੱਕ ਡਾਇਲੋਗ ਦੀ ਜਗ੍ਹਾ ਇੱਕ ਸਿੰਪੋਜ਼ੀਅਮ ਸੀ, ਜਿਹਨੂੰ ਇੰਨਾ ਕੁ ਵਧੀਆ ਢੰਗ ਦੇ ਨਾਲ ਉਹਨਾਂ ਨੇ ਔਰਗੇਨਾਈਜ਼ ਕੀਤਾ ਹੋਇਆ ਸੀ। ਅਤੇ ਇੱਕ ਦੂਸਰੀ ਵਾਰ ਮੇਰਾ ਖਿਆਲ ਮੈਂ ਗੁਰਦੁਆਰਾ ਸਾਹਿਬ ਇਸ 'ਚ ਗਿਆ, ਇੱਕ ਉੱਥੇ ਜਿਹੜੀ ਭਾਵਨਾ ਸੇਵਾ ਦੀ ਹੈ ਨਾ, ਜਿਹੜੀ ਇੱਕ ਭਾਵਨਾ ਜਿਹੜੀ ਜਥੇਦਾਰੀ ਦੇ ਗਰਦਨ 'ਚ ਕੀਲੇ ਵਾਲੀ ਕੱਢੀ ਹੋਈ ਆ, ਉਹ ਬਹੁਤ ਵੱਡੀ ਗੱਲ ਹੈ। ਬਹੁਤ ਹੰਬਲ ਅਤੇ ਬਹੁਤ ਨਿਮਰਤਾ ਵਾਲਾ ਇੱਕ ਮਾਹੌਲ ਆ। ਜਿੰਨੇ ਸੇਵਕ ਵੀ, ਸੇਵਾਦਾਰ ਵੀ ਖੜ੍ਹੇ ਆ ਅਤੇ ਜਿੰਨੇ ਪ੍ਰਬੰਧਕ ਵੀ ਨੇ, ਕੋਈ ਮੁੱਖ ਸੇਵਾਦਾਰ ਨਹੀਂ ਕਹਾ ਦਿੰਦਾ, ਕੋਈ ਦੱਸਦਾ ਨਹੀਂ। ਅਤੇ ਉਹ ਇੱਕ ਯਾਦ ਰੱਖਿਓ 5-4 ਸਾਲਾਂ ਦੇ ਵਿੱਚ ਸਰੀ ਦਾ ਬਹੁਤ ਵੱਡਾ ਇੱਕ ਜਿਹੜਾ ਵਿੱਦਿਆ ਦਾ ਇੱਕ ਇੰਸਟੀਟਿਊਟ ਉੱਥੇ ਬਣ ਜਾ ਰਿਹਾ। ਜ਼ਮੀਨ ਉਹਨਾਂ ਨੇ ਇਕੱਠੀ ਕਰ ਲਈ ਆ, ਅਤੇ ਉੱਥੇ ਯੂਨੀਵਰਸਿਟੀ ਕਦੇ ਬਣੇਗੀ ਗੋਬਿੰਦ ਸਰਵਰ ਨਾਂ 'ਤੇ। ਇਹ ਤੁਸੀਂ ਇੱਥੇ ਹੀ ਹੋ। ਸਕੂਲ ਬਹੁਤ ਵਧੀਆ ਚੱਲ ਰਿਹਾ, ਡਾਕਟਰ ਰਿਸ਼ੀ ਸਿੰਘ ਉਹਦੇ ਪ੍ਰਿੰਸੀਪਲ ਨੇ, ਬਹੁਤ ਲਰਨਡ ਜਿਹੜੇ ਨੇ ਉਹ ਐਜੂਕੇਸ਼ਨਿਸਟ ਨੇ, ਅਤੇ ਬੜੇ ਵਧੀਆ ਇਨਸਾਨ ਨੇ। ਉੱਥੇ ਜਾ ਕੇ ਹਰ ਇੱਕ ਆਪਾਂ ਆਪਣਾ ਇਹ ਉਹ ਨਹੀਂ ਹੈ ਵੀ ਸਾਡੇ ਅਸੀਂ ਗੁਰਦੁਆਰੇ ਵੰਡੇ ਹੋਏ ਨੇ, ਮਤਲਬ ਇੱਕ ਜਗ੍ਹਾ ਤੁਸੀਂ ਜਾਣਾ ਸ਼ੁਰੂ ਕਰਦੇ ਹੋ, ਉੱਥੇ ਹੀ ਤੁਸੀਂ ਜਾਂਦੇ ਹੋ, ਅਤੇ ਕੁਛ ਏਰੀਏ ਦੀ ਉੱਥੇ ਸੰਗਤ ਜਿਹੜੀ ਉੱਥੇ ਚਲੀ ਜਾਂਦੀ ਹੈ। ਪਰ ਇੱਕ ਜਿਹੜੀ ਉੱਥੇ ਭਾਵਨਾ ਜਿਹੜੀ ਹੈ ਨਾ, ਇੱਕ ਸੇਵਾ ਦੀ ਅਤੇ ਹੰਬਲਨੈਸ ਦੀ, ਉਹਨੂੰ ਬਾਕੀ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਉੱਥੇ ਨਿਗਾਹ ਜ਼ਰੂਰ ਮਾਰਨੀ ਚਾਹੀਦੀ ਹੈ। ਪਹਿਲੀ ਤਾਂ ਗੱਲ ਡਿਫਰੈਂਸ ਜੇ ਨਹੀਂ ਚਾਹੀਦਾ, ਜਾਂ ਗੁਰੂ ਸਾਹਿਬ ਸੁਸ਼ੋਭਿਤ ਨੇ ਤਾਂ ਅਸੀਂ ਸਾਰੇ ਉਹਨਾਂ ਦੇ ਫੋਲੋਅਰ ਆ। ਜਿੱਥੇ ਵੀ ਤੁਸੀਂ ਜਾਂਦੇ ਹੋ, ਕਿਸੇ ਨੂੰ ਨੀਵਾਂ ਨਹੀਂ ਦਿਖਾਉਣ ਦੀ। ਸਭ ਤੋਂ ਵੱਡਾ ਸਾਹਿਬ ਨੇ ਜਿਹੜੀ ਇਹ ਗੱਲ ਕੀਤੀ ਆ ਵੀ ਕਦੇ ਵੀ ਕਿਸੇ ਦੀ ਨਿੰਦਾ ਨਹੀਂ ਤੁਸੀਂ ਕਰਨੀ, ਜਾਂ ਨਿੰਦਾ ਕਰਨੀ ਹੈ ਉਹ ਬਰਬਾਦੀ ਦਾ ਕਾਰਨ ਹੈ। ਥੱਲੇ ਨੂੰ ਨਹੀਂ ਝਾਕਣਾ ਹੈ, ਕਿਸੇ ਵੱਲ ਨੂੰ ਨਹੀਂ ਝਾਕਣਾ। ਉਹਨਾਂ ਦਾ ਇਹ ਜਿਹੜਾ ਕੱਲ੍ਹ ਦਾ ਇੱਕ ਗੈਦਰਿੰਗ ਸੀ, ਜਿਹਦੇ ਵਿੱਚ ਨਾ ਇੱਕ ਬਹੁਤ ਵਧੀਆ ਜਿਹੜਾ ਸੰਦੇਸ਼ ਉੱਥੋਂ ਮਿਲਿਆ, ਅਤੇ ਸਾਰਿਆਂ ਨੇ ਬਹੁਤ ਹੀ ਵਧੀਆ ਗੱਲਾਂ ਕੀਤੀਆਂ। ਸ਼ੇਰੇ ਪੰਜਾਬ ਵੱਲੋਂ ਮੈਨੂੰ ਉਹਨਾਂ ਨੇ ਸੱਦਾ ਪੱਤਰ ਦਿੱਤਾ ਸੀ, ਮੈਂ ਪਹੁੰਚਿਆ, ਪਰ ਜਿੰਨਾ ਜਾ ਕੇ ਉੱਥੇ ਵਧੀਆ ਲੱਗਦਾ ਸਦਾ ਹੀ, ਤਾਂ ਉਹਨੂੰ ਦੱਸਣਾ ਬੜਾ ਔਖਾ। ਹਰ ਇੱਕ ਕੱਲੇ ਜਿਹੜਾ ਸੰਗਤ 'ਤੇ ਨਿਗਾਹ ਵੀ ਕੋਈ ਪ੍ਰਸ਼ਾਦੇ ਬਿਨਾਂ ਨਾ ਚਲੇ ਜਾਵੇ, ਹਰ ਇੱਕ ਨੂੰ ਸਤਿਕਾਰ। ਇਹ ਉਹ ਨਹੀਂ ਵੀ ਵੱਡੇ ਛੋਟੇ ਵਾਲੀ ਨਹੀਂ ਗੱਲ। ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਸਭ ਬਰਾਬਰ ਨੇ। ਉਹ ਬਹੁਤ ਵਧੀਆ ਜਿਹੜਾ ਇੱਕ ਉਹਨਾਂ ਦਾ ਉਪਰਾਲਾ ਸੀ। ਇਸ ਤਰ੍ਹਾਂ ਦੇ ਹੀ ਉਪਰਾਲੇ ਹੋਣੇ ਚਾਹੀਦੇ। ਦੂਜੇ ਫੇਥ ਦੇ ਬੰਦੇ ਵੀ ਆਉਣੇ ਚਾਹੀਦੇ ਨੇ ਤੁਹਾਡੀ ਗੈਦਰਿੰਗ ਦੇ ਵਿੱਚ, ਅਤੇ ਤੁਸੀਂ ਉੱਥੇ ਜ਼ਰੂਰ ਆਪਣੇ ਤੌਰ 'ਤੇ ਦੱਸੋ।
ਸਮਾਂ ਥੋੜ੍ਹਾ ਜਿਹਾ ਸੀਮਤ ਹੁੰਦਾ ਕਿਉਂਕਿ ਬੁਲਾਰੇ ਬਹੁਤ ਨੇ, ਨਹੀਂ ਤਾਂ ਸਾਹਿਬ ਦੇ ਫਲਸਫੇ 'ਤੇ ਖੁੱਲ੍ਹ ਕੇ ਗੱਲ ਹੋਣੀ ਚਾਹੀਦੀ ਹੈ। ਉਹਨਾਂ ਦੀ ਬਾਣੀ ਦੇ ਵਿੱਚ, ਸਾਡੇ ਚਾਰਟਰ ਦੇ ਵਿੱਚ, ਸਾਡੇ ਜਾਗਤ ਜੋਤ ਚਬਰ ਤਖਤ ਦੇ ਮਾਲਕ ਗੁਰੂ ਸਾਹਿਬ ਦੇ ਵਿੱਚ ਜਿਹੜੀ ਬਾਣੀ ਗੁਰੂ ਸਾਹਿਬ ਦੀ ਦਰਜ ਹੈ, ਅਤੇ ਉਹ ਭਾਈ ਗੁਰਦਾਸ ਦੀਆਂ 12 ਸੱਤਾਂ ਬਲਵੰਡ ਹੋਣੀ ਜਿਹੜੇ ਨੇ ਉਹ ਕੀ ਕਹਿ ਕੇ ਗਏ ਨੇ, ਨਾਨਕ ਰਾਜ ਚਲਾਇਆ, ਉਹ ਕਿਹੜਾ ਰਾਜ ਚਲਾਇਆ ਸੀ? ਸਚਕੋਟ ਸਤਾਣੀ ਨੀਂਵ ਦੇ, ਇਹੋ ਜਿਹੀ ਗਵਰਨੈਂਸ ਜਿਹੜੀ ਮਤਲਬ ਜਿਹਦਾ ਮੁੱਲ ਕੋਈ ਨਹੀਂ। ਮਤਲਬ ਕੱਲ੍ਹ ਕੁਛ ਸਮੇਂ ਦੀ ਘਾਟ ਸੀ, ਨਹੀਂ ਮੇਰਾ ਮਨ ਬਹੁਤ ਵਲਵਲੇ ਸੀ ਵੀ ਸੁਨੇਹਾ ਦਿੱਤਾ ਜਾਂਦਾ ਸਵਾਰ ਕੇ 12-15 ਮਿੰਟ ਦੇ ਬੋਲਣ ਦਾ ਸਮਾਂ ਸੀ, ਪਰ ਮੈਂ ਨਿੱਜੀ ਤੌਰ 'ਤੇ ਕਿਹਾ ਕੁਛ ਨਹੀਂ। ਉਹਨਾਂ ਨੇ ਵੀ ਪਿੱਛੇ ਲਾਈਨ 'ਤੇ 2 ਵਜੇ MLA ਕਹਿੰਦੇ ਅਸੀਂ ਫੈਰੀ ਚੜ੍ਹਨਾ ਛੇਤੀ। ਅਦਰਵਾਈਜ਼ ਤਾਂ ਜਿਹੜਾ ਸਾਹਿਬ ਦੇ ਫਲਸਫੇ ਦੀ ਗੱਲ ਜਿਹੜੀ ਆ ਬਹੁਤ ਜ਼ਰੂਰੀ ਹੈ। ਬੜਾ ਦਿਲ ਨੂੰ ਜਾ ਕੇ ਜਿਹੜਾ ਸਾਹਿਬ ਦੇ ਦਰਬਾਰ ਦੇ ਵਿੱਚ ਆਨੰਦ ਹੋਣਾ ਚਾਹੀਦਾ ਹੈ, ਉੱਥੇ ਜਾ ਕੇ ਜ਼ਰੂਰ ਇਹ ਮਹਿਸੂਸ ਹੁੰਦਾ। ਉਹਨਾਂ ਦੀ ਜਿਹੜੀ ਸੇਵਾਦਾਰਾਂ ਦੀ ਜਿਹੜੀ ਇੱਕ ਉਹਨਾਂ ਦੀ ਮਨ ਦੀ ਤਾਂਘ ਹੈ, ਬੱਲੇ ਬੱਲੇ ਹੈ। ਸੋ ਸਾਰਿਆਂ ਨੂੰ, ਆਪਾਂ ਨੂੰ ਜਿੱਥੇ ਵੀ ਗੁਰੂ ਘਰ 'ਚ ਆਪਾਂ ਜਾਂਦੇ ਹਾਂ, ਸੇਵਾਦਾਰ ਉਹ ਚਾਹੀਦੇ ਨੇ ਜਿਹੜੇ ਦੂਣੀ ਨਿਮਰਤਾ ਵਾਲੇ ਹੋਣ। ਇਉਂ ਨਾ ਝਾਕਣ ਵੀ ਮੈਂ ਖੜਾ, ਤੂੰ ਮੇਰੇ ਕੋਲ ਤੁਰ ਕੇ ਆ ਕੇ ਫਤਿਹ ਬੁਲਾ। ਨਹੀਂ, ਸੇਵਾਦਾਰ ਨੂੰ ਜਾਣਾ ਚਾਹੀਦਾ ਜਿਹਦੇ ਮੋਢਿਆਂ 'ਤੇ ਜ਼ਿੰਮੇਵਾਰੀ ਆ ਵੀ ਆਓ ਜੀ ਬੈਠੋ, ਦੱਸੋ ਕੀ ਕਰੀਏ, ਫੇਰ ਆਨੰਦ ਆਉਂਦਾ। ਸੋ ਧੰਨਵਾਦ ਫੇਰ ਗੁਰਦੁਆਰਾ ਸਾਹਿਬ 'ਤੇ ਜਿਹੜਾ ਗੋਬਿੰਦ ਸਰਵਰ ਇੰਸਟੀਟਿਊਟ ਹੈ, ਮੇਰੇ ਦਿਲ ਦੀ ਇਹ ਮੰਗ ਆ ਕਿ ਉੱਥੇ ਸਾਡੀ ਸਿੱਖਾਂ ਦੀ ਯੂਨੀਵਰਸਿਟੀ ਬਣੇ ਕਦੇ 5-4 ਸਾਲਾਂ 'ਚ। ਜਿਉਂ ਹੀ ਪਿਛਲੇ ਮੰਗਲਵਾਰ ਦੀ ਆਪਾਂ ਔਰਗੇਨਾਈਜ਼ ਕੀਤਾ ਲੰਗਰ ਦੀ ਸੇਵਾ ਹੋਪ ਦੇ ਵਿੱਚ, ਮੈਨਿੰਗ ਪਾਰਕ ਦੇ ਵਿੱਚ, ਅਤੇ ਫਿਰ ਪ੍ਰਿੰਸਟਨ ਦੇ ਵਿੱਚ ਸਾਡੇ ਵੀਰ ਜਿਹੜੇ ਨੇ ਅਸੋਇਸ ਅਤੇ ਓਲੀਵਰ ਤੋਂ, ਉਹਨਾਂ ਨੇ ਸੇਵਾ ਕੀਤੀ। ਅਤੇ ਇੱਥੋਂ ਆਪਾਂ ਔਰਗੇਨਾਈਜ਼ ਕੀਤਾ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਸਰੀ ਦੇ ਰਾਹੀਂ, ਅਤੇ ਨਾਲ ਆਪਣੇ ਸਾਡੀ ਸਾਰੀ ਟੀਮ ਜਿਹੜੀ ਐਬਸਫੋਰਡ ਦੀ ਅਤੇ ਲਾਲੀ ਫਾਰਮ ਵਾਲਿਆਂ ਦਾ ਧੰਨਵਾਦ ਜਿਨ੍ਹਾਂ ਨੇ ਚੌਪਰ ਦਿੱਤਾ। ਇਸ ਸਾਰੇ ਦੇ ਵਿੱਚ ਇੱਕ, ਜੇ ਅਸੀਂ ਕਹੀਏ ਇੱਕ ਵਾਰ ਰੂਮ ਵਾਂਗੂ ਇੱਕ ਬੇਸ ਬਣਾ ਕੇ ਆਫਿਸ ਜਿਹੜਾ ਸਾਰਾ ਬਹੁਤ ਮਿਹਨਤ ਕੀਤੀ, ਉਹ ਸਰਦਾਰਨੀ ਰੁਪਿੰਦਰ ਕੌਰ ਨੇ ਬਹੁਤ ਕੰਮ ਕੀਤਾ। ਉਹਨਾਂ ਨੂੰ ਆਪਾਂ ਰੂਪ ਕੌਰ ਕਰਕੇ ਵੀ ਜਾਣਦੇ ਹਾਂ। ਉਹਨਾਂ ਨੇ ਇਸ ਨੂੰ ਆਰਗੇਨਾਈਜ਼ ਕਰਵਾਇਆ ਸਾਰੇ ਪਾਸੇ। ਗੱਲ ਇੱਕ ਫੋਨ ਜਿਹੜਾ ਸਰੀ ਗੁਰੂ ਘਰ, ਦੂਜਾ ਆਪਣੇ ਮਨਵੀਰ ਉਹਨਾਂ ਨਾਲ, ਜਗਦੀਪ ਨਾਲ ਅਤੇ ਵਿਕਟੋਰੀਆ, ਅਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਕ ਜਗ੍ਹਾ ਸਟੇਸ਼ਨ ਰਹੋ, ਆਪਸ ਵਿੱਚ ਕਮਿਊਨੀਕੇਟ ਹੋਏਗੀ ਅਤੇ ਤੁਸੀਂ ਫੋਨਾਂ 'ਤੇ ਜਿਹੜਾ ਇਸ ਨੂੰ ਆਰਗੇਨਾਈਜ਼ ਕਰਨਾ। ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਕੀਤਾ। ਅਤੇ ਇਸ ਫੂਡ ਡਰਾਈਵ ਜਿਹੜੀ ਹਾਲੇ ਵੀ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ 'ਚ ਚੱਲ ਰਹੀ ਹੈ, ਖਾਣਾ ਆਪਾਂ ਇਕੱਠਾ ਕਰਨਾ ਬਹੁਤ ਜ਼ਰੂਰਤ ਹੈ। ਹਾਲੇ ਤਾਂ ਇਸ ਦੇ ਬਹੁਤ ਹਾਲੇ ਹੋਰ ਸਮਾਂ ਆਪਾਂ ਨੂੰ ਲੱਗਣਾ ਹੈ। ਐਬਸਫੋਰਡ ਦੇ ਵਿੱਚ ਜਾਂ ਸਾਡੀ ਐਬੋਰੀਜਨਲ ਜਿਹੜੇ ਮੂਲ ਵਾਸੀ ਨੇ, ਉਹ ਛੋਟੀਆਂ ਕਮਿਊਨਿਟੀਆਂ ਨੇ ਜਿਹੜੀਆਂ ਕੱਟ ਆਫ ਹੋ ਗਈਆਂ, ਉੱਥੇ ਤੱਕ ਅਸੀਂ ਪਹੁੰਚਾਉਣਾ ਹੈ। ਸੋ ਇੱਕ ਤਾਂ ਫੂਡ ਡਰਾਈਵ ਜਿਹੜੀ ਚੱਲ ਰਹੀ ਹੈ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਸਰੀ ਡੈਲਟਾ, ਸਾਰਿਆਂ ਨੂੰ ਬੇਨਤੀ ਹੈ ਕਿ ਉੱਥੇ ਜ਼ਰੂਰ ਆਪਣੇ ਵੱਲੋਂ ਲੰਗਰ ਜਿਹੜਾ ਜਿੰਨਾ ਵੀ ਸਮਾਨ ਆਪਾਂ ਭੇਜ ਸਕਦੇ ਹਾਂ ਭੇਜੋ, ਜਿਹੜੀਆਂ ਕੋਈ ਵੀ ਚੀਜ਼ ਆਪਾਂ ਸ਼ਿਪ ਕਰ ਸਕਦੇ ਹਾਂ। ਅਤੇ ਇੱਕ ਹੁਣ ਰੁਪਿੰਦਰ ਕੌਰ ਮੇਰੇ ਨਾਲ ਨੇ, ਉਹਨਾਂ ਨੇ ਪਿਛਲੇ 3-4 ਦਿਨਾਂ ਦੇ ਵਿੱਚ ਇੱਕ ਹੋਰ ਜਿਹੜੀ ਇਹ ਜਿਹੜੇ ਐਬੋਰੀਜਨਲ ਪੀਰਾਂ ਆਪਣੀ ਕਮਿਊਨਿਟੀ ਤੱਕ ਜਿਹੜਾ ਖਾਣਾ ਪਹੁੰਚਦਾ ਕੀਤਾ, ਉਹਨਾਂ ਦੀ ਵੀ ਉਹ ਗੱਲ ਕਰਨੀ ਚਾਹੁੰਦੇ ਨੇ ਕਿ, ਅਤੇ ਨਾਲ ਉਹ ਸੁਨੇਹਾ ਦੇਣਾ ਚਾਹੁੰਦੇ ਨੇ ਨਾਲ ਹੋਰ ਬੀਬੀਆਂ ਭੈਣਾਂ ਨੂੰ ਕਿ ਉਹ ਨਾਲ ਹੋਣ। ਬਾਕੀ ਕੰਮਾਂ ਦੇ ਵਿੱਚ ਅਸੀਂ ਪੋਲੀਟੀਕਲ ਅਰੀਨਾ ਦੇ ਵਿੱਚ ਜਾਂ ਸੱਭਿਆਚਾਰਕ ਪਿੜਾਂ ਦੇ ਵਿੱਚ ਸਾਡਾ ਇਕੱਠ ਬੀਬੀਆਂ ਦਾ ਹੋ ਜਾਂਦਾ, ਪਰ ਅਜਿਹੇ ਕੰਮਾਂ ਦੇ ਵਿੱਚ ਉਹ ਘੱਟ ਅੱਗੇ ਆਉਂਦੀਆਂ ਨੇ। ਇਹਦੇ 'ਚ ਵੀ ਲੀਡਿੰਗ ਰੋਲ ਉਹਨਾਂ ਨੂੰ ਦੇਣਾ ਚਾਹੀਦਾ। ਰੁਪਿੰਦਰ ਕੌਰ ਜੀ, ਸਵਾਗਤ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਹਰਜੀਤ ਗਿੱਲ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਲਵੇਜ਼ ਮੈਨੂੰ ਬਹੁਤ ਸਪੋਰਟ ਕਰਦੇ ਆ, ਤੇ ਸ਼ੇਰੇ ਪੰਜਾਬ ਰੇਡੀਓ ਦਾ ਵੀ ਬਹੁਤ ਬਹੁਤ ਧੰਨਵਾਦ, ਤੇ ਜਿਹੜੇ ਇੱਕ ਚੰਗੇ ਕਾਜ਼ ਨੂੰ ਹਮੇਸ਼ਾ ਹੁਲਾਰਾ ਦਿੰਦੇ ਨੇ। ਅੱਛਾ ਜੀ, ਹੁਣ ਜਿਹੜੀ ਨੈਕਸਟ ਆਪਣੀ ਪਹਿਲੀ ਤਾਂ ਇਹ ਗੱਲ ਹੋ ਗਈ, ਆਪਾਂ ਉਸ ਨੂੰ ਰੈਪ ਅਪ ਕਰਤਾ, ਅਤੇ ਮੈਨਿੰਗ ਪਾਰਕ ਦੇ ਵਿੱਚੋਂ ਨੰਬਰ 3 ਤੋਂ ਵਾਪਸ
ਕਲੋਨਾ ਵੱਲ ਨੂੰ ਤੇ SOS ਵੱਲ ਨੂੰ ਸਾਡੇ ਡਰਾਈਵਰ ਚਲੇ ਗਏ, ਹੁਣ ਕੋਈ ਕਿਤੇ ਫਸਿਆ ਨਹੀਂ ਹੋਇਆ, ਤੇ ਇੱਧਰੋਂ ਹੋਪ ਤੋਂ ਜਿਹੜੇ ਨੇ ਸਾਰੇ ਲੋਕ ਘਰੇ ਆ ਗਏ। ਹੁਣ ਜਿਹੜੀ ਨੈਕਸਟ ਡੇ ਦਾ ਫੇਜ਼ ਚੱਲ ਰਿਹਾ, ਹੁਣ ਕੀ ਕਰ ਰਹੇ ਹੋ? ਹਾਂਜੀ, ਜਿਹੜਾ ਨੈਕਸਟ ਫੇਜ਼ ਚੱਲ ਰਿਹਾ ਆਪਣਾ, ਜਿਹੜੇ ਫਰਸਟ ਨੇਸ਼ਨ ਲੋਕੀ ਨੇ ਉਹਨਾਂ ਤੱਕ ਖਾਣਾ ਹਜੇ ਤੱਕ ਪਹੁੰਚਿਆ ਨਹੀਂ ਸੀ। ਅਸੀਂ ਆਹ ਵੀਕਐਂਡ ਤੇ ਉਹਨਾਂ ਤੱਕ ਖਾਣਾ ਪਹੁੰਚਾਇਆ। ਉਹਨਾਂ ਲਈ ਐਕਚੁਅਲੀ ਹੈਲੀਕਾਪਟਰ ਰਾਈਵ ਨਹੀਂ ਸੀ ਖਾਣਾ ਜਾ ਸਕਦਾ ਉਦੋਂ। ਇੱਥੋਂ ਪਲੇਨ ਗਏ ਆ ਲੈਂਗਲੀ ਤੋਂ, ਅਸੀਂ ਮੇਰਾ ਖਿਆਲ 5-6 ਉਹਨਾਂ ਨੇ ਚੱਕਰ ਲਾਏ ਆ, ਤੇ ਉੱਥੋਂ ਫਿਰ ਉਹ ਪਾਣੀ ਤੋਂ ਬੋਟ ਜਾਂਦੇ ਨੇ, ਸਾਸਕਾ ਹੈਗਾ ਸ਼ਹਿਰ ਦਾ ਨਾਂ, ਤੇ ਉਹਦੇ ਵਿੱਚ ਉਹ ਖਾਣਾ ਲੈ ਕੇ ਜਾ ਰਹੇ ਨੇ। ਅੱਜ ਵੀ ਮੇਰਾ ਖਿਆਲ ਸ਼ਾਇਦ ਅਸੀਂ ਉੱਥੇ ਫੂਡ ਹੋਰ ਛੱਡ ਕੇ ਆਣਾ। ਤੇ ਨਿੱਕੇ ਨਿੱਕੇ ਸ਼ਹਿਰ ਹੈਗੇ ਨੇ ਜਿੱਥੇ ਉਹਨਾਂ ਦੇ ਕੋਲ ਖਾਣਾ ਨਹੀਂ ਪਹੁੰਚ ਰਿਹਾ। ਆਪਾਂ ਨੂੰ ਜਿੱਦਾਂ ਥੋੜੇ ਬਹੁਤੇ ਹੀ ਟਾਊਨ ਆਪਣੇ ਦਿਮਾਗਾਂ 'ਚ ਹੈਗੇ ਵੀ ਇੱਥੇ ਹੀ ਖਾਣਾ ਪਹੁੰਚਾਉਣਾ ਆ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਨੂੰ ਹੋਰ ਵੀ ਟਾਊਨ ਜੇ ਪਤਾ ਲੱਗ ਜਾਣ ਤੇ ਉੱਥੇ ਅਸੀਂ ਖਾਣਾ ਪਹੁੰਚਾਉਣ ਦੀ ਕੋਸ਼ਿਸ਼ ਕਰੀਏ। ਅੱਛਾ, ਤੇ ਫੂਡ ਡਰਾਈਵ ਜਿਹੜੀ ਉਹ ਚੱਲ ਰਹੀ ਹੈ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੇ ਵਿੱਚ, ਇਸ ਦੇ ਬਾਰੇ? ਹਾਂਜੀ ਹਾਂਜੀ। ਅੱਛਾ, ਇੱਕ ਤੁਸੀਂ ਇਉਂ ਨਹੀਂ ਹੈ ਵੀ ਇਸ ਸਮੇਂ ਇਨਵੋਲਵ ਹੋ, ਤੁਸੀਂ ਹੋਰ ਸਾਰੀਆਂ ਸੰਸਥਾਵਾਂ ਦੇ ਵਿੱਚ ਕਿਤੇ ਵੀ ਹੁੰਦੀ ਹੈ, ਕਿਸੇ ਧੜੇ ਨਾਲ ਨਹੀਂ, ਤੁਸੀਂ ਜਿਹੜਾ ਉਹ ਖੁੱਲ੍ਹ ਕੇ ਸਪੋਰਟ ਕਰਦੇ ਹੋ ਸੱਭਿਆਚਾਰ ਦੇ ਪਿੜ ਦੇ ਵਿੱਚ, ਜਾਂ ਰਾਜਨੀਤੀ ਦੇ ਤੌਰ 'ਤੇ ਵੀ ਜਿਹੜੀ ਤੁਹਾਨੂੰ ਠੀਕ ਲੱਗੇ ਤੁਸੀਂ ਕਰਦੇ ਹੋ, ਲਿਖਦੇ ਵੀ ਹੋ। ਪਰ ਬੀਬੀਆਂ ਦਾ ਰੋਲ ਇਹਦੇ ਵਿੱਚ ਬੜਾ ਮੰਨਫੀ ਰਹਿੰਦਾ ਜੀ। ਇਹ ਕੀ ਕਾਰਨ ਹੈ ਕਿ ਹੋਰ ਨਾਲ ਕਿਉਂ ਨਹੀਂ ਟੀਮ ਦੇ ਵਿੱਚ ਜੁੜਦੀਆਂ ਜਿਹੜੀਆਂ ਬੀਬੀਆਂ ਨੇ? ਹਾਂਜੀ, ਮੈਨੂੰ ਵੈਸੇ ਜਦੋਂ ਆਪਾਂ ਇਹ ਕਾਲ ਸ਼ੁਰੂ ਕੀਤਾ, ਮੈਨੂੰ ਕਈ ਬੀਬੀਆਂ ਦੇ ਫੋਨ ਤਾਂ ਆਏ ਹੈਗੇ, 2-3 ਜਣੀਆਂ ਦੇ ਆਏ ਸੀਗੇ, ਤੇ ਉਹ ਕਹਿੰਦੇ ਵੀ ਅਸੀਂ ਵੀ ਆਰ ਰੈਡੀ ਟੂ ਡੂ ਸੇਵਾ। ਪਰ ਮੈਨੂੰ ਆਪ ਨਹੀਂ ਸਮਝ ਲੱਗਦੀ ਕਿ ਉਹ, ਆਪਾਂ ਦੇਖੋ ਪਾਰਟੀ ਤੇ ਜਾਂਦੇ ਆ, ਸਾਰੇ ਪਾਸੇ ਜਾਂਦੇ ਆ, ਕਈ ਵਾਰੀ ਆਪਾਂ ਘਰੇ ਬੈਠੇ TV ਅੱਗੇ ਬੈਠੇ ਰਹਿੰਦੇ। ਮੈਨੂੰ ਲੱਗਦਾ ਕਿ ਮੇਰਾ ਇੱਕ ਮੈਸੇਜ ਹੈ ਬੀਬੀਆਂ ਨੂੰ, ਸਾਰੀਆਂ ਭੈਣਾਂ ਨੂੰ, ਕਿ ਥੋੜਾ ਬਹੁਤਾ ਟਾਈਮ ਕੱਢ ਕੇ ਇਸ ਪਾਸੇ ਵੀ ਆਓ ਤੁਸੀਂ, ਤੇ ਆਪਾਂ ਇਕਜੁੱਟ ਹੋ ਕੇ, ਕੋਈ ਇਹ ਨਹੀਂ ਹੈਗਾ ਕਿ ਆਪਾਂ ਕੋਈ ਸੰਸਥਾ ਦੇ ਨਾਲ ਮੈਂ ਜੁੜੀ ਨਹੀਂ ਹੋਈ ਜਾਂ ਕਿਸੇ ਨਾਲ ਵੀ, ਮੈਂ ਇਹੀ ਦੇਖਦੀ ਆ ਵੀ ਕਿੱਥੇ ਕਿਹਨੂੰ ਕਦੋਂ ਲੋੜ ਪੈ ਗਈ ਆ, ਮੈਂ ਉੱਥੇ ਚਲ ਜਾਂਦੀ ਆ। ਬਿਲਕੁਲ। ਤੋ ਸਾਨੂੰ ਇਹ ਨਹੀਂ ਸੋਚ ਕੇ ਜਾਣਾ ਚਾਹੀਦਾ ਵੀ ਇਹ ਫਲਾਣੀ ਪਾਰਟੀ ਹੈ, ਧਮਕੀ ਪਾਰਟੀ ਹੈ। ਮੈਨੂੰ ਇਹ ਲੱਗਦਾ ਕਿ ਤੁਸੀਂ ਇਹ ਦੇਖੋ ਕਿ ਸਾਡਾ ਇੱਕ ਕਦਮ ਚੁੱਕਿਆ, ਕਿਹਦੀ ਕਦੋਂ ਹੈਲਪ ਕਰ ਸਕਦਾ ਆ। ਸੋ ਮੇਰਾ ਇਹੀ ਸਭ ਨੂੰ ਮੈਸੇਜ ਹੈ ਬੀਬੀਆਂ ਭੈਣਾਂ ਨੂੰ ਕਿ ਤੁਸੀਂ ਕੰਟੈਕਟ ਕਰੋ ਸਾਨੂੰ, ਇਕੱਠੇ ਹੋ ਕੇ ਆਪਾਂ ਜਿਹੜਾ ਇੱਕ ਸਮਾਂ ਮਾੜਾ ਸਮਾਂ ਆਇਆ ਹੋਇਆ ਤੇ ਇਹਨੂੰ ਇੱਕ ਦੂਜੇ ਦੀ ਹੈਲਪ ਕਰੀਏ। ਤੇ ਸਾਰਾ ਕੁਛ ਪਾਰਟੀਆਂ ਛੱਡ ਕੇ ਇੱਧਰ ਉੱਧਰ, ਤੁਸੀਂ ਕਈ ਵਾਰੀ ਬੀਬੀਆਂ ਕਹਿ ਦਿੰਦੀਆਂ ਉਹ ਉੱਥੇ ਚਲੇ ਗਈ, ਮੈਂ ਇੱਥੇ ਨਹੀਂ ਜਾਣਾ। ਇਹ ਸਮਾਂ ਕਿਸੇ ਨਾਲ ਆਰਗਿਊ ਕਰਨ ਦਾ ਨਹੀਂ ਹੈਗਾ, ਤੇ ਨਾ ਹੀ ਘਰ ਬੈਠ ਕੇ ਤੁਸੀਂ ਬਹੁਤ ਸਮਾਂ ਹੁੰਦਾ ਆਪਣੇ ਕੋਲ, ਆਪਾਂ ਫੇਸਬੁੱਕ ਤੇ ਬੈਠੇ ਰਹਿੰਦੇ ਆ, ਡਰਾਮੇ ਦੇਖਦੇ ਰਹਿੰਦੇ ਆ। ਥੋੜਾ ਸਮਾਂ ਕੱਢੋ ਤੇ ਗੁਰਦੁਆਰਾ ਸਾਹਿਬ ਪਹੁੰਚੋ, ਉੱਥੇ ਡੈਲਟਾ ਦੇ ਵਿੱਚ ਵੱਧ ਤੋਂ ਵੱਧ ਜਿੰਨੀ ਸੇਵਾ ਹੁੰਦੀ ਹੈ ਕਰੋ। ਬੱਚਿਆਂ ਨੂੰ ਲੈ ਕੇ ਆਓ ਤੁਸੀਂ। ਓਨੈਸਟਲੀ ਅੱਜ ਮੇਰੇ ਬੱਚੇ ਸਕੂਲ ਨਹੀਂ ਗਏ ਹੈਗੇ, ਤੇ ਉਹ ਕਹਿੰਦੇ, ਮੈਨੂੰ ਰਾਤੀ ਪੁੱਛਦੇ ਕਿ ਮਾਂ ਤੁਹਾਡਾ ਪਲਾਨ ਕੀ ਆ ਜੀ। ਮੈਂ ਕਿਹਾ ਹੋ ਸਕਦਾ ਮੈਂ ਸੇਵਾ ਕਰਨ ਜਾਵਾਂ। ਕਹਿੰਦੇ ਅਸੀਂ ਤੇਰੇ ਨਾਲ ਜਾਣਾ ਆ। ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਇੱਕ ਦਿਨ ਤੁਸੀਂ ਆਫ ਕਰ ਲਿਆ, ਦੱਸ ਓਕੇ, ਪਰ ਬੱਚਿਆਂ ਨੂੰ ਵੀ ਤੁਸੀਂ ਇਨਕਰੇਜ ਕਰੋ ਇਸ ਕੰਮ ਦੇ ਵਿੱਚ। ਬਹੁਤ ਵੱਡੀ ਵਧੀਆ ਗੱਲ ਹੈ ਉਹਨਾਂ ਦੇ ਲਈ, ਉਹਨਾਂ ਨੂੰ ਵੀ ਪਤਾ ਲੱਗੇ ਕਿ ਅਸੀਂ ਕਿੰਨੇ ਬਲੈਸਡ ਹੈਗੇ ਆ, ਸਾਡੇ ਕੋਲ ਕੀ ਕੁਛ ਹੈਗਾ ਆ, ਤੇ ਜਿਹੜੇ ਲੋਕੀ ਵਿਚਾਰੇ ਉੱਥੇ ਫੂਡ ਨੂੰ ਤਰਸ ਰਹੇ ਨੇ, ਹਨਾ। ਸੋ ਮੇਰੀ ਇਹੀ ਬੇਨਤੀ ਹੈ ਕਿ ਸਾਰੇ ਇਕਜੁੱਟ ਹੋ ਕੇ ਉਹਨਾਂ ਦੀ ਹੈਲਪ ਕਰੀਏ। ਧੰਨਵਾਦ ਸਰਦਾਰਨੀ ਰੁਪਿੰਦਰ ਕੌਰ ਜੀ, ਤੁਸੀਂ ਸਦਾ ਮੋਹਰੀ ਭੂਮਿਕਾ ਨਿਭਾਉਂਦੇ ਹੋ। ਸਪੈਸੀਫਿਕਲੀ ਇੱਕ ਵੀਕ ਜਿਹੜਾ ਪਿਛਲੇ ਮੰਗਲਵਾਰ ਤੋਂ ਅੱਜ ਹਫ਼ਤੇ ਤੱਕ ਜਿਹੜਾ ਤੁਸੀਂ ਇੱਕ ਸੈਂਟਰਲ ਪਰਸਨੈਲਿਟੀ ਦੇ ਤੌਰ ਤੇ ਕੰਮ ਕੀਤਾ। ਅਸੀਂ 5-7 ਜਣੇ ਆਲੇ ਦੁਆਲੇ, ਕੋਈ ਕਿਤੇ ਸੀ ਕੋਈ ਕਿਤੇ ਸੀ, ਪਰ ਤੁਸੀਂ ਉਹਨਾਂ ਨੂੰ ਸਾਰਿਆਂ ਨਾਲ ਕਮਿਊਨੀਕੇਸ਼ਨ ਕਰਕੇ ਇਸ ਨੂੰ ਆਪਾਂ ਸਿਰੇ ਚਲਾਇਆ। ਤੁਹਾਡਾ ਧੰਨਵਾਦ। ਤੇ ਫਿਰ ਜਿਹੜੀ ਹੁਣ ਨੈਕਸਟ ਫੇਜ਼ ਦੇ ਵਿੱਚ ਆ ਵੀ ਆਪਾਂ ਜਿੰਨੇ ਵੀ ਐਬਰੀਜਨਲ ਕਮਿਊਨਿਟੀਜ਼ ਨੇ ਉੱਥੇ ਤੱਕ ਆਪਣਾ ਖਾਣਾ ਪਹੁੰਚਦਾ। ਛੋਟੇ ਛੋਟੇ ਪਿੰਡ ਨੇ ਜਿਹੜੇ ਪਹਿਲਾਂ ਹੀ ਉਹ ਰਿਮੋਟ ਏਰੀਏ ਦੇ ਵਿੱਚ ਨੇ, ਪਹਿਲਾਂ ਹੀ ਉਹਨਾਂ ਦੇ ਨਾਲ ਕਿਸ਼ਤੀਆਂ ਦੇ ਵਿੱਚ ਦੀ ਜਾਣਾ ਪੈਂਦਾ, ਅਤੇ ਉਹਨਾਂ ਨੇ ਰੱਖਿਆ ਵੀ ਆਪਣੇ ਆਪ ਨੂੰ ਐਂ ਆ, ਅਤੇ ਹੁਣ ਉਹ ਫਿਰ ਹੋਰ ਟੁੱਟ ਗਏ ਨੇ ਕਿਉਂਕਿ ਹਾਈਵੇਜ਼ ਦਾ ਇਸ਼ੂ ਹੈ। ਪਰ ਆਪਾਂ ਆਪਣੇ ਵੱਲੋਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ। ਧੰਨਵਾਦ ਤੁਹਾਡੇ ਇਸ ਯਤਨ ਦੇ ਲਈ। ਧੰਨਵਾਦ ਤੁਹਾਡਾ ਬਹੁਤ ਬਹੁਤ ਜੀ, ਤੇ ਸ਼ੇਰੇ ਪੰਜਾਬ ਰੇਡੀਓ ਦਾ, ਜਿਹੜੇ ਸਾਨੂੰ ਬਹੁਤ ਸਪੋਰਟ ਕਰ ਰਹੇ ਨੇ। ਤੇ ਫਿਰ ਤੋਂ ਇੱਕ ਵਾਰੀ ਮੈਂ ਕਹੂੰਗੀ ਕਿ ਆਓ ਇਕੱਠੇ ਹੋ ਕੇ ਉਹਨਾਂ ਦਾ ਜਿਹੜਾ ਸਮਾਂ ਆ, ਮਾੜਾ ਸਮਾਂ ਕੱਢੀਏ। ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਧੰਨਵਾਦ ਜੀ, ਧੰਨਵਾਦ ਬਹੁਤ ਬਹੁਤ।
ਇਹ ਸਨ ਰੁਪਿੰਦਰ ਕੌਰ ਜੀ ਜਿਹੜੇ ਗੱਲਬਾਤ ਕਰ ਰਹੇ ਸੀ। ਹੁਣ ਉਹ ਇਸ ਵੀਕਐਂਡ 'ਤੇ ਐਬਰੀਜਨਲ ਲੋਕਾਂ ਦੇ ਲਈ ਖਾਣਾ ਔਰਗੇਨਾਈਜ਼ ਕਰ ਰਹੇ ਨੇ ਅਤੇ ਜਿਹੜੇ ਲੈਂਗਲੀ ਏਅਰਪੋਰਟ ਤੋਂ ਫਲਾਈਟਸ ਗਈਆਂ ਨੇ ਅਤੇ ਗੁਰੂ ਨਾਨਕ ਸੇ ਗੁਰਦੁਆਰਾ ਸਾਹਿਬ ਸਰੀ ਡੈਲਟਾ ਦੇ ਵਿੱਚ ਫੂਡ ਡਰਾਈਵ ਚੱਲ ਰਹੀ ਹੈ ਅਤੇ ਸਾਰਿਆਂ ਨੂੰ ਬੇਨਤੀ ਹੈ ਕਿ ਉੱਥੇ ਆਪਾਂ ਖਾਣਾ ਪਹੁੰਚਦਾ ਕਰੀਏ। ਵਪਾਰਕ ਸੰਦੇਸ਼ਾਂ ਤੋਂ ਬਾਅਦ ਹੁਣੇ ਹੀ ਉਸ ਪਰਿਵਾਰ ਦੀ ਦਾਸਤਾਨ ਜਿਨ੍ਹਾਂ ਦੇ ਸਤਿਕਾਰਯੋਗ ਪਿਤਾ ਜੀ ਬਜ਼ੁਰਗ ਸਨ, ਸਰੀ 'ਚ ਰਹਿੰਦੇ ਸੀ, ਢਿੱਲੇ ਹੋ ਗਏ, ਸਰੀ ਮੈਮੋਰੀਅਲ ਹੌਸਪੀਟਲ ਚਲੇ ਗਏ ਅਤੇ ਉੱਥੋਂ ਫਿਰ ਓਡੀਲ ਇਹ ਸ਼ੁਰੂ ਹੁੰਦੀ ਆ ਪਰਿਵਾਰ ਦੇ ਦੁੱਖ ਦੀ ਦਾਸਤਾਨ ਅਤੇ ਉਹਨਾਂ ਦੇ ਬੇਟੀ ਇਹ ਦੱਸਣਗੇ ਗੱਲਬਾਤ। ਮੈਂ ਥੋੜ੍ਹਾ ਜਿਹਾ ਪਰਿਵਾਰ ਦੀ ਪ੍ਰਾਈਵੇਸੀ ਕਰਕੇ ਉਹਨਾਂ ਦਾ ਨਾਮ ਬਜ਼ੁਰਗਾਂ ਦਾ ਅਤੇ ਭੈਣ ਜੀ ਦਾ ਨਹੀਂ ਲੈਣਾ ਚਾਹੁੰਦਾ। ਕਈ ਵਾਰ ਸਾਡੇ ਸਿਸਟਮ ਦੇ ਵਿੱਚ ਖਾਮੀਆਂ ਨਹੀਂ ਹੁੰਦੀਆਂ, ਪਰ ਸਿਸਟਮ ਨੂੰ ਲਾਗੂ ਕਰਨ ਵਾਲੇ ਆਪਣੀਆਂ ਮਨਮਰਜ਼ੀਆਂ ਕਰਦੇ ਨੇ ਅਤੇ ਗੱਲਾਂ ਬਹੁਤ ਦਬੀਆਂ ਰਹਿ ਜਾਂਦੀਆਂ ਨੇ। ਜਿਸ ਤਰ੍ਹਾਂ ਆਪਣੇ ਕੋਲ ਇਹਦਾ ਪ੍ਰਤੱਖ ਸਬੂਤ ਹੈ ਜਾਂ ਰੈਜ਼ੀਡੈਂਟ ਕੇਅਰ ਅਟੈਂਡੈਂਟਸ ਦਾ ਇਸ਼ੂ ਆਇਆ ਭਾਈਚਾਰੇ ਦੇ ਵਿੱਚ ਵੀ ਕਿਸ ਤਰ੍ਹਾਂ ਰਾਤਾਂ ਨੂੰ 6-6 ਘੰਟੇ ਦੀ ਅਵੇਲੇਬਿਲਿਟੀ 'ਚੋਂ 2-2 ਘੰਟੇ ਉਹਨਾਂ ਨੂੰ ਮਿਲਦੇ ਨੇ, ਕੋਈ ਸੜਕ 'ਤੇ ਕਿਤੇ, ਕੋਈ ਸੜਕ 'ਤੇ ਕਿਤੇ। ਗਰਮੀ ਦੇ ਵਿੱਚ, ਕੋਵਿਡ ਦੇ ਵਿੱਚ ਉਹ ਘਰੇ ਜਾਣ ਕੁੜੀਆਂ ਜਾਂ ਬਾਹਰ ਜਾਣ, ਲਾਉਂਡਰੀ ਦੇ ਵਿੱਚ, ਐਬਸਪੋਰਟ ਦੇ ਵਿੱਚ ਕਿਸ ਤਰ੍ਹਾਂ ਬਦਮਗਜ਼ੀ ਅਤੇ ਬਦਤਮੀਜ਼ੀ ਹੁੰਦੀ ਸੀ। ਪਰ ਜਦ ਤੁਸੀਂ ਉਹਦੇ 'ਤੇ ਪਹਿਰਾ ਦਿੰਦੇ ਹੋ ਚੀਜ਼ਾਂ ਸਹੀ ਹੋ ਜਾਂਦੀਆਂ ਨੇ ਔਰ ਆਪਾਂ ਕੀਤੀਆਂ ਨੇ। ਮੈਨੂੰ ਯਾਦ ਹੈ ਜਿਹੜੇ CEO ਫਰੇਜ਼ਰ ਹੈਲਥ ਅਥਾਰਟੀ ਦੇ, ਉਹਨਾਂ ਨੇ ਜਦ ਨਿਮੀਡੋਲਾ ਜੀ ਨਾਲ ਕਮਿਊਨੀਕੇਸ਼ਨ ਮੇਰੇ ਨਾਲ ਕੀਤੀ, ਉਹ ਕਹਿੰਦੀ ਵੀ ਮੈਨੂੰ ਇਸ ਚੀਜ਼ ਦਾ ਪਤਾ ਨਹੀਂ ਸੀ, ਆਈ ਐਮ ਸੋ ਸੌਰੀ ਅਬਾਊਟ ਦਿਸ, ਅਤੇ ਮੈਂ ਇਹਨੂੰ ਕਰਕੇ ਦਊਂ ਤੁਹਾਨੂੰ ਠੀਕ, ਅਤੇ ਕਰਤਾ, ਹੋ ਗਿਆ, ਸਾਰਾ ਸਹੀ ਹੋ ਗਿਆ, ਬਹੁਤ ਸਹੀ ਹੋ ਗਿਆ, ਬਾਕੀ ਵੀ ਸਹੀ ਹੋ ਜੂ। ਇਸ ਤਰ੍ਹਾਂ ਹੀ ਜਿਹੜੇ ਸਾਡੇ MLA ਬੈਠੇ ਨੇ, ਕਦੇ ਵੀ ਜਦ ਕੋਈ ਇਸ਼ੂ ਹੁੰਦਾ, ਜਿਨੀ ਸਿਮ ਅਤੇ ਸਰਦਾਰ ਜਗਰੂਪ ਸਿੰਘ ਬਰਾੜ, ਉਹਨਾਂ ਨੂੰ ਮੈਂ ਇਮੀਡੀਏਟ ਇਨਵੋਲਵ ਕਰਦਾ ਅਤੇ ਉਹ ਆਪਣੇ ਵੱਲੋਂ ਕੋਸ਼ਿਸ਼ ਕਰਦੇ ਆ ਵੀ ਮੈਂ ਆਹ ਪਰਿਵਾਰ ਦੀ ਵੀ ਆਲਰੇਡੀ ਵਿਕਟੋਰੀਆ ਤੱਕ ਪਹੁੰਚ ਕੀਤੀ ਹੋਈ ਆ। ਹੁਣ ਦੇਖਦੇ ਹੁਣ ਉਹ ਬਜ਼ੁਰਗਾਂ ਦੇ ਦੀ ਧੀ ਜਿਹੜੀ ਭੈਣ ਜੀ ਨਾਲ ਮੈਂ ਗੱਲ ਕਰਨੀ ਆ ਵੀ ਹੋਇਆ ਕੀ ਐਗਜ਼ੈਕਟ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਅੱਛਾ ਦੱਸਿਓ ਬਜ਼ੁਰਗਾਂ ਦੇ ਬਾਰੇ, ਬਾਪੂ ਜੀ ਦੇ ਬਾਰੇ, ਵੀ ਸਰੀ ਦੇ ਵਿੱਚੋਂ ਜਦ ਉਹ ਰਹਿ ਰਹੇ ਸੀ ਇੱਕ ਬੇਸਮੈਂਟ ਦੇ ਵਿੱਚ, ਉੱਥੋਂ ਜਦੋਂ ਹਸਪਤਾਲ ਗਏ ਅਤੇ ਹੋਇਆ ਕੀ, ਅਤੇ ਜਦ ਤੁਸੀਂ ਹਸਪਤਾਲ ਲੈ ਗਏ ਤਾਂ ਉਮਰ ਉਹਨਾਂ ਦੀ ਉਸ ਸਮੇਂ ਹੁਣ ਕਿੰਨੀ ਉਮਰ ਹੈ ਜੀ ਜਦ, ਅਤੇ ਕਿਹੜੇ ਇਸ਼ੂ ਕਾਰਨ ਤੁਸੀਂ ਲੈ ਕੇ ਗਏ ਹਸਪਤਾਲ? ਹਾਂਜੀ, ਉਹਨਾਂ ਦੀ ਉਮਰ ਇਸ ਵੇਲੇ 85-86 ਨੇ, ਪਰ ਕਾਫੀ ਐਕਟਿਵ ਨੇ ਤੇ ਥੋੜੀ ਜਿਹੀ ਉਹਨਾਂ ਨੂੰ ਹੈਲਥ ਦੀ ਕੰਡੀਸ਼ਨ ਇੱਦਾਂ ਹੋਈ ਤੇ ਉਸ ਤੋਂ ਬਾਅਦ ਚੋਂ ਅਸੀਂ ਫਿਰ ਐਂਬੂਲੈਂਸ ਕਾਲ ਕੀਤੀ ਤੇ ਫਿਰ ਇਹਨਾਂ ਨੂੰ ਐਮਰਜੈਂਸੀ ਹਸਪੀਟਲ ਲੈ ਕੇ ਗਏ ਤੇ ਲਾਈਕ ਸਤੰਬਰ ਦੇ ਵਿੱਚ ਇਹਨਾਂ ਨੂੰ 1-2 ਵਾਰੀ ਪਹਿਲਾਂ ਵੀ ਲੈ ਕੇ ਗਏ ਸੀ ਹਸਪੀਟਲ ਤੇ ਉਸ ਟਾਈਮ ਤੇ ਥੋੜੇ ਜਿਹੇ ਸਿੱਕ ਸੀਗੇ ਤੇ ਫਿਰ ਠੀਕ ਹੋ ਕੇ ਘਰ ਆ ਗਏ ਤੇ ਕੋਈ ਦਵਾਈ ਚੇਂਜ ਕੀਤੀ ਸੀ ਡਾਕਟਰ ਨੇ, ਜਿਹਦੀ ਰਿਐਕਸ਼ਨ ਹੋ ਗਈ ਘਰ ਆਏ ਤੇ ਜੀ। ਤੇ ਫਿਰ ਜਦੋਂ ਮੈਂ ਜਾ ਕੇ ਦੇਖਿਆ ਤੇ ਵਾਪਸ ਉਹ ਸਿੱਕ ਨੇ ਤੇ ਫਿਰ ਮੈਂ ਕਾਲ ਕੀਤੀ ਐਂਬੂਲੈਂਸ ਨੂੰ ਜੀ ਤੇ ਐਂਬੂਲੈਂਸ ਆ ਕੇ ਲੈ ਕੇ ਗਈ ਤੇ ਉਹਨਾਂ ਨੂੰ ਐਡਮਿਟ ਕੀਤਾ ਤੇ ਜ਼ਿਆਦਾ ਪ੍ਰੋਬਲਮ ਉਸ ਤੋਂ ਬਾਅਦ ਚੋਂ ਸਾਨੂੰ ਬਹੁਤ ਹੈਲਥ ਸਿਸਟਮ ਨੇ ਬਹੁਤ ਜ਼ਿਆਦਾ ਖਰਾਬ ਕੀਤਾ ਜਿਵੇਂ ਤੇ ਉਹਨਾਂ ਨੂੰ ਥੋੜੀ ਬਹੁਤੀ ਪ੍ਰੋਬਲਮ ਤੇ ਹੁਣ ਬਜ਼ੁਰਗਾਂ ਨੂੰ ਹੁੰਦੀ ਆ, ਪਰ ਉਹ ਫਿਰ ਵੀ ਸਟੇਬਲ ਨੇ, ਹਾਰ ਨਹੀਂ ਮੰਨਦੇ, ਆਪਣਾ ਆਪ ਚੱਕਦੇ ਨੇ, ਕਿਸੇ ਤੇ ਬੋਝ ਨਹੀਂ ਬਣਦੇ ਤੇ ਇਸੇ ਚੀਜ਼ ਦਾ ਉਹਨਾਂ ਨੇ ਕਿਹਾ ਕਿ ਇਹ ਲਾਈਕ 2-3 ਵੀਕ ਜਦੋਂ ਥੋੜੇ ਸਟੇਬਲ ਹੋ ਗਏ ਤਾਂ ਇਹ ਫਿਰ ਮੈਂ ਸੋਸ਼ਲ ਵਰਕਰ ਤੱਕ ਅਪਰੋਚ ਕੀਤੀ ਕਿ ਮੈਨੂੰ ਸੋਸ਼ਲ ਵਰਕਰ ਦਿੱਤੀ ਜਾਵੇ ਇਹਨਾਂ ਦੀ। ਅੱਛਾ ਜੀ। ਤੇ ਉਹਨਾਂ ਨੇ, ਮੈਂ ਇਹ ਕਿਹਾ ਕਿ ਮੈਨੂੰ ਪੰਜਾਬੀ ਵਿੱਚ ਚਾਹੀਦੀ ਹੈ ਸੋਸ਼ਲ ਵਰਕਰ ਜਿਹੜੀ ਮੇਰੀ ਓਨ ਲੈਂਗੁਏਜ ਹੋਵੇ ਤਾਂ ਮੈਂ ਉਹਨਾਂ ਨੂੰ ਈਜ਼ੀਲੀ ਐਕਸਪਲੇਨ ਕਰ ਸਕਦੀ ਹਾਂ ਔਰ ਈਜ਼ੀਲੀ ਮੇਰੇ ਫਾਦਰ ਉਹਨਾਂ ਨਾਲ ਡਿਸਕਸ ਕਰ ਸਕਦੇ ਆ ਆਪਣੀ ਪ੍ਰੋਬਲਮਸ ਜੀ। ਤੇ ਇੱਥੇ ਇਹ ਚੀਜ਼ ਦੀ ਬਹੁਤ ਮੈਨੂੰ ਮਹਿਸੂਸ ਹੁੰਦੀ ਹਮੇਸ਼ਾ ਘਾਟ ਕਿ ਜਦੋਂ ਅਸੀਂ ਕਹਿ ਰਹੇ ਹੁੰਦੇ ਆ ਕਿ ਸਾਨੂੰ ਆਹ ਲੈਂਗੁਏਜ ਚਾਹੀਦੀ ਆ
ਤੇ ਉਸ ਟਾਈਮ ਤੇ ਉਹ ਜਾਣ ਬੁੱਝ ਕੇ ਡਿਫਰੈਂਟ ਲੈਂਗੁਏਜ ਦਿੰਦੇ ਆ। ਇਹ ਮੈਂ ਬਹੁਤ ਵਾਰੀ ਪਰਤੇ ਆਇਆ ਹਸਪਤਾਲਾਂ ਦੇ ਵਿੱਚ। ਇਹ ਕਿਉਂ ਕਰਦੇ ਨੇ ਕਿ ਇਹ ਜਿਹਦੀ ਪਹੁੰਚ ਆ ਉਹਦੇ ਨਾਲ ਸਹੀ ਵਰਤਾਰਾ ਕਰਦੇ ਆ, ਜਾਂ ਕਿ ਜਿਹਦੀ ਪਹੁੰਚ ਨਹੀਂ ਉਹਦੇ ਨਾਲ ਗਲਤ ਵਰਤਾਰਾ ਹੁੰਦਾ ਆ ਜੀ। ਤੇ ਸਾਨੂੰ ਮਿਲੀ ਸੋਸ਼ਲ ਵਰਕਰ ਗੋਰੀ ਵਾਈਟ, ਤੇ ਉਸਨੇ ਜਿਵੇਂ ਕਿ ਅਸੈਸ ਵਗੈਰਾ ਦੀਆਂ ਗੱਲਾਂ, ਕਾਰਡੀਓਲੋਜੀ ਦੀਆਂ ਗੱਲਾਂ, ਕਾਰਡੀਓਲੋਜੀ ਲਈ ਭੇਜਣਾ, ਤੁਸੀਂ ਘਰ ਲੈ ਜਾਓ ਇਹਨਾਂ ਨੂੰ। ਤੇ ਮੈਂ ਕਿਹਾ ਵੀ ਜਿੱਥੇ ਉਹ ਰਹਿ ਰਹੇ ਸੀਗੇ ਉਹਨਾਂ ਨੇ ਸਾਨੂੰ ਕਹਿ ਦਿੱਤਾ ਕਿ ਆਪਣੇ ਫਾਦਰ ਨੂੰ ਇੱਥੇ ਨਾ ਲੈ ਕੇ ਆਇਓ, ਬਿਕਾਜ਼ ਅਸੀਂ ਆਪਣੇ ਘਰ ਦੀ ਰੈਨੋਵੇਸ਼ਨ ਕਰਨੀ ਆ। ਉਹਨਾਂ ਨੇ ਵੀ ਬੇਸਮੈਂਟ ਖਾਲੀ ਕਰਾ ਲਈ। ਉਹਨਾਂ ਨੇ ਬੇਸਮੈਂਟ ਖਾਲੀ ਕਰਾ ਲਈ ਤੇ ਉਹ ਕਹਿੰਦੇ ਕਿ ਤੁਸੀਂ ਆਪਦਾ ਸਮਾਨ ਲੈ ਜਾਓ ਤੇ ਵੀ ਤੁਸੀਂ ਆਪਦੇ ਨਾਲ ਰੱਖ ਲਓ। ਤੇ ਮੇਰੀ ਕੁਛ ਕੰਡੀਸ਼ਨ ਇਸ ਤਰ੍ਹਾਂ ਦੀ ਆ ਕਿ ਮੇਰੀ ਜਿਹੜੀ ਪਲੇਸ ਬਹੁਤ ਛੋਟੀ ਆ ਤੇ ਉੱਥੇ ਅਸੀਂ ਮੁਸ਼ਕਿਲ ਆ ਰਹੀ ਸੀਗੀ ਜੀ। ਤੇ ਫਿਰ ਉਹਨਾਂ ਨੂੰ ਮੈਂ ਰਿਕੁਐਸਟ ਕੀਤੀ ਸੋਸ਼ਲ ਵਰਕਰ ਨੂੰ ਕਿ ਇਹ ਸਿਚੁਏਸ਼ਨ ਆ, ਯੂ ਸ਼ੁਡ ਅੰਡਰਸਟੈਂਡ ਕਿ ਉਹਨਾਂ ਨੂੰ ਜਾਂ ਤੇ ਜਦ ਤੁਸੀਂ ਕਹਿ ਰਹੇ ਹੋ ਕਿ ਇਹ ਇੰਡੀਪੈਂਡੈਂਟ ਰਹਿ ਸਕਦੇ ਆ, ਕਿਉਂ ਨਹੀਂ ਤੁਸੀਂ ਇਹਨਾਂ ਨੂੰ ਫਿਰ ਇੰਡੀਪੈਂਡੈਂਟ ਹਾਊਸਿੰਗ ਦਿੰਦੇ ਹੈਗੇ, ਜਿਹੜਾ ਕਿ ਲਾਈਕ ਸਬਸਟੇਸ਼ਨਲ ਹਾਊਸਿੰਗ ਹੁੰਦਾ ਹੈ ਕੁਛ। ਬਿਲਕੁਲ ਠੀਕ ਹੈ। ਹਾਂਜੀ, ਕਿ ਤੁਸੀਂ ਉਹ ਕਿਉਂ ਨਹੀਂ ਪ੍ਰੋਵਾਈਡ ਕਰਦੇ? ਤੇ ਉਹਨੇ ਰਿਫਿਊਜ਼ ਕਰ ਦਿੱਤਾ। ਅੱਛਾ ਜੀ। ਉਹ ਕਹਿੰਦੀ ਕਿ ਅਸੀਂ ਨਹੀਂ ਕੁਝ ਕਰ ਸਕਦੇ, ਤੁਸੀਂ ਖੁਦ ਲੱਭੋ। ਅੱਛਾ ਜੀ। ਤੇ ਤੁਸੀਂ ਖੁਦ ਜਾ ਕੇ ਬੇਸਮੈਂਟਾਂ ਲੱਭੋ। ਅਗਰ ਤੁਸੀਂ ਵੈਨਕੂਵਰ ਚ ਰਹਿੰਦੇ ਆ ਤੇ ਇਹਨਾਂ ਨੂੰ ਵੈਨਕੂਵਰ ਲੈ ਜਾਓ, ਅਗਰ ਤੁਸੀਂ ਕਿਤੇ ਹੋਰ ਰਹਿੰਦੇ ਇਹਨਾਂ ਨੂੰ ਉੱਥੇ ਲੈ ਜਾਓ, ਬੇਸਮੈਂਟਾਂ ਲੱਭੋ ਤੇ ਉੱਥੇ ਲੈ ਜਾਓ, ਅਸੀਂ ਕੁਛ ਨਹੀਂ ਕਰ ਸਕਦੇ। ਉਹਨੇ ਸਾਫ਼ ਕਹਿ ਦਿੱਤਾ। ਉਸ ਟਾਈਮ ਤੇ ਮੈਂ ਜਾਣਦੀ ਹਾਂ ਜਾਂ ਮੇਰੀ ਡਾਟਰ ਤੇ ਜਾਂ ਫਿਰ ਪਰਮਾਤਮਾ ਕੇ ਲਾਈਕ ਮੈਂ ਬਹੁਤ ਹੱਥ ਪੈਰ ਮਾਰੇ ਕਿ ਚਲੋ ਅਗਰ ਇਹ ਅਦਾਰਾ ਸਾਡੀ ਹੈਲਪ ਨਹੀਂ ਕਰ ਰਿਹਾ ਤੇ ਚਲੋ ਅਸੀਂ ਖੁਦ ਫਿਰ ਆਪਣੀ ਆਪ ਮਦਦ ਕਰਦੇ ਹਾਂ। ਕਿ ਮੈਂ ਫਿਰ ਵੀਰ ਜੀ ਇਸ ਤਰ੍ਹਾਂ ਆ ਕਿ ਜਦੋਂ ਤੁਸੀਂ ਜਾ ਕੇ ਕਿਸੇ ਨੂੰ ਕਹਿੰਦੇ ਹੋ ਨਾ ਵੀ ਸਾਡੇ ਨਾਲ ਬਜ਼ੁਰਗ ਨੇ ਰਹਿਣਾ ਆ, ਤੇ ਉਹ ਬੇਸਮੈਂਟ ਨਹੀਂ ਦਿੰਦੇ। ਬਹੁਤ ਵੱਡਾ ਇਸ਼ੂ ਹੈ। ਬਿਲਕੁਲ ਠੀਕ ਹੈ ਗੱਲ, ਸੱਚ ਹੈ ਗੱਲ। ਬੇਸਮੈਂਟ ਨਹੀਂ ਦਿੰਦੇ ਤੇ ਉੱਥੇ ਫਿਰ ਤੁਹਾਨੂੰ ਬਹੁਤ ਨੀਵੇਂ ਗਿਰ ਕੇ ਉਹ ਤੇ ਝੂਠ ਨਾ ਬੋਲਣੇ ਸਕਦੇ ਹੋਏ ਵੀ ਤੁਹਾਨੂੰ ਕੁਝ ਕਹਿਣਾ ਪੈਂਦਾ ਆ ਕਿ ਜਿਹਦੇ ਨਾਲ ਤੁਹਾਡਾ ਫਾਦਰ ਲਈ ਇੱਕ ਰੂਫ ਮਿਲ ਜਾਵੇ। ਤੇ ਫਿਰ ਉਹਨਾਂ ਨੇ ਟੋਟਲੀ ਰਿਫਿਊਜ਼ ਕਰ ਦਿੱਤਾ। ਫਿਰ ਮੈਨੂੰ ਕਹਿੰਦੀ ਕਿ ਇੱਥੇ ਇੱਕ ਰੋਮਨ ਬੋਰਡ ਹਾਊਸਿੰਗ ਹੁੰਦਾ। ਮੈਨੂੰ ਇਹਨਾਂ ਚੀਜ਼ਾਂ ਦੇ ਬਾਰੇ ਬਿਲਕੁਲ ਨੌਲੇਜ ਨਹੀਂ ਸੀ। ਤੇ ਮੈਂ ਕਿਹਾ ਓਕੇ ਚਲੋ ਕੁਛ ਤੇ ਦੱਸੋ। ਉਹ ਕਹਿੰਦੀ ਆ ਨੰਬਰ ਉੱਤੇ ਜਾ ਕੇ ਦੇਖ ਲਾ। ਮੈਂ ਚਲੀ ਗਈ ਉੱਥੇ ਗਈ ਤੇ ਮੇਰੇ ਫਾਦਰ ਨੂੰ ਉਹਨਾਂ ਨੇ ਸੈੱਟ ਕੀਤਾ ਆ ਕਿ ਉਹ ਗਰਾਊਂਡ ਲੈਵਲ ਤੇ ਚੱਲ ਸਕਦੇ ਆ, ਵਧੀਆ ਚੱਲਦੇ ਆ, ਵਾਸ਼ਰੂਮ ਵਗੈਰਾ ਆਪੇ ਖੁਦ ਜਾਂਦੇ ਨੇ, ਮਲ ਮੂਤਰ ਆਪਣਾ ਕਰਦੇ ਨੇ, ਚੱਕਦੇ ਨੇ, ਤੇ ਪਰ ਸਟੇਅਰਸ ਨਹੀਂ ਜਾ ਸਕਦੇ ਰਾਈਟ। ਤੇ ਜਦੋਂ ਮੈਂ ਉੱਥੇ ਗਈ ਤੇ ਉੱਥੇ 5-6 ਸਟੇਅਰਸ ਅੰਦਰ ਨੂੰ, ਥੱਲੇ ਬੇਸਮੈਂਟ ਨੂੰ 7-8 ਸਟੇਅਰਸ। ਤੇ ਜਗ੍ਹਾ ਕਿੱਥੇ ਜੀ? ਵਾਈਟ ਰੌਕ ਚ? ਇਹ ਵਾਲੀ ਰੋਮਨ ਬੋਰਡ ਹਾਊਸ ਸਰੀ ਦੇ ਵਿੱਚ 132 ਤੇ 92 ਤੇ ਹਾਊਸ ਹੈ ਇੱਕ ਗੋਰੇ ਦਾ। ਓਕੇ। ਤੇ ਉਹ ਗੋਰੇ ਨੇ ਜਦੋਂ ਮੇਰੀ ਕੰਡੀਸ਼ਨ ਸੁਣੀ ਤਾਂ ਉਹਨੇ ਟੋਟਲੀ ਉਹ ਕਹਿੰਦਾ ਕਿ ਆਈ ਐਮ ਸੋ ਸੌਰੀ, ਦਿਸ ਇਜ਼ ਪਲੇਸ ਨੋਟ ਫॉर ਯੂ, ਸੁਟੇਬਲ ਫॉर ਯੂਰ ਡੈਡ। ਇੱਕ ਤੇ ਇੱਥੇ ਸਾਡੇ ਸਮੋਕਿੰਗ ਹੁੰਦੀ ਆ, ਪਲੱਸ ਤੇਰੇ ਡੈਡ ਦੀ ਕੰਡੀਸ਼ਨ ਲਈ ਇਹ ਪਲੇਸ ਸਹੀ ਨਹੀਂ ਹੈਗੀ। ਸੋ ਮੈਂ ਤੇਰੇ ਨਾਲ ਚੱਲਦਾ ਆ। ਉਹਨਾਂ ਨੂੰ ਅਸੀਂ ਦੱਸਦੇ ਹਾਂ ਕਿ ਸਾਡੀ ਕੰਡੀਸ਼ਨ ਕੀ ਆ, ਸਾਨੂੰ ਕਿਹੜੀ ਜਗ੍ਹਾ ਚਾਹੀਦੀ ਆ। ਅੱਛਾ। ਤੇ ਇਸ ਤੋਂ ਪਹਿਲਾਂ ਕੀ ਸੀਗਾ ਕਿ ਜਦੋਂ ਇਹਨਾਂ ਨੇ ਮੈਨੂੰ ਰਿਫਿਊਜ਼ ਕੀਤਾ, ਇਸ ਤੋਂ ਪਹਿਲਾਂ ਮੈਂ ਪਿਕਸ ਵਾਲਿਆਂ ਦੇ ਵੀ ਗਈ। ਠੀਕ ਜੀ। ਪਿਕਸ ਵਾਲਿਆਂ ਦੇ ਵੀ ਗਈ। ਪਿਕਸ ਵਾਲੇ ਭਾਜੀ ਉਹਨਾਂ ਦੇ ਨਾਲ ਮੈਂ ਗੱਲਬਾਤ ਕੀਤੀ, ਆਪਣੀ ਕੰਡੀਸ਼ਨ ਦੱਸੀ ਤੇ ਉਹਨਾਂ ਨੇ ਕਿਹਾ ਕਿ ਵੀ ਆਰ ਮੋਰ ਵੈਲਕਮ ਯੂਰ ਡੈਡ। ਤੁਸੀਂ ਉਹਨਾਂ ਦੇ ਕੋਲੋਂ, ਸੋਸ਼ਲ ਵਰਕਰ ਦੇ ਕੋਲੋਂ, ਫਰੇਜ਼ਰ ਹੈਲਥ ਦੇ ਕੋਲੋਂ ਰੈਫਰਲ ਲਿਖਾ ਲਓ, ਬਾਕੀ ਸਾਰਾ ਪੇਪਰ ਵਰਕ ਅਸੀਂ ਕਰ ਲੈਣਾ। ਠੀਕ ਹੈ। ਤੇ
ਇਹਨਾਂ ਨੂੰ ਮੈਂ ਜਾ ਕੇ ਅਸੀਂ ਫਿਰ ਜਦੋਂ ਜਿਹੜਾ ਓਨਰ ਸੀਗਾ ਹਾਊਸ ਦਾ ਉਹ ਮੇਰੇ ਨਾਲ ਗਿਆ, ਅਸੀਂ ਇਹ ਚੀਜ਼ ਉਹਨਾਂ ਨੂੰ ਜਾ ਕੇ ਦੱਸੀ ਕਿ ਸਾਡੇ ਕੋਲ ਇੱਕ ਪਲੇਸ ਹੈਗੀ ਆ ਜੋ ਕਿ ਇੰਡੀਅਨ ਪਲੇਸ ਆ ਤੇ ਉਹ ਬਜ਼ੁਰਗਾਂ ਨੂੰ ਲੈਣ ਨੂੰ ਤਿਆਰ ਨੇ, ਤੁਸੀਂ ਉੱਥੇ ਇਹਨਾਂ ਨੂੰ ਰੈਫਰ ਕਰ ਦਿਓ। ਉਹਨੇ ਕੋਈ ਜਵਾਬ ਨਹੀਂ ਦਿੱਤਾ, ਉਹਨੇ ਕਿਹਾ ਯੈਸ, ਨਾ ਉਹਨੇ ਕਿਹਾ ਨੋ, ਕੁਛ ਨਹੀਂ ਉਹਨੇ ਜਵਾਬ ਦਿੱਤਾ। ਉਹ ਕਹਿੰਦੇ ਅਸੀਂ ਇਹਨਾਂ ਨੂੰ ਕਾਫੀ ਗੱਲਾਂ ਕਰੀ ਗਏ ਕਿ ਕਈ ਚੀਜ਼ਾਂ ਦੇ ਵਿੱਚ ਸਾਨੂੰ ਸਮਝ ਨਹੀਂ ਲੱਗਦੀ ਇਹਨਾਂ ਦੀ ਲੈਂਗੁਏਜ ਦੇ ਵਿੱਚ। ਤੇ ਆਪਸ ਵਿੱਚ ਜਦੋਂ ਮੈਂ ਤੇ ਉੱਥੇ ਬਹੁਤ ਅਪਸੈਟ ਸੀਗੀ ਉਸ ਟਾਈਮ ਤੇ, ਮੇਰੀ ਡਾਟਰ ਵੀ, ਅਸੀਂ ਬਹੁਤ ਅਪਸੈਟ ਸੀਗੇ। ਤੇ ਉਹ ਕਹਿੰਦੀ ਓਕੇ ਮੈਂ ਸਰੀ ਮੈਮੋਰੀਅਲ ਹਸਪੀਟਲ ਦੇ ਆਲੇ ਦੁਆਲੇ ਕੁਛ ਲੱਭਦੀ ਆ। ਤੇ ਫਿਰ ਉਹ ਸੋਸ਼ਲ ਵਰਕਰ ਆਈ ਡੋਂਟ ਨੋ ਉਹ ਕੀ ਕਰ ਰਹੀ ਸੀਗੀ, ਫੋਨ ਕਰ ਰਹੀ ਆ, ਕੀ ਕਰ ਰਹੀ ਆ, ਸਾਨੂੰ ਕੁਛ ਨਹੀਂ ਪਤਾ। ਮੈਨੂੰ ਜਾਣੀ ਕੁਛ ਨਹੀਂ ਪਤਾ ਉੱਥੇ ਕੀ ਹੋ ਰਿਹਾ। ਪਰ ਪਿਕਸ ਲਈ ਕਿਉਂ ਹਾਂ ਨਹੀਂ ਸੀ ਕਰ ਰਹੀ ਭੈਣ ਜੀ? ਉਹ ਪਿਕਸ ਲਈ ਕਿਉਂ ਨਹੀਂ ਸੀ ਹਾਂ ਕਰ ਰਹੀ? ਸਾਨੂੰ ਬਿਲਕੁਲ ਨਹੀਂ ਸਮਝ ਲੱਗ ਰਹੀ ਉਹ ਕਿਉਂ ਨਹੀਂ ਹਾਂ ਕਰ ਰਹੇ। ਅੱਛਾ ਜੀ। ਪੌਲ ਭਾਜੀ ਨੇ ਵੀ ਕਿਹਾ ਕਿ ਸਾਨੂੰ ਪਤਾ ਨਹੀਂ ਉਹ ਕਿਉਂ ਨਹੀਂ ਰੈਫਰ ਕਰ ਰਹੇ, ਉਹਨਾਂ ਨੂੰ ਕੀ ਪ੍ਰੋਬਲਮ ਆ। ਜਦ ਤੁਸੀਂ ਪੈਨਸ਼ਨ ਉਹਨਾਂ ਨੂੰ ਲੱਗੀ ਆ, ਉਹਨਾਂ ਨੂੰ ਪੈਨਸ਼ਨ ਉਹਨਾਂ ਦੀ ਬਿਲਕੁਲ ਸਾਰਾ ਕੁਝ ਕਵਰ ਹੋਣਾ, ਬਿਲਕੁਲ ਠੀਕ ਹੈ। ਤੇ ਫਿਰ ਇਹਨਾਂ ਨੂੰ ਕੀ ਪ੍ਰੋਬਲਮ ਆ ਹਨਾ। ਈਵਨ ਅਸੀਂ ਡੇ ਬਾਈ ਡੇ ਕੁਝ ਹੋਰ ਅਸੀਂ ਵੀ ਆਪਣੇ ਖੁਦ ਵੱਲੋਂ ਵੀ ਅਸੀਂ ਕੰਟਰੀਬਿਊਟ ਕਰਾਂਗੇ, ਰਾਈਟ, ਕਿ ਉਹ ਸਾਡੀ ਮਦਦ ਕਰਨਗੇ ਹਨਾ। ਅੱਛਾ ਜੀ, ਇਹਨਾਂ ਨੇ ਫਿਰ ਜਦੋਂ ਕੋਈ ਮਦਦ ਨਹੀਂ ਕੀਤੀ ਇਹ ਹਾਊਸਿੰਗ ਵਗੈਰਾ ਦੀ, ਤੇ ਇਹਨੇ ਇਹ ਕਰਨ ਲੱਗ ਗਈ ਕਿ ਮੈਂ ਇੱਥੇ ਲੱਭਦੀ ਹਾਂ, ਫਿਰ ਮੈਂ ਇੰਡੀਪੈਂਡੈਂਟ ਲੱਭਦੀ ਹਾਂ, ਫਿਰ ਮੈਨੂੰ ਬੈਂਕਿੰਗ ਦੀ ਇਨਫੋਰਮੇਸ਼ਨ ਚਾਹੀਦੀ ਆ। ਫਿਰ ਮੈਂ ਇਹਨਾਂ ਨੂੰ ਆਨਲਾਈਨ ਜਾ ਕੇ ਡੈਡ ਦੀ ਬੈਂਕਿੰਗ ਇਨਫੋਰਮੇਸ਼ਨ ਦੇ ਦਿੱਤੀ ਬਿਕਾਜ਼ ਆਈ ਐਮ ਦਾ ਪਾਵਰ ਆਫ ਅਟਰਨੀ ਵਿਦ ਹਿਮ ਹਨਾ। ਤੇ ਮੈਂ ਉਹ ਦੇ ਦਿੱਤੀ। ਤੇ ਉਸ ਤੋਂ ਬਾਅਦ ਚ ਛੇਤੀਆਂ ਚ ਆ ਕੇ ਤਾਂ ਉਹ ਜਿਹੜਾ ਮੈਨ ਸੀ ਮੇਰੇ ਨਾਲ ਗਿਆ, ਉਹਦਾ ਨਾਮ ਮਾਰਕ ਆ, ਤੇ ਉਹਨੇ ਉਹਨੂੰ ਕਰਨ ਲੱਗ ਗਈ ਕਿ ਅਗਰ ਕੁਛ ਨਾ ਹੋਇਆ ਅਸੀਂ ਵੈਦਰ ਵੀ ਚ ਭੇਜ ਦਈਏ। ਔਰ ਵੈਦਰ ਵੀ ਆਈ ਡੋਂਟ ਨੋ ਵਟ ਇਜ਼ ਦਾ ਵੈਦਰ ਵੀ ਮੀਨਸ, ਰਾਈਟ। ਤੇ ਮੈਨੂੰ ਕੁਛ ਨਹੀਂ ਪਤਾ ਵੈਦਰ ਵੀ। ਆਈ ਥੋਟ ਕਿ ਓਕੇ ਰੈਦਰ ਦੈਨ ਇੱਧਰ ਭੇਜ ਦਿੰਦੇ ਆ, ਇੱਧਰ ਨਹੀਂ ਤਾਂ ਚਲੋ ਇੱਧਰ ਨੇੜੇ ਭੇਜ ਦਿੰਦੇ। ਆਈ ਥੋਟ ਦਿਸ ਇਜ਼ ਦਾ ਰੈਦਰ ਦੈਨ ਨੋ ਵੈਦਰ ਵੀ ਹਨਾ। ਫਿਰ ਮੈਂ ਦੈਨ ਆਈ ਆਸਕ ਮਾਰਕ ਨੂੰ ਮੈਂ ਪੁੱਛਿਆ ਕਿ ਵੈਦਰ ਵੀ ਕੀ ਕਹਿ ਰਹੇ ਆ। ਕਹਿੰਦਾ ਵਾਈਟ ਰੌਕ ਦੇ ਵਿੱਚ ਟੈਂਪਰੇਰੀ ਆ ਹਸਪੀਟਲ ਦੇ ਨਾਲ ਪੈਵਿਲੀਅਨ, ਉੱਥੇ ਉਹਨਾਂ ਨੂੰ ਸ਼ਿਫਟ ਕਰਨ। ਮੈਂ ਕਿਹਾ ਵਾਈ? ਆਈ ਐਮ ਨੋਟ ਐਗਰੀ, ਆਈ ਰਿਫਿਊਜ਼ਡ, ਆਈ ਐਮ ਨੋਟ ਐਗਰੀ। ਮੈਂ ਆਪਣੇ ਫਾਦਰ ਨੂੰ ਏਡੀ ਦੂਰ ਨਹੀਂ ਭੇਜਣਾ ਹੈਗਾ, ਸਾਨੂੰ ਆਲਰੇਡੀ ਇੰਨੀ ਦੂਰ ਪੈ ਜਾਣਾ। ਸੋ ਅਸੀਂ ਤਾਂ ਉਹਨਾਂ ਨੂੰ ਰੋਜ਼ ਵਿਜ਼ਿਟ ਕਰਨਾ ਚਾਹੁੰਦੇ ਆ, ਤੁਸੀਂ ਇਹ ਚਾਹੁੰਦੇ ਆ ਕਿ ਉਹ ਕਾਰਨਰ ਦੇ ਵਿੱਚ ਪਏ ਰਹਿਣ। ਉਹ ਸੇਮ ਹੀ ਚੀਜ਼ ਹੋਈ ਜਦੋਂ ਮੈਂ ਉਹਨਾਂ ਨੂੰ ਕਿਹਾ। ਦੂਸਰੇ ਦਿਨ ਉਹਨਾਂ ਨੇ ਉਹਨਾਂ ਦਾ ਬੈੱਡ ਚੱਕ ਕੇ ਹਾਲ ਵਿੱਚ ਪਾਤਾ ਜਦ ਮੈਂ ਗਈ ਸਰੀ ਮੈਮੋਰੀਅਲ ਹਸਪੀਟਲ ਦੇ ਹਾਲ ਵਿੱਚ ਰੱਖ ਦਿੱਤਾ ਉਹਨਾਂ ਨੂੰ। ਤੇ ਉਸ ਟਾਈਮ ਤੇ ਵੀ ਮੈਂ ਉਹਨਾਂ ਨੂੰ ਕਹੀ ਗਈ। ਫਿਰ ਉਹ ਕਹਿੰਦੇ ਅਸੀਂ ਤੁਹਾਡੇ ਨਾਲ ਦੁਬਾਰਾ ਗੱਲਬਾਤ ਕਰਦੇ ਹਾਂ। ਫਿਰ ਉਹ ਜਿਹੜਾ ਮੈਨ ਸੀਗਾ ਰੋਮਨ ਬੋਰਡ ਹੋਮ ਦਾ, ਉਹਦੇ ਨਾਲ ਇੱਕ ਹੋਰ ਲੇਡੀ ਕੰਮ ਕਰਦੀ ਆ, ਫਿਰ ਉਹ ਮੇਰੇ ਨਾਲ ਗਈ। ਅਸੀਂ ਉਹਨਾਂ ਨੂੰ ਫਿਰ ਇਹ ਸਿਚੁਏਸ਼ਨ ਦੱਸੀ ਵੀ ਪਲੀਜ਼ ਸਾਨੂੰ ਪਿਕਸ ਦੇ ਦਿਓ। ਉਹਨੇ ਲੇਡੀ ਨੇ ਵੀ ਕਿਹਾ, ਅਪਰੋਚ ਕੀਤਾ ਕਿ ਸਾਨੂੰ ਇਹਨਾਂ ਨੂੰ ਪਿਕਸ ਦੇ ਦਿਓ, ਸੇਮ ਲੈਂਗੁਏਜ ਆ, ਸੇਮ ਐਕਟੀਵਿਟੀਜ਼ ਆ, ਸੇਮ ਉਹਨਾਂ ਦਾ ਕਲਚਰ ਆ, ਤੇ ਵੀ ਤੁਸੀਂ ਏਦਾਂ ਨਾ ਕਰੋ। ਉਹ ਕਹਿੰਦੇ ਸੌਰੀ ਅਸੀਂ ਕੁਝ ਕਰ ਨਹੀਂ ਸਕਦੇ, ਇਹ ਪਤਾ ਨਹੀਂ ਕਿੱਥੋਂ ਸਾਨੂੰ ਹਦਾਇਤਾਂ ਨੇ, ਸੋ ਤੁਹਾਨੂੰ ਅਸੀਂ ਵੈਦਰ ਵਿੱਚ ਸ਼ਿਫਟ ਕਰ ਸਕਦੇ ਹਾਂ। ਮੇਰੇ ਕੋਲ ਫਿਰ ਕੋਈ ਆਪਸ਼ਨ ਹੀ ਨਹੀਂ ਸੀ, ਨਾ ਉਹਨਾਂ ਕੋਲ ਕੋਈ ਰਹਿਣ ਲਈ ਜਗ੍ਹਾ ਬੇਸਮੈਂਟ ਸੀ, ਨਾ ਕੋਈ ਹਾਊਸ ਸੀ। ਫਿਰ ਅਸੀਂ ਉਹਨਾਂ ਨੂੰ ਉੱਥੇ, ਮੈਂ ਤੇ ਘਰ ਆ ਗਈ ਆਫਟਰ ਵੀਕ। ਉਹਨਾਂ ਨੇ ਆਪੇ ਖੁਦ ਹੀ ਡਿਸੀਜ਼ਨ ਲੈ ਲਿਆ, ਲੈ ਕੇ ਤਾਂ ਉਹਨਾਂ ਨੂੰ ਮੈਨੂੰ ਕਾਲ ਕਰ ਦਿੱਤੀ ਕਿ ਉਹਨਾਂ ਨੂੰ ਉਹ ਵੈਦਰ ਵਿੱਚ ਛੱਡਣ ਜਾ ਰਹੇ ਆ। ਮੈਂ ਕਿਹਾ ਤੂੰ ਮੇਰੀ ਵੇਟ ਕਰ ਲਓ। ਕਹਿੰਦੇ ਨਹੀਂ, ਯੂ ਡੋਂਟ ਨੀਡ ਟੂ ਕਮ, ਯੂ ਡੋਂਟ ਹੈਵ ਟੂ ਕਮ। ਐਂਡ ਉਹ ਵਾਲੀ ਜਿਹੜੀ ਨਰਸ ਸੀ ਉਹਦਾ ਨੇਮ ਸੀ ਪੂਨਮ। ਉੱਥੇ ਜ਼ਿਆਦਾਤਰ ਪੰਜਾਬੀ ਨਰਸਿਸ ਨੇ ਜਿਨ੍ਹਾਂ ਨੇ ਮੈਨੂੰ ਬਹੁਤ ਖਰਾਬ ਕੀਤਾ ਸੀਰੀਅਸਲੀ। ਤੇ ਹੁਣ ਵੀ ਪੰਜਾਬੀ ਨਰਸਿਸ ਨੇ ਜਿਹੜੀਆਂ ਖਰਾਬ ਕਰ ਰਹੀਆਂ ਨੇ। ਤੇ ਫਿਰ ਉਹਨਾਂ ਨੂੰ ਉੱਥੇ ਸ਼ਿਫਟ ਕਰ ਦਿੱਤਾ। ਜਾਣੀ ਕਿ ਉਹਨਾਂ ਦਾ ਮਕਸਦ ਕੀ ਆ ਕਿ ਜੇ ਪਰਸਨ ਇੰਡੀਪੈਂਡੈਂਟ ਚੱਲ ਰਿਹਾ ਉਹਨੂੰ ਮੰਜੇ ਨਾਲ ਜੋੜਨਾ ਆ ਕਿਸੇ ਤਰ੍ਹਾਂ। ਜਿਹੜਾ 85 ਈਅਰ ਓਲਡ ਹੋ ਗਿਆ ਨਾ, ਡਜ਼ਨਟ ਮੈਟਰ 85, ਜੇ ਉਹ ਐਕਟਿਵ ਆ ਹੋ ਸਕਦਾ 10 ਸਾਲ ਹੋਰ ਜੀ ਸਕਦੇ ਆ। ਇਹ ਕੌਣ ਹੁੰਦੇ ਆ ਇਸ ਚੀਜ਼ ਦੇ ਉੱਤੇ ਧੱਬਾ ਲਾਉਣ ਵਾਲੇ ਕਿ 85 87 ਹੋ ਗਿਆ ਤਾਂ ਇਟ ਮੀਨਸ ਇਟਸ ਡਨ? ਨੋ, ਇਟਸ ਨੋਟ। ਮੈਨੂੰ ਪਤਾ ਆ
ਕਿ ਉਹ ਕਿੰਨੇ ਉਹ ਆਪਣੀ ਹੈਲਥ ਦੇ ਕੌਨਸ਼ੀਅਸ ਨੇ, ਕਿੰਨੇ ਉਹ ਕੇਅਰਿੰਗ ਨੇ, ਕਿੰਨੇ ਉਹ ਐਕਟਿਵ ਨੇ, ਕਿੰਨੇ ਉਹ ਆਪਣੇ ਆਪ ਨੂੰ ਸੰਭਾਲ ਸਕਦੇ ਨੇ। ਮੈਨੂੰ ਪਤਾ ਉਹ ਅੱਜ ਤੱਕ ਵੀ ਆਪਣੇ ਆਪ ਨੂੰ ਉਹ ਕਿਸੇ ਦੀ ਤੋਂ ਕੇਅਰ ਨਹੀਂ ਲੈਂਦੇ ਹੈਗੇ ਆਪਣਾ ਮਲ ਮੂਤਰ ਚੱਕਣ ਦੇ। ਉਹ ਕਹਿੰਦੇ ਮੈਂ ਖੁਦ ਕਰ ਸਕਦਾ। ਸੋ ਪਿਕਸ ਦੇ ਵਿੱਚ ਜੇ ਉਹ ਆ ਜਾਂਦੇ ਨੇ ਜ਼ਿੰਦਗੀ ਵਧੀਆ ਹੋ ਜਾਣੀ ਆ, ਆਲੇ ਦੁਆਲੇ ਸਾਰੇ ਖਾਣਾ ਆਪਣਾ ਹੋਊ, ਆਲੇ ਦੁਆਲੇ ਬਜ਼ੁਰਗ ਆਪਣੇ ਹੋਣਗੇ, ਉਹਨਾਂ ਦੀ ਜ਼ਿੰਦਗੀ ਵਧੀਆ ਹੋ ਜਾਣੀ। ਉਹਨਾਂ ਦਾ ਗੁਰਦੁਆਰਾ ਸਾਹਿਬ ਨਾਲ ਟੁੱਟ ਗਿਆ, ਸਭ ਕੁਛ ਸਾਰਾ ਕੁਝ ਦੂਰ ਹੋ ਗਿਆ। ਜਿਹੜਾ ਕੋਈ ਭਾਈਵੰਦ ਉਹਨਾਂ ਨੂੰ ਮਿਲਣਾ ਚਾਹੁੰਦਾ ਸੀ ਉਹ ਵੀ ਦੂਰ ਹੋ ਗਿਆ, ਇਸ ਕਰਕੇ ਉਹ ਜਾ ਨਹੀਂ ਸਕਦੇ ਏਡੀ ਦੂਰ ਕੋਈ ਵੀ। ਅੱਛਾ, ਫਿਰ ਉੱਥੇ ਗਏ ਵੈਦਰਵੀ ਦੇ ਵਿੱਚ। ਜਦੋਂ ਵੀ ਮੈਂ ਜਾਂਦੀ ਸੀ, ਮੈਂ ਕੋਈ ਨਾ ਕੋਈ ਉਹਨਾਂ ਨਰਸਾਂ ਲਈ ਫੂਡ ਲੈ ਕੇ ਜਾਂਦੀ ਸੀ, ਜਿਹਨੂੰ ਕਦੇ ਸਮੋਸੇ, ਕਦੇ ਪੀਜ਼ਾ, ਕਦੇ ਕ੍ਰਿਸਪੀ ਕਰੀਮ ਡੋਨਟਸ, ਕਿ ਤਾਂ ਕਿ ਮੇਰੇ ਫਾਦਰ ਦੀ ਇਹ ਗੁੱਡ ਲੁੱਕ ਆਫਟਰ ਕਰਨ, ਰਾਈਟ। ਪਲੱਸ ਮੈਂ ਉਹਨਾਂ ਦਾ ਥੈਂਕ ਯੂ ਕਰਦੀ ਸੀ ਕਿ ਉਹ ਮੇਰੇ ਫਾਦਰ ਦੀ ਕੇਅਰ ਕਰਦੀਆਂ ਨੇ। ਸੇਮ ਚੀਜ਼ ਮੈਂ ਸਰੀ ਵਾਲੇ ਮੈਮੋਰੀਅਲ ਹਸਪੀਟਲ ਦੇ ਵਿੱਚ ਵੀ ਮੈਂ ਹਮੇਸ਼ਾ ਦਿੰਦੀ ਹਾਂ। ਮੈਂ ਇਸ ਗੱਲ ਮਾਣ ਨਹੀਂ ਕਰੀ, ਪਰ ਮੈਂ ਦਿੰਦੀ ਹਾਂ ਕਿਉਂਕਿ ਨਰਸਾਂ ਸਾਡੀ ਮਦਦ ਕਰਦੀਆਂ ਨੇ। ਪਰ ਨਰਸਾਂ ਨੂੰ ਵੀ ਸਾਡੀ ਸਿਚੁਏਸ਼ਨ ਸਮਝਣੀ ਚਾਹੀਦੀ ਆ, ਉਸ ਅਦਾਰੇ ਨੂੰ, ਉਸ ਸੋਸ਼ਲ ਵਰਕਰਸ ਨੂੰ। ਇਹਨਾਂ ਨੇ ਇੱਥੇ ਸ਼ਿਫਟ ਕਰ ਦਿੱਤਾ, ਦਵਾਈਆਂ ਵੈਸੇ ਹੀ ਦੇ ਕੇ ਉਦਾਂ ਹੀ ਬਸ ਉਹ ਬੰਦੇ ਨੂੰ ਲਟਾਈ ਰੱਖਿਆ ਆ, ਕਾਰਨਰ ਦੇ ਵਿੱਚ ਮੇਰੇ ਫਾਦਰ ਨੂੰ ਪਾਇਆ ਆ। ਕਦੇ ਉਹ ਵਿੰਡੋ ਖੋਲ ਦਿੰਦੀਆਂ, ਜਦ ਤੁਹਾਨੂੰ ਪਤਾ ਕਿ ਉਹ ਬਜ਼ੁਰਗ ਨੇ, ਫਿਰ ਵਿੰਡੋ ਕਿਉਂ ਖੋਲਦੀਆਂ ਨੇ। ਮੈਂ ਜਾ ਕੇ ਕਿਹਾ, ਮੈਂ ਕਿਹਾ ਤੁਸੀਂ ਵਿੰਡੋ ਕਿਉਂ ਖੋਲੀ? ਉਹ ਵੀ ਡੋਂਟ ਨੋ, ਕਿਹਨੇ ਖੋਲ ਦਿੱਤੀ, ਸਾਨੂੰ ਪਤਾ ਨਹੀਂ ਲੱਗਿਆ, ਉਹ ਕਿਵੇਂ ਬੰਦ ਕਰ ਦਿੰਦੀ ਆ। ਇਹ ਕੀ ਤਰੀਕਾ ਹੈ? ਅਗਰ ਅਸੀਂ ਘਰੇ ਆ ਗਏ ਤਾਂ ਤੁਸੀਂ ਏਦਾਂ ਕਰਕੇ ਅਗਲੇ ਨੂੰ ਮਾਰਨਾ ਆ। ਹੁਣ ਕੀ ਅਸੈਸ ਕਰਨਾ ਇਹਨਾਂ ਨੇ? ਅਖੀਰੀ ਫਿਰ ਜਦੋਂ ਇਹਨਾਂ ਦੀ ਮੈਂ ਮਿੰਨਤਾਂ ਕਰੀ ਗਈ, ਉੱਥੇ ਸੋਸ਼ਲ ਵਰਕਰ ਦੀਆਂ ਵੀ, ਉੱਥੇ ਸੋਸ਼ਲ ਵਰਕਰ ਦਾ ਨਾਮ ਹੈਦਰ ਆ, ਵਾਈਟ ਰੋ ਕਾਲਜ, ਉਹਦੀ ਮੈਂ ਮਿੰਨਤਾਂ ਕਰੀ ਜਾਂਦੀ ਆ। ਫਿਰ ਨਰਸ ਪ੍ਰੈਕਟੀਸ਼ਨਰ ਆ, ਉਹਨਾਂ ਦੀਆਂ ਮੈਂ ਮਿੰਨਤਾਂ ਕਰੀ ਜਾਂਦੀ ਆ ਕਿ ਸਾਨੂੰ ਹੁਣ ਅਸੈਸ ਕਰਕੇ ਦੱਸ ਦਿਓ ਕਿ ਇਹਨਾਂ ਨੂੰ ਪਿਕਸ ਕਦੋਂ ਸ਼ਿਫਟ ਕਰੋਗੇ। 2 ਦਿਨ ਵੀਕਾ ਏਦਾਂ ਹੀ ਮੈਨੂੰ ਘੁਮਾਈ ਗਏ। ਮੁੜ ਕੇ ਮੇਰੇ ਕੋਲ ਇੱਕ ਕੰਸੈਂਟ ਫਾਰਮ ਲੈ ਕੇ ਆ ਗਈ ਹੈਦਰ। ਮੈਨੂੰ ਕਹਿੰਦੇ ਇਹਦੇ ਤੇ ਸਾਈਨ ਕਰਵਾ ਦੇ, ਸਾਨੂੰ ਫਿਰ ਨੋਟਿਸ ਆਫ ਅਸੈਸਮੈਂਟ ਇਹਨਾਂ ਦਾ ਦੇ ਦੇ, ਫਿਰ ਅਸੀਂ ਦੇਖਾਂਗੇ ਫਿਰ ਤੁਹਾਨੂੰ ਕਿੱਦਾਂ ਮਿਲਦਾ। ਕਿ ਉਹਨਾਂ ਚ ਉਹਨੂੰ ਤਾਂ ਬੰਦਾ ਜਾਂਦਾ ਲੱਗੂ। ਅੱਛਾ, ਇਹ ਸਾਰੀ ਚੀਜ਼ ਦੇ ਵਿੱਚ ਹੁਣ ਭੈਣ ਜੀ ਕੀ ਤੁਸੀਂ ਲੱਭਿਆ ਕੀ ਜਦ ਪਿਕਸ ਵਾਲੇ ਉਹਨਾਂ ਨੂੰ ਲੈਣ ਨੂੰ ਤਿਆਰ ਨੇ? ਪਿਕਸ ਦੇ ਵਿੱਚ ਇਹ ਆਮ ਬੰਦੇ ਦੀ ਤਾਂ ਕੋਈ ਸੁਣਵਾਈ ਨਹੀਂ ਹੈਗੀ। ਮੈਨੂੰ 2 ਮਹੀਨੇ 3 ਮਹੀਨੇ ਹੋ ਗਏ ਧੱਕੇ ਖਾਂਦੀ ਨੂੰ। ਮੈਂ ਸੋਚ ਕੇ, ਮੈਨੂੰ ਬਹੁਤਿਆਂ ਜਾਣਿਆਂ ਨੇ ਕਿਹਾ ਕਿ ਤੁਸੀਂ MLA ਦੇ ਕੋਲ ਚਲੇ ਜਾਓ, MP ਦੇ। ਮੈਂ ਕਿਹਾ ਯਾਰ ਨਹੀਂ, ਮੈਂ ਕੈਨੇਡਾ 'ਚ ਰਹਿੰਦੀ ਹਾਂ, ਇੰਨੀ ਕੁ ਤਾਂ ਸਾਡੇ ਕੋਲ ਆਜ਼ਾਦੀ ਹੈਗੀ ਕਿ ਸਾਡੀਆਂ ਮੰਗਾਂ ਖੁਦ ਅਸੀਂ ਪੂਰੀਆਂ ਕਰਵਾ ਸਕਦੇ ਹਾਂ, ਸਾਨੂੰ ਪਤਾ ਕੀ ਚਾਹੀਦਾ। ਪਰ ਨਹੀਂ, ਮੈਨੂੰ ਲੱਗਦਾ ਇੱਥੇ ਵੀ ਸਿਫਾਰਿਸ਼ਾਂ ਚੱਲਦੀਆਂ ਨੇ। ਮੈਂ ਇਹ ਚੀਜ਼ ਨੋਟਿਸ ਕਰ ਲਈ। ਮੇਰੀ ਡਾਟਰ ਸ਼ੀ ਸੋ ਫੈਡ ਅਪ, ਹਨਾ। ਫਿਰ ਮੈਂ ਉਹਨਾਂ ਨੂੰ ਕਹੀ ਗਈ। ਅਖੀਰੀ ਫਿਰ ਮੇਰੀ ਜਦੋਂ ਬੱਸ ਹੋ ਗਈ, ਮੈਂ ਬੇਸਮੈਂਟ ਲੱਭਣੀ ਸ਼ੁਰੂ ਕਰਤੀ ਦੁਬਾਰਾ। ਅੱਛਾ ਜੀ। ਜਦੋਂ ਹੁਣ ਇਹਨਾਂ ਨੇ ਇਹੀ ਅਸੈਸ ਕਰਨਾ ਕਿ ਇਕੱਲਾ ਰਹਿ ਸਕਦਾ ਆ, ਵਾਈ ਨੋਟ ਕਿ ਮੈਂ ਹੁਣ ਖੁਦ ਮੈਂ ਆਪਣੇ ਪੇਰੈਂਟ ਦੀ ਖੁਦ ਹੀ ਹੈਲਪ ਕਰੂੰਗੀ ਔਰ ਖੁਦ ਹੀ ਮੈਂ ਉਹਨਾਂ ਦੀ ਲੁੱਕ ਆਫਟਰ ਕਰੂੰਗੀ, ਰਾਈਟ। ਫਿਰ ਇਹਨਾਂ ਨੂੰ ਕੋਈ ਓਬਜੈਕਸ਼ਨ ਨਹੀਂ ਹੋਣਾ ਚਾਹੀਦਾ। 2 ਵੀਕ ਪਹਿਲਾਂ ਮੈਂ ਜਾ ਕੇ ਉਹਨੂੰ ਹੈਦਰ ਨੂੰ ਮਿਲੀ ਆ। ਮੈਂ ਜਾ ਕੇ ਉਹਨੂੰ ਕਹਿ ਦਿੱਤਾ ਮੈਂ ਬੇਸਮੈਂਟ ਲੱਭ ਲਈ ਆ, ਮੇਰੇ ਫਾਦਰ ਨੂੰ ਡਿਸਚਾਰਜ ਕਰ ਦਿਓ। ਅੱਛਾ ਜੀ। ਮੈਂ ਕਿਹਾ ਆਈ ਹੈਵ ਅ ਕੰਸਰਨ, ਯੂ ਗਾਈਜ਼ ਆਰ ਨੋ good look after for my father, and you guys are missing his shots, and you guys are very careless. ਉਹ ਸ਼ਾਟ ਜਿਹੜਾ ਕਿਡਨੀ ਲਈ ਲੱਗਣਾ ਸੀ ਉਹ ਸ਼ਾਟ ਵੀ ਨਹੀਂ ਲਾਇਆ, ਹਨਾ? ਉਹ ਸ਼ਾਟ ਵੀ ਨਹੀਂ ਲਾਇਆ ਤੇ ਇਹ ਡਾਇਲਿਸਿਸ ਤੇ ਚਲਾ ਗਿਆ ਆ। ਇਹ ਜਿਹੜਾ ਮਰੀਜ਼ ਆ ਇਹ ਤਾਂ ਤੁਰ ਫਿਰ ਨਹੀਂ ਸਕਦਾ, ਜਾਨੀ ਕਿ ਬੰਦੇ ਨੂੰ ਜੋੜਨਾ ਬੈੱਡ ਤੇ ਤਾਂ ਕਿ ਉਹ ਗਾਂ ਜਾਵੇ। ਬੈੱਡ ਖਾਲੀ ਕਰਨਾ ਸੀ ਕਿਸੇ ਤਰ੍ਹਾਂ। ਇਹੀ ਚੀਜ਼ ਇਹਨਾਂ ਨੇ ਸਰੀ ਮੈਮੋਰੀਅਲ ਵਾਲਿਆਂ ਨੇ ਕੀਤੀ। ਅੱਛਾ, ਫਿਰ ਮੈਂ ਉਹਨੂੰ ਕਿਹਾ, ਉਹ ਕਹਿੰਦੀ ਮੈਨੂੰ ਇਸ਼ੂ ਆ, ਮੈਨੂੰ ਐਡਰੈਸ। ਮੈਂ ਕਿਉਂ ਤੈਨੂੰ ਐਡਰੈਸ ਦੇਵਾਂ? ਤੁਸੀਂ ਮੈਨੂੰ ਸਿਸਟਰ ਲਿਵਿੰਗ ਦਿੱਤੀ, ਤੁਸੀਂ ਮੈਨੂੰ ਇੰਡੀਪੈਂਡੈਂਸੀ ਦਿੱਤੀ, ਤੁਸੀਂ ਮੈਨੂੰ ਕੁਛ ਦਿੱਤਾ ਜਿਹੜਾ ਮੈਂ ਤੁਹਾਨੂੰ ਦੱਸਾਂ ਕਿ ਮੈਂ ਆਪਣੇ ਫਾਦਰ ਨੂੰ ਕਿੱਥੇ ਲੈ ਕੇ ਜਾ। ਮੇਰਾ ਫਾਦਰ ਮੇਰੇ ਤਾਂ ਮਰਜ਼ੀ ਲੈ ਕੇ ਜਾਵਾਂ। ਹੁਣ ਇਹ ਮੈਂ ਜਾਣਾ, ਮੇਰਾ ਕੰਮ ਜਾਣੇ। ਤੁਹਾਡੇ ਨਾਲੋਂ ਤਾਂ ਬਿਹਤਰ ਹੀ ਮੈਂ ਕਰੂੰਗੀ। ਮੈਂ ਕਿਉਂ ਦੇ ਕੇ ਬੇਸਮੈਂਟ ਦਾ ਨਾਮ ਦੇ ਕੇ ਤਾਂ ਫਿਰ ਮੈਂ ਇਹਨਾਂ ਤੋਂ ਇਹ ਕਰਵਾਵਾਂ ਕਿ ਕੱਲ ਨੂੰ ਉਹ ਮੈਨੂੰ ਰਿਫਿਊਜ਼ ਕਰ ਦੇਣ, ਫਿਰ ਅਸੀਂ ਕਿੱਥੇ ਜਾਵਾਂਗੇ? ਹੁਣ ਤਾਂ ਮੈਂ ਆਪਣੇ ਫਾਦਰ ਦੇ ਨਾਲ ਰਹਿ ਕੇ ਉਹਨਾਂ ਦੀ ਲੁੱਕ ਆਫਟਰ ਕਰ ਲਊਂਗੀ ਜਦੋਂ ਅਸੀਂ ਹੁਣ ਕਮਿਟਮੈਂਟ ਕਰ ਹੀ ਲਿਆ, ਰਾਈਟ। ਅੱਛਾ, ਫਿਰ ਇਹਨਾਂ ਨੇ ਬਹਾਨੇ ਮਾਰਨ ਲੱਗ ਗਈਆਂ। ਫਿਰ ਕਹਿਣ ਲੱਗੀ ਤੁਹਾਡੇ ਕੋਲ ਸਟੂਲ ਹੈਗਾ, ਤੁਹਾਡੇ ਕੋਲ ਚੇਅਰ ਹੈਗੀ। ਮੈਂ ਕਿਹਾ ਦਿਸ ਇਜ਼ ਨਾਟ ਯੂਰ ਬਿਜ਼ਨਸ ਕਿ ਮੈਂ ਉਹਨਾਂ ਨੂੰ ਕਿੱਦਾਂ ਨਿਭਾਉਣਾ ਕਿੱਦਾਂ ਨਹੀਂ। ਮੇਰਾ ਫਾਦਰ ਆ, ਮੈਂ ਉਹਨੂੰ ਨਵਾ ਵੀ ਲਊਂਗੀ, ਉਹਦੇ ਕੱਪੜੇ ਵੀ ਪਾ ਲਊਂਗੀ, ਉਹਨੂੰ ਕਿੱਥੇ ਨਵਾਉਣਾ ਕਿੱਦਾਂ ਸੁਲਾਉਣਾ ਮੈਨੂੰ ਪਤਾ। ਤੁਹਾਤੋਂ ਮੈਨੂੰ ਸਿੱਖਣ ਦੀ ਲੋੜ ਨਹੀਂ ਹੈਗੀ। ਮੇਰੇ ਫਾਦਰ ਨੂੰ ਡਿਸਚਾਰਜ ਕਰੋ।
ਦੈਟਸ ਆਲ ਆਈ ਨੀਡ। ਮੈਂ ਹੋਰ ਉਹਨੂੰ ਸਿੱਕ ਨਹੀਂ ਕਰਨਾ, ਤੁਸੀਂ ਇੱਥੇ ਪਾਪ ਉਹਨੂੰ ਸਿੱਕ ਕਰਤਾ ਹੋਰ। ਤੇ ਫਿਰ ਅਸੀਂ ਅਸੈਸ ਕਰਨੀ ਆ, ਅਸੀਂ ਮੈਂ ਕਿਹਾ ਤੁਹਾਡੀ ਤਾਂ ਅਸੈਸਮੈਂਟ ਹੀ ਨਹੀਂ ਖਤਮ ਹੁੰਦੀ, ਉਹਦੇ ਚੋਂ ਤਾਂ ਬੰਦੇ ਨੇ ਤੁਰ ਜਾਣਾ। ਹਾਲਾਂਕਿ ਵੱਡਾ ਇਸ਼ੂ ਜਿਹੜਾ ਹੈ ਉਹ ਇਹ ਆ ਵੀ ਪਿਕਸ ਦੇ ਵਿੱਚ ਜਗ੍ਹਾ ਨਹੀਂ ਮਿਲਦੀ। ਵੱਡਾ ਇਸ਼ੂ ਇਹ ਸੀ ਤੇ ਤੁਸੀਂ ਲੱਕੀ ਸੀ ਵੀ ਪਿਕਸ ਦੇ ਵਿੱਚ ਜਗ੍ਹਾ ਮਿਲ ਗਈ। ਸਭ ਤੋਂ ਵੱਡਾ ਇਸ਼ੂ ਉੱਥੇ ਵੇਟਿੰਗ ਹੈ। ਉਹ ਕਹਿੰਦੇ ਸਾਡੇ ਕੋਲ 5 ਕਮਰੇ ਖਾਲੀ ਨੇ ਭੈਣ ਜੀ। ਕਹਿੰਦੇ ਸਾਡੇ ਕੋਲ ਕਹਿੰਦੇ ਇੱਕ ਸਾਈਡ ਪੂਰਾ ਖਾਲੀ ਪਿਆ, ਤੁਸੀਂ ਫਾਦਰ ਨੂੰ ਲਿਆਓ, ਮੋਸਟ ਵੈਲਕਮ, ਵਾਰਮ ਵੈਲਕਮ। ਅਸੀਂ ਇੰਨੇ ਖੁਸ਼ ਹੋਵਾਂਗੇ ਕਿ ਤੁਹਾਡੇ ਵਰਗੀ ਧੀ ਜਿਹੜੀ ਫਾਦਰ ਨੂੰ ਇੰਨੀ ਸਾਂਭ ਰਹੀ ਹੈ, ਤਾਂ ਅਸੀਂ ਕਿਉਂ ਨਹੀਂ ਸਾਂਭ ਸਕਦੇ ਹੈਗੇ। ਮੈਂ ਕਿਹਾ ਮੈਂ ਟਾਈਮ ਟੂ ਟਾਈਮ ਮੈਂ ਔਰ ਮੇਰੀ ਬੇਟੀ ਅਸੀਂ ਆ ਕੇ ਕੰਟਰੀਬਿਊਟ ਵੀ ਕਰਾਂਗੇ, ਰਾਈਟ। ਨਹੀਂ ਜੀ ਬਿਲਕੁਲ, ਮੈਂ ਉੱਥੇ ਕੰਟਰੀਬਿਊਟ ਕਰਦੀ ਹਾਂ ਸਰੀ ਮੈਮੋਰੀਅਲ 'ਚ, ਮੈਂ ਵੈਦਰ ਵਿੱਚ ਕਰਦੀ ਹਾਂ, ਤਾਂ ਮੈਂ ਇੱਥੇ ਕਿਉਂ ਨਹੀਂ ਕਰੂੰਗੀ ਜਿੱਥੇ ਮੇਰੇ ਫਾਦਰ ਨੂੰ ਆਪਣਾ ਕਲਚਰ ਮਿਲੂਗਾ, ਕੋਲ ਗੁਰਦੁਆਰਾ ਸਾਹਿਬ ਮਿਲਣਗੇ, ਹਨਾ। ਸੋ ਹੁਣ ਲੇਟੈਸਟ ਕੀ ਆ ਜੀ, ਹੁਣ ਫਾਈਨਲ ਕੀ ਹੋਇਆ? ਨਰਸ ਪ੍ਰੈਕਟੀਸ਼ਨਰ ਕਰੀ ਜਾਂਦੀ ਆ ਕਿ ਅਸੀਂ ਇਹਨਾਂ ਦਾ ਬਲੱਡ ਵਰਕ ਕਰਨਾ ਹੁੰਦਾ। ਮੈਂ ਕਿਹਾ ਐਵਰੀ ਡੇ ਕੌਣ ਬਲੱਡ ਵਰਕ ਕਰਦਾ? ਤੁਸੀਂ, ਮੈਂ ਕਿਹਾ ਜਦੋਂ ਦਾ ਇਹ ਆਇਆ ਰੋਜ਼ ਇਹਦਾ ਬਲੱਡ ਵਰਕ ਕਰਦੇ ਹੋ, ਉਹਨੂੰ ਸੁਕਾ ਦਿੱਤਾ ਤੁਸੀਂ ਖੂਨ ਕੱਢ ਕੇ। ਤੁਸੀਂ ਕਿਉਂ ਨਹੀਂ ਇਦਾਂ ਦੀ ਦਵਾਈ ਲਾਈ ਕਿ ਜਿਹੜੀ ਵੀਕ ਬਾਅਦ ਵਿੱਚੋਂ ਤੁਸੀਂ ਬਲੱਡ ਟੈਸਟ ਕਰ ਸਕਦੇ ਆ? ਇੱਕ ਹੁੰਦੀ ਆ ਵਾਰਫਿਨ ਨੂੰ ਸਟਾਪ ਕਰਨਾ ਪੈਂਦਾ, ਫਿਰ ਨਵੀਂ ਦਵਾਈ ਉਹ ਕਹਿੰਦੇ ਸ਼ੁਰੂ ਕਰਾਂਗੇ। ਮੈਂ ਕਿਹਾ ਤੁਸੀਂ ਪਹਿਲਾਂ ਕਿਉਂ ਨਹੀਂ ਇਹ ਸ਼ੁਰੂ ਕੀਤੀ? ਕਿਉਂ ਤੁਸੀਂ ਉਹਦਾ ਬਲੱਡ ਰੋਜ਼ ਕੱਢਦੇ ਸੀਗੇ ਤਾਂ ਕਿ ਬੰਦੇ ਨੂੰ ਕਮਜ਼ੋਰ ਕੀਤਾ ਜਾਵੇ? ਇਹ ਕੋਈ ਇਸ਼ੂ ਨਹੀਂ ਹੈਗਾ ਕਿ ਅਸੀਂ ਬੰਦੇ ਦੀ ਥਿਨਿੰਗ, ਬੰਦੇ ਦਾ ਖੂਨ ਥਿੱਕ ਹੋ ਗਿਆ, ਕਦੇ ਥਿਨ ਹੋ ਗਿਆ। ਉਹ ਤਾਂ ਖੁਦ ਆਪਣਾ ਰੋਜ਼ ਤੀਸਰੇ ਚੌਥੇ ਦਿਨ 5ਵੇਂ ਦਿਨ ਜਾ ਕੇ ਜਿਵੇਂ ਪੈਟੀਸ਼ਨ ਕਰਵਾਉਂਦੇ ਸੀਗੇ ਖੂਨ ਟੈਸਟ। ਅੱਛਾ ਜੀ, ਹੁਣ ਕੀ ਕਹਿੰਦੇ ਨੇ? ਹੁਣ ਮੈਨੂੰ ਐਂ ਦੱਸਿਓ ਲੇਟੈਸਟ ਵੀ ਹੁਣ ਉਹ ਡਿਸਚਾਰਜ ਨਹੀਂ ਕਰ ਰਹੇ ਬੈਦਰਵੀਰ ਚੋਂ? ਹੁਣ ਮੈਂ ਉਹਨਾਂ ਨੂੰ ਲਾਸਟ ਵੀਕ ਵੀ ਕਿਹਾ, ਤੇ ਮੈਂ ਉਹ ਜਿਹੜੀ ਨਰਸ ਪ੍ਰੈਕਟੀਸ਼ਨਰ ਆ ਉਹਨੂੰ ਮੈਂ ਕਿਹਾ ਵੀ ਉਹਨਾਂ ਨੂੰ ਡਿਸਚਾਰਜ ਕਰ ਦਿਓ ਜਾਂ ਫਰਾਈਡੇ ਤੇ ਜਾਂ ਫਿਰ ਸੈਟਰਡੇ ਵੀਕਐਂਡ ਤੇ। ਉਹ ਸਾਡੇ ਨਹੀਂ ਆਇਆ, ਉਹ ਨਹੀਂ ਸਟਾਫ ਹੈਗਾ। ਫਿਰ ਅਸੀਂ ਸਪੈਸ਼ਲਿਸਟ ਨੂੰ ਇਹਨਾਂ ਨੂੰ ਦਿਖਾਉਣਾ ਆ, ਅਸੀਂ ਫਿਰ ਅਸੈਸ ਕਰਨਾ। ਮੈਨੂੰ ਨਹੀਂ ਸਮਝ ਲੱਗ ਰਹੀ ਇਹਨਾਂ ਨੇ ਕਿੱਥੋਂ ਤੱਕ ਅਸੈਸ ਕਰਨਾ ਕਿ ਬੰਦੇ ਨੂੰ ਮੰਜੇ ਨਾਲ ਜੋੜਨਾ ਆ। ਮੈਨੂੰ ਨਹੀਂ ਸਮਝ ਲੱਗ ਰਹੀ ਕੀ ਕਰਨਾ ਚਾਹ ਰਹੇ, ਕਿੱਥੇ ਅਸੈਸ ਕਰਨਾ ਚਾਹ ਰਹੇ ਨੇ। ਸੋ ਹਲੇ ਨਾ ਕਰ ਰਹੇ ਨੇ। ਹਾਂ, ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਤੁਸੀਂ ਇੱਕ ਉੱਥੇ ਜਿਹੜੀ ਦੂਸਰੀ ਨਰਸ ਪ੍ਰੈਕਟੀਸ਼ਨਰ ਆ, ਇੱਕ ਮੰਡੇ ਟੂ ਫਰਾਈਡੇ ਆਉਂਦੀ ਆ, ਇੱਕ ਵੀਕਐਂਡ ਤੇ ਆਉਂਦੀ ਆ। ਜਿਹੜੀ ਵੀਕਐਂਡ ਤੇ ਆਉਂਦੀ ਆ, ਲਾਸਟ ਵੀਕਐਂਡ ਤੇ ਉਹਦੇ ਨਾਲ ਮੇਰੀ ਏਦਾਂ ਸੇਮ ਗੱਲ ਹੋਈ। ਉਹਨੂੰ ਮੈਂ ਇਹ ਇਸ਼ੂ ਦੱਸਿਆ ਔਰ ਉਸ ਚੀਜ਼ ਨੇ ਉਹਨੇ ਵੀ ਇਸ ਗੱਲ ਤੇ objection ਕੀਤਾ ਕਿ ਇਹਨਾਂ ਨੂੰ ਕੀ ਪ੍ਰੋਬਲਮ ਆ, ਤੁਹਾਨੂੰ ਕਿਉਂ ਪਿਕਸ ਨਹੀਂ ਦਿੱਤਾ, ਇਹਨਾਂ ਨੇ ਤੁਹਾਨੂੰ ਕਿਉਂ ਇੱਥੇ ਭੇਜਿਆ ਵਾਈਟ ਰੌਕ ਜੇ ਤੁਸੀਂ ਰਿਫਿਊਜ਼ ਕਰ ਰਹੇ ਸੀ। ਉਹਨੇ ਖੁਦ ਕਿਹਾ ਔਰ ਮੇਰੇ ਕੋਲ ਸਾਰੀਆਂ ਚੀਜ਼ਾਂ ਨੇ, ਉਹਨੇ ਖੁਦ ਕਿਹਾ। ਮੈਂ ਉਹਨਾਂ ਦੇ ਨਾਮ ਹਜੇ ਲੈ ਨਹੀਂ ਰਹੀ, ਪਰ ਮੈਂ ਉਹਨਾਂ ਦੇ ਨਾਮ ਵੀ ਲੈਣੇ ਆ। ਉਹਨੇ ਮੈਨੂੰ ਖੁਦ ਕਿਹਾ। ਔਰ ਕੱਲ ਉਹ ਨਰਸ ਪ੍ਰੈਕਟੀਸ਼ਨਰ ਵੀਕਐਂਡ ਤੇ ਕੰਮ ਕਰਦੀ ਆ, ਮੈਂ ਕਾਲ ਕੀਤੀ ਫਰੰਟ ਤੇ, ਉਹ ਮੇਰੇ ਨਾਲ ਹੁਣ ਬਹੁਤ ਰੂਡ ਬਿਹੇਵੀਅਰ ਕਰਦੇ ਆ ਫਰੰਟ ਤੇ ਜਦੋਂ ਮੈਂ ਕਾਲ ਕਰਦੀ ਆ। ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ can I talk to the nurse practitioner who is working on the floor today? She's like, ਉਹ ਤਾਂ ਇੱਥੇ ਨਹੀਂ ਹੈਗੀ। ਮੈਂ ਕਿਹਾ I know she is working on the weekend. How do you know? ਕਹਿੰਦੀ ਤੈਨੂੰ ਕਿੱਦਾਂ ਪਤਾ ਸਾਡੇ ਸਕੇਜੂਲ ਦਾ? ਮੈਂ ਕਿਹਾ ਮੇਰਾ father is admit there. This is my right. So I should know that who is working, who is around him. This is my right. ਉਹ ਕਹਿੰਦੀ ਉਹਨੇ ਨਹੀਂ, ਇੱਥੇ ਨਹੀਂ, ਉਹ ਬਿਜ਼ੀ ਆ, ਉਹ ਪਤਾ ਨਹੀਂ ਕਿੱਥੇ ਆ, ਉਹਨੇ ਮੇਰੇ ਨਾਲ ਗੱਲ ਨਹੀਂ ਕਰਵਾਈ। ਅੱਛਾ ਭੈਣ ਜੀ, ਚਲੋ ਮੈਨੂੰ ਰੈਪ ਅਪ ਕਰਨਾ ਪੈਣਾ, ਹੁਣ ਸਮਾਂ ਮੇਰੇ ਕੋਲ ਘੱਟ ਗਿਆ। ਹੁਣ ਤੁਸੀਂ ਇਹ ਦੱਸੋ ਵੀ ਲੇਟੈਸਟ ਇਹ ਆ ਵੀ ਉਹ ਉੱਥੋਂ ਬੈਦਰ V2 ਦੇ ਵਿੱਚੋਂ ਡਿਸਚਾਰਜ ਨਹੀਂ ਕਰ ਰਹੇ, ਤੇ ਤੁਸੀਂ ਜੇ ਉਹਨਾਂ ਨੂੰ ਡਿਸਚਾਰਜ ਕਰਦੇ ਆ ਹਲੇ ਵੀ ਆਪਾਂ ਪਿਕਸ ਦੇ ਵਿੱਚ ਉਹਨਾਂ ਨੂੰ ਲਿਆ ਸਕਦੇ ਆ ਤੇ ਜਾਂ ਬੇਸਮੈਂਟ 'ਚ? ਇਹ ਆਪਣੀ ਓਪੀਨੀਅਨ ਹੈ, ਪਰ ਹੁਣ ਬੇਸਿਕਲੀ ਪਹਿਲਾ ਮੁੱਦਾ ਇਹ ਹੈ ਵੀ ਪਰਪਜ਼ਲੀ ਉਹ ਕਰ ਰਹੇ ਨੇ, ਪਰਪਜ਼ਲੀ ਉਹਨਾਂ ਦੀ ਸਿਹਤ ਖਰਾਬ ਕਰ ਰਹੇ ਨੇ, ਉਹਨਾਂ ਦਾ ਕਿਡਨੀ ਦਾ ਇੰਜੈਕਸ਼ਨ ਨਹੀਂ ਲਾਇਆ, ਇਵੈਂਚੁਅਲੀ ਡਾਇਲਸਿਸ ਤੇ ਜਾਣਗੇ, ਜਾਂ ਹਸਪਤਾਲ ਵਾਲੇ ਕਹਿੰਦੇ ਵੀ ਹਸਪਤਾਲ ਦੇ ਰੂਮ 'ਚੋਂ ਖਾਲੀ ਕਰੋ। ਤੇ ਸੋ ਇਹ ਜਿਹੜੀ ਮਿਸਮੈਨੇਜਮੈਂਟ ਹੈ ਟੋਟਲੀ, ਇਹਦੇ 'ਚ ਹੋਰ ਕੋਈ ਗੱਲ ਨਹੀਂ।
ਤੇ ਇਸ ਦੀਆਂ ਕਿਉਂਕਿ ਇਹ ਨਹੀਂ ਹੈ ਬਈ ਸਾਡੇ ਬਜ਼ੁਰਗਾਂ ਦੇ ਨਾਲ ਤੁਹਾਡੇ ਨਾਲ ਉੱਥੇ ਵਜ਼ਨ ਪੈਂਦਾ, ਹੋਰ ਵੀ ਬਜ਼ੁਰਗ ਨੇ। ਗੱਲ ਇਹ ਆ ਵੀ ਇੱਕ ਚੀਜ਼ ਦੇ ਵਿੱਚ ਤੁਸੀਂ ਇਸ ਦੇ ਵਿੱਚ ਫਸੇ ਪਿਛਲੇ 2 ਮਹੀਨੇ ਹੋ ਗਏ ਜਬਕਦਿਆਂ ਨੂੰ, ਕਦੇ ਉੱਧਰ। ਸੋ ਹੁਣ ਇਹ ਹੈ ਵੀ ਉਹ ਡਿਸਚਾਰਜ ਕਰ ਦੇਣ ਤੇ ਤੁਹਾਡੇ ਫਾਦਰ ਆ ਕੇ ਜਾਂ ਪਿਕਸ 'ਚ ਜਾਂ ਤੁਸੀਂ ਜੇ ਬੇਸਮੈਂਟ 'ਚ ਰੱਖਣੇ ਨੇ ਉੱਥੇ ਲੈ ਕੇ ਆਉਣੇ ਨੇ। ਇਹ ਇਸ਼ੂ ਲੇਟੈਸਟ ਆ ਹੁਣ। ਹਾਂਜੀ ਹਾਂਜੀ, ਮੈਂ ਤਾਂ ਕਿਹਾ, ਮੈਂ ਕਿ ਜੇ ਹੁਣ ਹਨਾ ਜੇ ਪਿਕਸ ਵਾਲੇ ਵੀ ਨਹੀਂ ਰੱਖਣਾ ਚਾਹੁੰਦੇ, ਮੈਂ ਹੈਗੀ ਆ ਨਾ। ਨਹੀਂ, ਪਿਕਸ ਨੇ ਤਾਂ ਨਾ ਨਹੀਂ ਕੀਤੀ ਜੀ ਤੁਹਾਨੂੰ, ਪਿਕਸ ਨੇ ਤਾਂ ਨਾ ਨਹੀਂ ਕੀਤੀ। ਮੈਂ ਤਾਂ ਨਹੀਂ ਕਿਤੇ ਗਈ ਨਾ, ਮੈਂ ਤਾਂ ਖੜੀ ਆ ਨਾ, ਮੈਂ ਤਾਂ ਸਟੈਂਡ ਕੀਤਾ ਨਾ ਨਾਲ। ਬਿਲਕੁਲ ਠੀਕ ਹੈ, ਤੇ ਮੈਂ ਜਿੱਥੇ ਵੀ ਰੱਖਣਾ ਚਾਹੂੰਗੀ ਮੈਂ ਉੱਥੇ ਰੱਖ ਲਵਾਂਗੀ। ਬਿਲਕੁਲ ਜੀ। ਚਲੋ ਇਸ ਤੇ ਆਪਾਂ ਕੰਮ ਕਰਦੇ ਹਾਂ, ਛੇਤੀ ਇਹਦੇ ਰਿਜ਼ਲਟਸ ਆਪਾਂ ਲਵਾਂਗੇ। ਧੰਨਵਾਦ, ਤੁਸੀਂ ਮੈਂ ਮੇਰੇ ਅੱਜ ਹੀ ਉਹਨਾਂ ਨੂੰ ਦੁਬਾਰਾ ਵੈਦਰ ਵਿੱਚ ਫੋਨ ਕਰਨਾ, ਉਹਨਾਂ ਨੂੰ ਪੁੱਛਣਾ ਕਿ ਕੀ ਤੁਸੀਂ ਲੇਟੈਸਟ ਕੀਤਾ, ਕਦੋਂ ਡਿਸਚਾਰਜ ਕਰ ਰਹੇ ਹੋ। ਓਕੇ ਜੀ, ਮੈਨੂੰ ਅਪਡੇਟ ਕਰਦੇ ਰਹੋ। ਹਾਂ ਪਲੀਜ਼ ਅਪਡੇਟ ਕਰਦੇ ਰਹੋ, ਮੈਂ ਇਸ ਤੇ ਕੰਮ ਕਰ ਰਿਹਾ ਆਲਰੇਡੀ। ਥੈਂਕ ਯੂ ਸੋ ਮਚ ਭਾਜੀ, ਮੈਂ ਇਹ ਸਟੈਪ ਲੈਣਾ ਨਹੀਂ ਸੀ ਚਾਹੁੰਦੀ, ਪਰ ਮੈਨੂੰ ਇਹਨਾਂ ਨੇ ਹਰਾ ਦਿੱਤਾ। ਕੋਈ ਨਾ, ਤਕੜੇ ਰਹੋ ਤੁਸੀਂ ਭੈਣ ਜੀ, ਕੋਈ ਗੱਲ ਨਹੀਂ, ਵੀ ਵਿਲ ਡੂ ਇਟ। ਥੈਂਕ ਯੂ ਭਾਜੀ। ਧੰਨਵਾਦ ਜੀ, ਧੰਨਵਾਦ। ਓਕੇ, ਧੰਨਵਾਦ ਜੀ। ਸੋ ਇਹ ਆ ਜੀ ਇੱਕ ਦਾਸਤਾਨ, ਤੁਸੀਂ ਦੇਖੋ ਕੱਲੇ ਉਹ ਗਾਹਾਂ ਉਹਨਾਂ ਦੀ ਧੀ ਹੈ, ਆਪ ਉਹ ਇਸ ਮੁਸ਼ਕਿਲ 'ਚ ਹੀ ਲੰਘ ਰਹੇ ਨੇ ਤੇ ਜ਼ਿੰਦਗੀ ਆ, ਬੇਟੀ ਯੂਨੀਵਰਸਿਟੀ 'ਚ ਹੈ, ਫਸਟ ਈਅਰ ਯੂਨੀਵਰਸਿਟੀ ਦਾ, ਬੱਚੀ ਸਟ੍ਰੈਸ ਦੇ ਵਿੱਚ ਆ ਵੀ ਮੇਰਾ ਨਾਨਾ। ਮੈਨੂੰ ਬਹੁਤ ਵਧੀਆ ਇੱਕ ਚਿੱਠੀ ਉਹਨੇ ਲਿਖ ਕੇ ਬੇਟੀ ਨੇ ਭੇਜੀ ਹੈ ਬਈ ਇਹਦੇ 'ਚ ਪੰਜਾਬੀ 'ਚ ਲਿਖ ਕੇ ਭੇਜੀ ਆ, ਡੀਟੇਲਡ। ਇਉਂ ਨਹੀਂ ਹੈ ਵੀ ਅਸੀਂ ਲਿਖ ਨਹੀਂ ਸਕਦੇ, ਕਮਿਊਨੀਕੇਟ ਨਹੀਂ ਕਰ ਸਕਦੇ। ਤੁਸੀਂ ਸਾਰੀ ਸਟੋਰੀ ਸੁਣੀ ਹੈ, ਇਹ ਹੋ ਰਿਹਾ। ਤੇ ਇਹ ਜਿਹੜੀਆਂ ਚੋਬਦਾਰਨੀਆਂ ਤੁਰੀਆਂ ਫਿਰਦੀਆਂ ਨਾ ਕਈ ਵੀ ਇੱਧਰ, ਜਿਵੇਂ ਮੈਂ ਪਹਿਲਾਂ ਰੈਜ਼ੀਡੈਂਟ ਕੇਅਰ ਅਟੈਂਡੈਂਟ ਬਿਨਾਂ ਨਾਸਾਂ 'ਚੋਂ ਠੂਹੇ ਸਿੱਟਦੀਆਂ ਨਾ, ਮੁੜ ਕੇ ਫਿਰ ਸਹੀ ਆਉਂਦੀ ਹੈ। ਜਿਹੜੀਆਂ ਮਰਜ਼ੀ ਕਰਦੀਆਂ ਨੇ ਨਾ ਵੀ ਸਰਕਾਰਾਂ ਤੋਂ ਸਾਡੇ ਟੈਕਸ ਪੇਅਰ ਦੀਆਂ ਤਨਖਾਹਾਂ ਲੈਣੀਆਂ ਨੇ, ਮਰਜ਼ੀ ਆਪਣੀ ਕਰਨੀ ਹੈ। ਇਹ ਮਰਜ਼ੀ ਆ ਜਿਹੜੀ ਨਾ, ਇਹਦਾ ਫਸਤਾ ਵੱਢਣਾ ਹੁਣ, ਹੋਰ ਕੁਛ ਨਹੀਂ। ਅਮਰਜੀਤ ਸਿੰਘ ਸੰਧੂ ਜੀ, ਲਾਈਨ ਨੰਬਰ 1। ਸਰਦਾਰ ਹਰਜੀਤ ਸਿੰਘ ਜੀ, ਬਹੁਤ ਸਤਿਕਾਰਨਾ ਪਿਆ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਬੜੀਆ ਸੁਣ ਕੇ ਕਹਾਣੀ, ਦੁੱਖ ਲੱਗਿਆ ਵੀ ਸਾਡੇ ਤੇ ਖੂਨ ਵਿੱਚ ਹੈਗਾ ਵੀ ਲੋਕਾਂ ਦੀ ਹੈਲਪ ਕਰਨੀ। ਤੇ ਜਦੋਂ ਇਹ ਸਾਡੀਆਂ ਉੱਥੇ ਬੀਬੀਆਂ ਨੂੰ, ਭੈਣਾਂ ਨੂੰ ਜੋ ਜੌਬ ਮਿਲ ਜਾਂਦੀ ਆ ਤੇ ਇਹੋ ਜਿਹਾ ਵਿਵਹਾਰ ਕਰਨਾ ਜਾਂ ਕਰਵਾਉਣਾ ਚਾਹੀਦਾ। ਤੇ ਇਹ ਹੈ ਕਿ ਉਹਨਾਂ ਦੇ ਨਾਲ ਲੱਗ ਕੇ ਤੇ ਉੱਥੇ ਉਹਨਾਂ ਦੀ ਹੈਲਪ ਕੀਤੀ ਜਾਂਦੀ। ਇਹਦੇ ਨਾਲ ਫਿਰ ਉਹ ਗੋਰਾ ਚੰਗਾ ਨਿਕਲਿਆ ਵੀ ਕਿਹੜਾ ਨਾਲ ਜਾ ਕੇ ਹੈਲਪ ਕਰ ਲਿਆ। ਦੇਖੋ ਵੀ ਮੈਂ ਤੇ ਕਹਾਂਗਾ ਵੀ ਇਹ ਕਹਿੰਦੇ ਆ ਵੀ ਨਾਂ ਨਹੀਂ ਲੈਣਾ, ਉਹਨਾਂ ਦੇ ਲੋਕਾਂ ਦੇ ਨਾਂ ਲੈ ਕੇ ਜਿਹੜੇ ਇਹਨਾਂ ਨੂੰ ਖਰਾਬ ਕਰਦੇ ਨੇ ਉਹਨਾਂ ਦੇ ਨਾਂ ਲਵੋ ਤੇ ਨਾਂ ਲੈ ਕੇ ਐਕਸ਼ਨ ਲੈਣਾ ਚਾਹੀਦਾ। ਉੱਥੋਂ ਸਰਕਾਰਾਂ ਤੱਕ ਪਹੁੰਚੇ ਗੱਲ ਤੇ ਉਹਨਾਂ ਨੂੰ ਕੋਈ ਨਾ ਕੋਈ ਜ਼ਰੂਰ ਸਜ਼ਾ ਮਿਲੇ। ਇਹ ਗਲਤ ਗੱਲ ਹੈਗੀ ਹੈ, ਇਹਨਾਂ ਨਾਲ ਕਿਸ ਤਰ੍ਹਾਂ ਬਜ਼ੁਰਗਾਂ ਦੇ ਨਾਲ ਕੀਤਾ ਜਾ ਰਿਹਾ ਤੇ ਕਿਸ ਤਰ੍ਹਾਂ ਇਹਨਾਂ ਨਾਲ ਕੀਤਾ ਜਾ ਰਿਹਾ। ਬਿਲਕੁਲ ਜੀ, ਧੰਨਵਾਦ ਬਾਈ ਜੀ। ਸਰਚਰਨ ਸਿੰਘ ਸਿੱਧੂ ਜੀ, ਲਾਈਨ ਨੰਬਰ 2। ਸਤਿ ਸ੍ਰੀ ਅਕਾਲ ਗੱਲ ਸਾਹਿਬ ਜੀ, ਸਤਿ ਸ੍ਰੀ ਅਕਾਲ। ਤੁਹਾਡਾ ਧੰਨਵਾਦ ਹੀ ਕਰਨਾ ਸੀਗਾ ਵੀ ਤੁਸੀਂ ਨਾ ਹਮੇਸ਼ਾ ਹੀ ਆਮ ਲੋਕਾਂ ਨਾਲ, ਗਰੀਬ ਜਨਤਾ ਨਾਲ ਖੜੇ ਹੋ। ਤੂੰ 3 ਗੱਲਾਂ ਕਹਿਣੀਆਂ, ਦੂਜੀ ਮੈਂ ਕਹਿਣ ਲੱਗਿਆ ਸੀਗਾ ਵੀ ਜਿਹੜਾ ਉੱਥੇ ਆਪਾਂ ਨੂੰ ਕਹਿਣ ਲੱਗੇ ਸੀ ਤੀਜੇ ਕੇਜਰੀਵਾਲ ਤੁਸੀਂ ਹੋ, ਪਰ ਮੈਂ ਇਹ ਨਹੀਂ ਹੁਣ ਕਹਿਣਾ। ਮੈਂ ਇਹ ਕਹਿਣਾ ਵੀ ਨਾ ਸਾਨੂੰ ਕੇਜਰੀਵਾਲ ਚਾਹੀਦਾ, ਨਾ ਸਾਨੂੰ ਚੰਨੀ ਚਾਹੀਦਾ, ਸਾਨੂੰ ਹਰਜੀਤ ਗੱਲ ਚਾਹੀਦਾ ਉੱਥੇ, ਜਿਹੜਾ ਆਮ ਜਨਤਾ ਦੀ, ਆਮ ਲੋਕਾਂ ਦੀ ਸੁਣੇ। ਬਾਈ ਜੀ ਸਿੱਧੂ ਸਾਹਿਬ, ਧੰਨਵਾਦ, ਬਹੁਤ ਬਹੁਤ ਜਿਉਂਦੇ ਵਸਦੇ ਰਹੋ। ਆਪਾਂ ਇੱਕੋ ਹੀ ਸ਼੍ਰੇਣੀ ਦੇ, ਆਪਾਂ ਸਾਰੇ ਗਰੀਬ ਆ, ਜਿਹੜੇ ਵਰਕਿੰਗ ਕਲਾਸ। ਧੰਨਵਾਦ ਸਿੱਧੂ ਸਾਹਿਬ। ਫੇਰ ਸਰ ਸਰਬਜੀਤ ਸਿੰਘ ਮਾਨ, ਲਾਈਨ ਨੰਬਰ 3। ਹਾਂ ਬਾਈ, ਮੈਂ ਵੀ ਤੁਹਾਨੂੰ ਸੇਮ ਉਹ ਕੁੜੀ ਵਾਲੀ ਕਹਾਣੀ ਦੁਹਰਾਉਣੀ ਸੀ। ਇੱਥੇ ਮੇਰੇ ਗੁਆਂਢ ਰਹਿੰਦਾ ਬਖਤੌਰ ਸਿੰਘ ਆ ਉਹਦਾ ਨਾਮ, ਬਜ਼ੁਰਗ ਆ 81 ਸਾਲਾਂ ਦਾ, ਤੇ ਉਹ ਮਾੜੀ ਜਿਹੀ ਸਾਹ ਦੀ ਪ੍ਰੋਬਲਮ ਆਈ ਤੇ ਉਹਨਾਂ ਨੇ ਐਂਬੂਲੈਂਸ ਨੂੰ ਕਾਲ ਕਰਤੀ। ਉਹ ਲੈ ਗਏ ਬਾਈ ਜੀ, ਉਹਨੂੰ ਇੰਨਾ ਤੰਗ ਕੀਤਾ, ਤੁਹਾਨੂੰ ਮੈਂ ਫੋਟੋਆਂ ਦਿਖਾਉਣਾ ਉਹਦੀ ਪੋਜੀਸ਼ਨ, ਜੇ ਕਿਤੇ ਆਪਣਾ ਮੇਰਾ ਮੈਂ ਤੁਹਾਨੂੰ ਦਿਖਾ ਕੇ ਜਾਊਂਗਾ। ਐਡਾ ਬੁਰਾ ਹਾਲ ਕੀਤਾ, ਕਹਿੰਦੇ ਜੀ ਸਾਨੂੰ ਗਾਲਾਂ ਕੱਢਦਾ। ਸਾਡੇ ਕੋਲ ਇਹਨੂੰ 8 ਸਾਲ ਹੋ ਗਏ ਬਹਿੰਦੇ ਨੂੰ, ਕਦੇ ਉਹਨੇ ਗਾਲ ਮੂੰਹ ਚੋਂ ਕੱਢੀ ਨਹੀਂ ਬੰਦੇ ਨੇ। ਤੇ ਮੋੜੇ ਨਹੀਂ ਹਲੇ ਉੱਥੋਂ ਨਾ, ਉਹ ਬਾਈ ਜੀ ਲਿਆਏ ਮੁੰਡੇ ਰੌਲਾ ਪਾ ਕੇ, ਜਿਵੇਂ ਕੁੜੀ ਰੌਲਾ ਪਾ ਕੇ ਆਈ ਲਿਆਈ। ਉਹ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਹਾਡੇ ਬਜ਼ੁਰਗ ਨੂੰ ਇਹਨਾਂ ਨੇ ਤੰਗ ਕਰਨਾ, ਤੁਸੀਂ ਜ਼ੋਰ ਲਾਓ। ਉਹਨਾਂ ਨੇ ਖਾਸੀ ਕੋਸ਼ਿਸ਼ ਕੀਤੀ ਤੇ ਉਲਟਾ ਉਹਨਾਂ ਨੂੰ ਆਂਦੇ ਹੁਣ 81 ਸਾਲਾਂ ਦਾ ਹੋਇਆ, ਤੁਸੀਂ ਕੀ ਕਰਾਉਣਾ ਇਹ ਤੋਂ। ਇਹ ਇੱਕ ਬਾਹਰ ਸੁਨੇਹਾ ਸਾਡਾ ਜਿਹੜਾ ਨਾ, ਕਿ ਬਜ਼ੁਰਗ ਜਦ ਜਾਂਦੇ ਨੇ ਹਸਪਤਾਲ ਉਹ ਠੀਕ ਨਹੀਂ ਰਹਿੰਦੇ। ਇਹ ਬੜਾ ਇੱਕ ਮਾੜਾ ਸੁਨੇਹਾ ਬਾਹਰ, ਸਮਝ ਨਹੀਂ ਆਉਂਦੀ ਇਹ ਕਿਉਂ ਆ। ਸਾਰੇ ਇਹ ਗੱਲ ਕਹਿੰਦੇ ਨੇ ਭਾਈਚਾਰੇ 'ਚ। ਸਤਪਾਲ ਸਿੰਘ ਸੇਖੋਂ ਜੀ, ਲਾਈਨ ਨੰਬਰ 5। ਸਤਿ ਸ਼੍ਰੀ ਅਕਾਲ ਗਿਲ ਸਾਹਿਬ ਤੇ ਸਤਿ ਸ਼੍ਰੀ ਅਕਾਲ ਤੁਹਾਡੇ ਲਿਸਨਰ ਨੂੰ। ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਮੈਂ ਇੱਕ ਜ਼ਰੂਰੀ ਸੁਨੇਹਾ ਦੇਣਾ ਚਾਹੁੰਦਾ, ਜੇ ਤੁਸੀਂ ਇਜਾਜ਼ਤ ਦਿਓ ਜੀ। ਮੈਂ ਸੁਨੇਹਾ ਦੇ ਦਿੱਤਾ ਜੀ, ਉਹ ਸੇਖੋਂ ਸਾਹਿਬ ਫੂਡ ਡਰਾਈਵ ਦਾ ਆਲਰੇਡੀ ਦੇਤਾ ਜੀ ਸੁਨੇਹਾ ਮੈਂ। ਨਹੀਂ, ਇਹ ਮੈਂ ਕੁਝ ਹੋਰ ਚਲੋ ਜੀ, ਮੈਂ ਇੱਕ ਹੋਰ ਵਿਸ਼ੇ ਤੇ ਗੱਲ ਕਰਦਾ। ਪਲੀਜ਼ ਇਹ ਵਿਸ਼ੇ ਤੇ ਗੱਲ ਕਰਿਆ ਕਰੋ ਜਦ ਤੁਸੀਂ ਆਉਂਦੇ ਹੋ। ਪਲੀਜ਼ ਜਿਹੜਾ ਮੈਂ ਵਿਸ਼ਾ ਕਰ ਰਿਹਾ, ਸਮਾਜ ਸੇਵਾ ਦੇ ਲਈ ਮੈਂ ਤਾਂ ਗੱਲ ਕਰਨਾ ਚਾਹੁੰਦਾ। ਬਾਈ ਜੀ, ਤੁਸੀਂ ਸੇਖੋਂ ਸਾਹਿਬ ਸੁਨੇਹੇ ਸਾਡੇ ਕੋਲ ਪਹੁੰਚ ਜਾਂਦੇ ਤੇ ਅਸੀਂ ਸੁਨੇਹੇ ਦੇ ਦਿੰਦੇ ਹਾਂ ਸਾਰੇ। ਸੇਵਾ ਜਿਹੜੀ ਸਮਾਜ ਦੀ ਹੈ ਜੀ ਉਹੀ ਕਰ ਰਹੇ ਹਾਂ। ਸਾਰੇ ਸੁਨੇਹੇ ਸਾਡੇ ਕੋਲ ਪਹੁੰਚ ਜਾਂਦੇ, ਅਸੀਂ ਦੇ ਦਿੰਦੇ ਹਾਂ ਸਾਰੇ ਸੁਨੇਹੇ। ਮੈਂ ਵਿਸ਼ੇ ਦੀ ਜਿਹੜੀ ਗੱਲ ਕਰਦਾ ਹੁੰਦਾ, ਪਲੀਜ਼ ਉਹ ਵਿਸ਼ੇ ਤੇ ਰਹਿ ਕੇ ਗੱਲ ਕਰਿਆ ਕਰੋ, ਮੈਂ ਬੇਨਤੀ ਹੈ। ਸਤਚੰਦ ਸਿੰਘ ਬਰਾੜ, ਲਾਈਨ ਨੰਬਰ 1। ਹਾਂਜੀ, ਮੈਂ ਖੁਦ ਇਸ ਗੱਲ ਦਾ ਸ਼ਿਕਾਰ ਹੋਇਆ ਹੋਇਆ। ਅੱਛਾ ਜੀ। 2015 ਤੋਂ ਲੈ ਕੇ 2016 ਚ ਮੇਰਾ ਆਪਰੇਸ਼ਨ ਗੋਡੇ ਦਾ ਹੋਇਆ ਸੀ ਜੀ। ਉਹ ਦੁਗਾ ਫਿਰ ਕੋਲਨ ਕੈਂਸਰ, ਫਿਰ ਉਹ ਹਟ ਗਿਆ। ਮੈਂ ਐਮਰਜੈਂਸੀ ਗਿਆ 2020 ਚ, 8 ਦਿਨ ਜਾਂਦਾ ਰਿਹਾ। ਅਲਟਰਾਸਾਊਂਡ ਕਰਕੇ ਮੋੜਦੇ ਰਹੇ, ਦੱਸਿਆ ਨਹੀਂ ਵੀ ਕੀ ਗੱਲ ਆ। ਹੁਣ ਤੁਸੀਂ ਘਰੇ ਹੋ ਬਜ਼ੁਰਗੋ? ਮੈਂ ਘਰੇ ਆ। ਮੈਂ ਸ਼ੁਕਰ ਕਰੋ, ਫਿਰ ਰੱਬ ਕਰੋ। ਇਹ ਮੁਸ਼ਕਲਾਂ ਤਾਂ ਜ਼ਿੰਦਗੀ 'ਚ ਆਉਣੀਆਂ ਨੇ ਉਮਰ ਦੇ ਨਾਲ, ਪਰ ਘਰੇ ਬੈਠੇ ਹੋ, ਆਪਣੇ ਜਵਾਕਾਂ 'ਚ ਬੈਠੇ ਹੋ। ਸਰਜੀਤ ਸਿੰਘ ਗੋਸਲ। ਹਾਂਜੀ, ਗੱਲ ਤਾਂ ਕੱਲਾ ਇਹ ਨਹੀਂ, ਹੋਰ ਵੀ ਇੱਕ ਦੋ ਫੀਲਡਾਂ 'ਚ ਮੈਂ ਦੇਖਿਆ ਤੁਸੀਂ ਕੰਮ ਹੋਟਲ ਤੇ ਚੱਲ ਜਾਓ, ਗੋਰੇ ਦਾ ਨੀਲ ਲੇਟ ਹੋ ਜਵੇ, ਉਹ ਗਾਲ ਕੱਢ ਦੇਵੇ ਤਾਂ ਸਾਡੀਆਂ ਕੁੜੀਆਂ ਸੌਰੀ ਸਰ ਸਾਡੇ ਵਰਗੇ ਨੂੰ ਕਦੀ ਬਟੂਆ ਕੱਢਣ ਲਈ ਇੱਕ ਅੱਧਾ ਸਕਿੰਟ ਲੇਟ ਹੋ ਜਾਵੇ, ਗੋ ਵੀ ਹੈਵ ਅ ਲਾਈਨ ਅਪ ਦੇਅਰ। ਸਾਡਾ ਬਿਹੇਵੀਅਰ ਜਿਹੜਾ ਸਾਡੇ ਬੰਦਿਆਂ ਦਾ ਰੁੱਖਾ ਆ। ਕਰਾਂਗੇ ਜੀ, ਇਹਦੇ ਤੇ ਗੱਲ ਕਰਦੇ ਹਾਂ। ਇਹ ਬਿਲਕੁਲ ਕਿੱਥੇ ਗਲਤੀ ਹੈ, ਇਹਦਾ ਮੁਲਾਂਕਣ ਕਰਾਂਗੇ। ਗੱਲ ਇਹ ਆ ਜੀ, ਇਹਦੇ ਹੁਣ ਮੈਂ ਵਿਸ਼ੇ 'ਚੋਂ ਜਦ ਵੀ ਆਪਾਂ ਇਹ ਗੱਲ ਤੋਰਦੇ ਹਾਂ, ਜਿਹੜੀਆਂ ਸੇਵਾਵਾਂ ਭਾਈਚਾਰੇ ਦੇ ਵਿੱਚੋਂ ਭਾਈਚਾਰੇ ਦੀ ਬਹੁਤਾਤ ਕਰਕੇ ਮਿਲੀਆਂ ਨੇ, ਚਾਹੇ ਉਹ ਪੁਲਿਸਿੰਗ ਦੇ ਵਿੱਚ ਆ, ਚਾਹੇ ਉਹ ਲਾਅ ਦੇ ਵਿੱਚ ਆ, ਚਾਹੇ ਹਸਪਤਾਲਾਂ ਦੇ ਵਿੱਚ ਆ, ਚਾਹੇ ਸਿਹਤ ਸੇਵਾਵਾਂ ਜਾਂ ਕਿਤੇ ਵੀ, ਉਹਨਾਂ ਦਾ ਦੁਰਵਿਹਾਰ ਕਿਉਂ ਹੁੰਦਾ? ਇੱਕ ਦਸਤਾਰ ਬੰਨੀ ਬੰਦਾ ਮੁੰਡਾ ਬੈਠਾ ਹੈ, ਉਹ ਸਾਡੀ ਭਾਸ਼ਾ ਕਰਕੇ ਉਹਨੂੰ ਨੌਕਰੀ ਮਿਲੀ, ਉਹ ਭਾਸ਼ਾ ਕਿਉਂ ਨਹੀਂ ਬੋਲਦਾ? ਇਹ ਕਾਰਨ ਕੀ ਹੈ? ਇਹ ਰੁੱਖਾ ਜਿਹੜਾ ਵਰਤਾਓ ਕਿਉਂ ਹੈ? ਉਹ ਕਹਿੰਦਾ ਬੇਬੇ ਤੂੰ ਥਾਣੇਦਾਰ, ਕਹਿੰਦਾ ਜੇ ਬਣ ਗਿਆ, ਕਹਿੰਦਾ ਫੇਰ ਕਹਿੰਦਾ ਬੇਬੇ ਤੂੰ ਅੰਦਰ ਸਭ ਤੋਂ ਪਹਿਲਾਂ। ਇਹ ਜਿਹੜਾ ਸਾਡਾ ਸੁਭਾਅ ਬਣ ਗਿਆ, ਇੱਕ ਖਾਸ ਤੌਰ 'ਤੇ ਕੁੜੀਆਂ ਨੂੰ ਜੇ ਪੁੱਛੋ ਵੀ ਤੁਸੀਂ ਐਂ ਕਿਉਂ ਕਰਦੇ ਹੋ, ਕਹਿੰਦੀ ਸਾਡੇ ਨਾਲ ਮਿਸਬਿਹੇਵ ਕਰਦੇ ਨੇ ਇੱਥੇ ਆ ਕੇ। ਪਰ ਇਉਂ ਤਾਂ ਹੈ ਨਹੀਂ ਗੱਲ। ਪਰਿਵਾਰਾਂ ਦੇ ਵਿੱਚ ਲੋਕ ਵਿਆਹੇ ਵਰੇ ਨੇ, ਕੋਈ ਇੱਥੇ ਇਉਂ ਤਾਂ ਹੈ ਨਹੀਂ ਵੀ ਜੰਗਲ ਦੇ ਰਾਜ ਦੇ ਵਿੱਚ ਬੰਦੇ ਇਕੱਲੇ ਹੀ ਫਿਰਦੇ ਆ। ਇਹ ਤਾਂ ਹੈ ਨਹੀਂ ਵੀ ਕੋਈ ਘਰੇ ਜਿਹੜੀ ਕੋਈ ਇਸਤਰੀ ਹੈ ਜਾਂ ਬਾਹਰ ਜਿਹੜੀ ਕੋਈ ਇਸਤਰੀ ਆ ਉਹਦੇ 'ਚ ਕੋਈ ਫਰਕ ਹੈ। ਠੀਕ ਹੈ, ਕੋਈ ਚਿਹਰਾ ਮੋਹਰਾ ਰੰਗ ਰੂਪ ਦਾ ਫਰਕ ਹੋ, ਪਰ ਇਉਂ ਤਾਂ ਹੈ ਨਹੀਂ ਵੀ ਬੰਦੇ ਬਘਿਆੜ ਤੁਰੇ ਫਿਰਦੇ ਆ ਬਾਹਰ। ਕਿਉਂ ਦੂਜੇ ਬੰਦੇ ਨਾਲ ਖੁੱਲ੍ਹ ਕੇ ਹੱਸ ਕੇ ਗੱਲਾਂ ਹੋ ਸਕਦੀਆਂ, ਆਪਣੇ ਬੰਦੇ ਨਾਲ ਡੀਲਿੰਗ ਕਿਉਂ ਨਹੀਂ ਹੋ ਸਕਦੀ? ਇਉਂ ਨਹੀਂ ਵੀ ਸਾਰੀਆਂ ਨੇ, ਬਹੁਤ ਨੇ ਜਿਹੜਾ ਸਤਿਕਾਰ ਵਿਤੋਂ ਵੱਧ ਦਿੰਦੀਆਂ ਹਸਪਤਾਲ 'ਚ, ਬਾਪੂ ਜੀ ਬੇਬੇ ਜੀ ਕਰਕੇ ਪਿਆਰ ਕਰਦੀਆਂ ਨੇ, ਉਹ ਆਪਣੇ ਮਾਪਿਆਂ ਵਾਂਗੂ ਸਾਂਭਦੀਆਂ ਨੇ। ਹੈਲਥ ਕੇਅਰ ਵਰਕਰਸ ਜਿੰਨੀਆਂ ਨੇ ਬਹੁਤ ਪੈਸ਼ਨੇਟ ਨੇ, ਜਿਹੜੀਆਂ ਆਪਣੇ ਵਿਤੋਂ ਬਾਹਰ ਜਾ ਕੇ ਸਾਂਭਦੀਆਂ ਨੇ। ਪਰ ਜੇ ਹੁਣ ਕੋਈ ਧੀ ਕਹਿੰਦੀ ਆ ਮੇਰੇ ਬਾਪ ਨੂੰ ਪਿਕਸ ਦੇ ਵਿੱਚ ਲੈ ਆਓ, ਪਿਕਸ ਵਾਲੇ ਕਹਿੰਦੇ ਸਾਡੇ ਕੋਲ ਰੂਮ ਖਾਲੀ ਆ, ਫਿਰ ਰੌਲਾ ਕਿੱਥੇ ਹੈ? ਇਹ ਰੌਲਾ ਲੱਭਾਂਗੇ।